ਸ਼ੇਅਰ ਟੀਵੀ ਚੈਨਲ ਦੇ ਤਮਾਮ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਦਰਸ਼ਕੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੱਕ ਗੈਸਟ ਫੈਕਲਟੀ ਅਸਿਸਟੈਂਟ ਪ੍ਰੋਫੈਸਰਾਂ ਦਾ ਮੁੱਦਾ ਬੜਾ ਜੋਸ਼ ਨਾਲ ਉੱਠਿਆ ਸੀਗਾ ਤੇ ਸਿੱਖਿਆ ਮੰਤਰੀ ਜੀ ਦੇ ਘਰ ਦੇ ਸਾਹਮਣੇ ਧਰਨਾ ਵੀ ਉਹਨਾਂ ਵੱਲੋਂ ਲਾਇਆ ਗਿਆ ਸੀ ਲੰਬਾ ਸੀ। ਐਨ ਮੌਕੇ ਤੇ ਆ ਕੇ ਕਹਿ ਲਓ ਕਿ ਕੋਡ ਆਫ ਕੰਡਕਟ ਲੱਗਣ ਤੋਂ ਇੱਕ ਦਿਨ ਪਹਿਲਾਂ ਸਿੱਖਿਆ ਮੰਤਰੀ ਜੀ ਨੇ ਉਹਨਾਂ ਨੂੰ ਇਹ ਵਿਸ਼ਵਾਸ ਦਿਵਾ ਕੇ ਉੱਥੋਂ ਧਰਨਾ ਚੁਕਾਇਆ ਕਿ ਤੁਹਾਡੀਆਂ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਰੈਗੂਲਰ ਰਹਿਣਗੀਆਂ। ਔਰ 2 ਦਿਨ ਪਹਿਲਾਂ ਤੋਂ ਫਿਰ ਦੇਖਿਆ ਕਿ ਇਹੀ ਇਸ਼ੂ ਫਿਰ ਵੱਡੇ ਪੱਧਰ ਤੇ ਉੱਠ ਰਿਹਾ ਤੇ ਉਹਦੇ ਬਾਰੇ ਆਪਾਂ ਅੱਜ ਜਾਣਨ ਦੇ ਲਈ ਮਾਹਰ ਡਾਕਟਰ ਪਿਆਰੇ ਲਾਲ ਗਰਗ ਜੀ, ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ, ਜਾਣਕਾਰੀ ਦੇ ਮੁਤਾਜ ਨੇ, ਉਹਨਾਂ ਤੋਂ ਜਾਣਕਾਰੀ ਲਵਾਂਗੇ ਕਿ ਇਹ ਸਾਰਾ ਮਾਮਲਾ ਹੈ ਕੀ ਔਰ ਦੁਬਾਰਾ ਜੇ ਇਹ ਮਾਮਲਾ ਉੱਠਿਆ ਤਾਂ ਇਹਦੇ ਪਿੱਛੇ ਕੀ ਕਾਰਨ ਹੈ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ, ਬਹੁਤ ਬਹੁਤ। ਡਾਕਟਰ ਸਾਹਿਬ, ਗੈਸਟ ਫੈਕਲਟੀ ਜਿਹੜੇ ਅਸਿਸਟੈਂਟ ਪ੍ਰੋਫੈਸਰ ਨੇ ਸਰਕਾਰੀ ਕਾਲਜਾਂ ਦੇ, ਉਹਨਾਂ ਦਾ ਮਾਮਲਾ ਇੱਕ ਵਾਰ ਫਿਰ ਬੜਾ ਭਖ ਗਿਆ ਤੇ ਇਹ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ, ਇਹ ਮਾਮਲਾ ਹੈ ਕੀ ਸੀਗਾ ਸ਼ੁਰੂ ਤੋਂ, ਤੇ ਜਿਹੜਾ ਹੁਣ ਦੁਬਾਰਾ ਇਹ ਮਾਮਲਾ ਭਖਿਆ ਤੇ ਇਹ ਕੀ ਹੈ ਉਹਨਾਂ ਦੇ ਨਾਲ। ਫਿਰ ਕਿਉਂਕਿ ਬੜੇ ਸਹਿਮਤ ਨੇ, ਬੜੇ ਉਹ ਡਰੇ ਹੋਏ ਨੇ ਗੈਸਟ ਫੈਕਲਟੀ ਜਿਹੜੇ ਅਸਿਸਟੈਂਟ ਪ੍ਰੋਫੈਸਰ ਨੇ ਕਿ ਉਹਨਾਂ ਦੇ ਫਿਰ ਰੋਜ਼ੀ ਰੋਟੀ ਕਿਤੇ ਨਾ ਕਿਤੇ ਖਤਰੇ ਦੇ ਵਿੱਚ। ਦੇਖੋ ਮੈਮ, ਪੰਜਾਬ ਦੇ ਤਕਰੀਬਨ 48 ਕਾਲਜ ਨੇ ਜਿਹੜੇ ਚੱਲ ਰਹੇ ਨੇ, ਬਾਕੀ ਤਾਂ ਐਵੇਂ ਨਾਮ ਨਿਹਾਦ ਹੈ। ਉਹਨਾਂ ਦੇ ਵਿੱਚ ਪਿਛਲੇ ਉਹਦੇ 'ਚ ਕੋਈ 1700 ਪੋਸਟ ਸੀਗੀ, ਜਿਹ ਚੋਂ ਪਿਛਲੇ ਸਾਲਾਂ ਦੇ ਵਿੱਚ 1200 ਪੋਸਟ ਖਾਲੀ ਰਹੀ, 400-500 ਹੀ ਭਰੀ ਹੋਈ ਸੀ। ਬਾਕੀ ਇਹ ਕੰਮ ਚਲਾਉਂਦੇ ਰਹੇ ਪੇਰੈਂਟ ਟੀਚਰ ਜਿਹੜੇ ਸੀਗੇ ਸਟੂਡੈਂਟ ਫੰਡ ਦੇ ਵਿੱਚੋਂ ਪੈਸੇ ਦੇ ਕੇ, PTA ਦੇ ਵਿੱਚੋਂ ਪੈਸੇ ਦੇ ਕੇ, ਤੇ ਜਾਂ ਫਿਰ ਜਿਹੜਾ ਸੀ ਅੱਧੇ ਪੈਸੇ ਸਰਕਾਰ ਦਿੰਦੀ ਸੀ, ਅੱਧੇ PTA ਚੋਂ ਦਿੱਤੇ ਜਾਂਦੇ ਸੀ। 1-1 ਹਜ਼ਾਰ ਰੁਪਇਆ ਉਹਨਾਂ ਨੂੰ ਦਿੱਤਾ ਜਾਂਦਾ, ਫਿਰ ਸ਼ਾਇਦ 26,000 ਕਰਤਾ ਸੀ। ਇਹ ਜਿਹੜਾ ਲਾਏ ਗਏ ਜਿੰਨੀ ਗੈਸਟ ਫੈਕਲਟੀ, ਇਹ ਕੋਈ ਇਹ ਨਹੀਂ ਦੇਖ ਕੇ ਲਾਇਆ ਗਿਆ ਵੀ ਇਹ ਵਾਕਈ ਕੁਆਲੀਫਿਕੇਸ਼ਨ ਪੂਰੀ ਕਰਦੇ ਨੇ ਜਾਂ ਜਿਹੜਾ UGC ਦੇ ਜਿਹੜੇ ਹੈਗੇ ਨੇ ਨੋਰਮ ਉਹਨਾਂ ਨੂੰ ਪੂਰੇ ਕਰਦੇ ਨੇ। ਇਹ ਨੌਨ ਵੇਡ ਵੀ ਪਿਕ ਐਂਡ ਚੂਜ਼ ਕਰੀ ਗਈ, ਪਰ ਇਹਨਾਂ ਨੂੰ 20 ਸਾਲ ਤੋਂ ਕਈਆਂ ਨੂੰ ਤਾਂ ਲੱਗਿਆ ਨੂੰ ਹੋ ਗਏ, ਕਿਉਂਕਿ ਕੋਰਟਾਂ 'ਚ ਕੇਸ ਪਏ ਸੀ, ਉਹਦੇ ਉੱਤੇ ਸਟੇ ਹੋਈ ਸੀ ਭਰਤੀ ਤੇ ਉਹ ਲਗਾਤਾਰ ਲਗਾਈ ਰੱਖੇ। ਇਹ ਐਜੂਕੇਸ਼ਨ ਦਾ ਇੱਕ ਬਾਬਾ ਆਦਮ ਨੇ ਰਲ ਲਾਇਆ ਵੀ ਇਹ ਅਨਕੁਆਲੀਫਾਈਡ ਨੂੰ ਲਾਉਣ 'ਚ ਬੜਾ ਵਿਸ਼ਵਾਸ ਰੱਖਦੇ ਨੇ। ਜਦ ਇਹਨਾਂ ਨੂੰ ਥੱਲੇ ਪਾਵਰਾਂ ਦੇ ਦਿਓ ਉਦੋਂ ਤਾਂ ਬਿਲਕੁਲ ਹੀ ਕਹਿਰ ਕਾਫੀ ਕਰ ਦਿੰਦੇ ਨੇ। ਪਰ ਹੁਣ ਜਦ ਤੁਸੀਂ ਇੱਕ ਬੰਦੇ ਨੂੰ ਲਾ ਲਿਆ, ਉਹਨੂੰ 20 ਸਾਲਾਂ ਬਾਅਦ ਹੋ ਜਾਵੇ ਵੀ ਕਿੱਥੇ, ਉਹ ਲੱਗਿਆ ਇਸ 'ਚ ਰਹਿੰਦਾ ਵੀ ਆਪਾਂ ਨੂੰ ਤਾਂ ਮਿਲਣੀ ਨਹੀਂ ਝਾੜਾਏ ਸਹੀ। ਇਹ ਜਿਹੜੀ ਨਾ ਇੱਕ ਸਾਨੂੰ ਫਿਰ ਉਹ ਸਿੰਪਥੀ ਦਾ ਪਾਤਰ ਬਣ ਜਾਂਦਾ ਕਿ ਜੀ ਮੇਰੇ ਨਾਲ ਬੜੀ ਜ਼ਿਆਦਤੀ ਹੋ ਗਈ ਹੈ। ਇਹ ਇੱਕ ਤਾਂ ਪਾਸਾ ਹੈ। ਇਹਦੇ ਉੱਤੇ ਸਰਕਾਰ ਨੇ ਕਦੇ ਵੀ, ਕਿੰਨੀਆਂ ਸਰਕਾਰਾਂ ਆਈਆਂ ਨੇ, ਜੇ ਅਸੀਂ 2000 ਤੋਂ ਲੈ ਕੇ 2021 ਤੱਕ ਗਿਣੀਏ ਤੇ ਫਿਰ ਪਹਿਲਾਂ ਬਾਦਲ ਸਾਹਿਬ ਦੀ ਸਰਕਾਰ ਸੀ, ਫਿਰ ਕੈਪਟਨ ਸਾਹਿਬ ਦੀ ਸੀ, ਫਿਰ 2 ਵਾਰੀ ਫਿਰ ਬਾਦਲ ਸਾਹਿਬ ਦੀ ਆਈ, ਫਿਰ ਕੈਪਟਨ ਸਾਹਿਬ ਦੀ ਆਈ, ਹੁਣ ਚੰਨੀ ਸਾਹਿਬ ਦੀ। ਇਹਨਾਂ ਸਰਕਾਰਾਂ ਨੇ ਇਸ ਗੱਲ ਨੂੰ ਦੇਖਿਆ ਨਹੀਂ ਵੀ ਭਾਈ ਜਿਹੜੇ ਅਨਕੁਆਲੀਫਾਈਡ ਨੇ ਇਹਨੂੰ ਲਾ ਕੇ ਕਿਉਂ ਰੱਖਿਆ। ਜੇ ਲਾ ਕੇ ਰੱਖਿਆ ਤੇ ਫਿਰ ਇਹਨਾਂ ਨੂੰ ਭਾਈ ਹੁਣ ਕਿਤੇ ਨਾ ਕਿਤੇ ਐਡਜਸਟ ਕਰੀਏ। ਦੋਹਾਂ ਚੋਂ ਇੱਕ ਗੱਲ ਹੈ। ਤੁਸੀਂ ਹੁਣ 20 ਸਾਲ ਬੰਦੇ ਨੂੰ ਆਪਣਾ ਕੰਮ ਕਰਾਈ ਜਾਂਦੇ ਹੋ, ਜਦ ਤੁਸੀਂ ਲਾਉਂਦੇ ਨਹੀਂ ਉੱਥੇ ਉਹ ਕੰਮ ਕਰੀ ਜਾਂਦੇ, ਉਹ ਵੀ ਕੋਈ ਤਜਰਬਾ ਨਾ। ਇਹ ਜ਼ਰੂਰੀ ਨਹੀਂ ਹੁੰਦਾ ਵੀ ਬੰਦੇ ਕੋਲੇ ਪੜ੍ਹਾਈ ਦੇ, ਮੈਂ ਇੱਕ ਵਾਰੀ ਕਿਤੇ ਦਾਖਲਾ ਸੀਗਾ MD ਦਾ, ਉਹਦੇ 'ਚ ਫਾਈਨਲ ਈਅਰ ਦੇ ਨੰਬਰ ਕੱਢੇ ਲੈਂਦੇ ਸੀ ਤੇ ਮੈਂ 5 ਸਬਜੈਕਟਾਂ 'ਚ ਅਪਲਾਈ ਕਰਤਾ, 5 'ਚ ਮੇਰਾ ਨੰਬਰ 1 ਸੀ। ਮੈਂ ਦਾਖਲਾ ਨਹੀਂ ਲਿਆ ਤਾਂ ਮੈਨੂੰ ਕਮੇਟੀ ਕਹਿਣ ਲੱਗੀ ਵੀ ਕਿਉਂ ਨਹੀਂ ਲੈ ਰਹੇ। ਮੈਂ ਕਿਹਾ ਮੈਂ ਤਾਂ ਨਹੀਂ ਲੈ ਰਿਹਾ ਵੀ ਤੁਹਾਡਾ ਤਰੀਕਾ ਗਲਤ ਹੈ। ਕਹਿੰਦੇ ਕਿਉਂ, ਅਸੀਂ ਤਾਂ ਮੈਰਿਟ 'ਤੇ ਕਰ ਰਹੇ। ਮੈਂ ਕਿਹਾ ਜੀ ਮੈਰਿਟ ਹੈ, ਫਾਈਨਲ ਈਅਰ ਦੇ ਲੈ ਰਹੇ ਹੋ ਤੁਸੀਂ ਨੰਬਰ। ਜਿਹੜੇ ਬਾਕੀ ਫਸਟ ਪ੍ਰੋਫ 'ਚ, ਸੈਕਿੰਡ ਪ੍ਰੋਫ 'ਚ ਸਬਜੈਕਟ ਪੜ੍ਹੇ ਨੇ ਉਹਨਾਂ ਦਾ ਕੋਈ ਮੀਨਿੰਗ ਨਹੀਂ। ਜਿਹਨੇ ਉਸ ਸਬਜੈਕਟ 'ਚ ਐਡਮਿਸ਼ਨ ਲੈਣੀ ਆ ਉਹਦੇ ਤਾਂ ਨੰਬਰ ਹੀ ਨਹੀਂ ਗਿਣ ਰਹੇ ਤੁਸੀਂ। ਦੂਜੀ ਗੱਲ, ਤੁਸੀਂ ਅੱਜ ਦੇ ਨੰਬਰ ਗਿਣਦੇ ਹੋ 3200 ਨੰਬਰਾਂ ਦੇ ਵਿੱਚੋਂ ਜਿਹਦੇ 2400 ਆ ਗਏ, ਦੂਜੇ ਦੇ 2401 ਆ ਗਏ, 2401 ਵਾਲਾ ਹੁਸ਼ਿਆਰ ਹੋ ਗਿਆ। 64 ਐਗਜ਼ਾਮੀਨਰ ਨੇ ਤੇ 32 ਪੇਪਰ ਨੇ, 64 ਹੀ ਉਹਦੇ ਪਾਰਟ ਨੇ। 64 ਐਗਜ਼ਾਮੀਨਰਾਂ 'ਚ 1 ਨੰਬਰ ਦਾ ਫਰਕ ਨਾਲ ਕੋਈ ਮੈਰਿਟ 'ਚ ਹੀ ਹੋ ਗਈ। ਇਹ ਮੈਰਿਟ ਦਾ ਕ੍ਰਾਈਟੀਰੀਆ ਗਲਤ ਹੈ ਤੁਹਾਡਾ। ਕਹਿੰਦੇ ਫਿਰ ਅਪਲਾਈ ਕਿਉਂ ਕਰਿਆ। ਮੈਂ ਕਿਹਾ ਤਾਂ ਕਰਿਆ ਵੀ ਤੁਹਾਡੇ ਵਰਗਾ ਕੋਈ ਉੱਠ ਕੇ ਕਹਿ ਦੂਗਾ ਵੀ ਇਹਨੂੰ ਆਪ ਨੂੰ ਨਹੀਂ ਮਿਲਦੀ ਹੋਣੀ ਦਾਖਲਾ, ਤਾਂ ਕਰਕੇ ਇਹ ਰੌਲਾ ਪਾਉਂਦਾ। ਇਹਨੂੰ ਕਿਉਂਕਿ ਮੈਂ ਚੈਲੰਜ ਕਰਨਾ। ਫਿਰ ਇੱਕ ਬੜੇ ਸੀਨੀਅਰ ਟੀਚਰ ਸੀ, ਕਹਿੰਦੇ ਪਿਆਰ ਵਾਲੇ ਇਸ ਤਰ੍ਹਾਂ ਤਾਂ ਨਹੀਂ ਹੁੰਦਾ। ਮੈਂ ਜੀ
ਤੁਸੀਂ ਮੇਰੇ ਪ੍ਰੋਫੈਸਰ ਹੋ, ਮੈਂ ਤੁਹਾਡਾ ਕਿਸੇ ਤਰ੍ਹਾਂ ਵੀ ਕਿਸੇ ਵੀ ਸਬਜੈਕਟ 'ਚ ਮੁਕਾਬਲਾ ਨਹੀਂ ਕਰ ਸਕਦਾ, ਪਰ ਜੇ ਤੁਸੀਂ ਮੇਰੇ ਨਾਲ ਕੰਪੀਟ ਕਰੋ ਨੰਬਰਾਂ ਦੇ ਆਧਾਰ ਤੇ, ਤੁਹਾਨੂੰ ਐਡਮਿਸ਼ਨ ਨਹੀਂ ਮਿਲਣੀ, ਮੈਨੂੰ ਮਿਲੇਗੀ, ਕਿਉਂਕਿ ਤੁਹਾਡੇ ਮੇਰੇ ਨੰਬਰ ਆਉਂਦੇ ਘੱਟ ਸੀਗੇ। ਸੋ ਇਸ ਕਰਕੇ ਇਹ ਜਿਹੜਾ ਬੋਗਸ ਦਾ ਕ੍ਰਾਈਟੇਰੀਆ ਹੁੰਦਾ ਹੈ ਨਾ, ਇਹਨੂੰ ਬਦਲਣ ਦੀ ਲੋੜ ਹੁੰਦੀ ਹੈ। ਔਰ ਮੈਂ ਐਜ਼ ਏ ਸਟੂਡੈਂਟ ਲੀਡਰ, ਐਜ਼ ਡਾਕਟਰਾਂ ਦਾ ਲੀਡਰ, ਐਜ਼ ਗਵਰਨਮੈਂਟ ਦਾ ਅਫਸਰ, ਐਜ਼ ਰਜਿਸਟਰਾਰ, ਐਜ਼ ਡੀਨ ਮੈਡੀਕਲ ਫੈਕਲਟੀ ਪੰਜਾਬ ਯੂਨੀਵਰਸਿਟੀ ਦਾ, ਮੈਂ ਇਹ ਸਾਰਾ ਕੁਝ ਕਰਿਆ ਖੁਦ, ਬਿਨਾਂ ਇਨਸਾਫ ਹੋਣਾ ਚਾਹੀਦਾ। ਬੈਲੈਂਸਿੰਗ ਐਕਟ ਕਹਿੰਦੇ ਅਸੀਂ ਇਹਨੂੰ। ਅਸੀਂ ਕ੍ਰਾਈਟੇਰੀਆ ਬਣਾਇਆ ਮੈਡੀਕਲ ਕਾਲਜ ਟੀਚਰ ਲਾਉਣ ਵਾਸਤੇ ਵੀ ਉਹਦੇ ਇੱਕ ਤਾਂ ਤੁਸੀਂ ਸਾਰੇ ਟੋਟਲ ਨੰਬਰਾਂ ਦੀ ਪਰਸੈਂਟੇਜ ਕੱਢੋ। 50% ਸਾਡੇ ਪਾਸ ਮਾਰਕਸ ਨੇ। ਇਹ ਜਿਹੜੇ ਕਾਲਜ ਟੀਚਰ ਨੇ ਨਾ ਜਾਂ ਸਕੂਲ ਟੀਚਰ, ਇਹਨਾਂ ਨੂੰ ਪਤਾ ਹੀ ਨਹੀਂ ਵੀ 50% ਪਾਸ ਮਾਰਕਸ ਵੀ ਹੁੰਦੇ ਨੇ, ਕਿਉਂਕਿ ਇਹਨਾਂ ਦਾ ਜਿਹੜਾ ਟੈਟ ਪਾਸ ਕਰਦਾ ਉਹ 1% ਰਿਜ਼ਲਟ ਆਉਂਦਾ, 2%, 2% ਆਉਂਦਾ, ਕਦੇ 100 ਚੋਂ 2 ਬੱਚੇ ਪਾਸ ਹੁੰਦੇ ਨੇ ਇਹਨਾਂ ਦੇ। ਜਿਹੜੇ ਟੀਚਰ ਨੇ ਬੀਐਡ ਕਰੀ ਹੋਈ ਹੈ ਜਿਨ੍ਹਾਂ ਨੇ, 3 ਪਾਸ ਹੁੰਦੇ, ਕਦੇ 4, 100 ਚੋਂ। ਸੋ 50% ਤਾਂ ਪਾਸ ਮਾਰਕਸ ਹੀ ਨੇ, ਉਹ ਤਾਂ ਕੋਈ ਮੈਰਿਟ ਨਾ ਹੋਈ, ਉਹ ਤਾਂ ਪਾਸ ਹੈ। ਸੋ ਅਸੀਂ ਕਿਹਾ ਜਿੰਨੇ ਪਰਸੈਂਟ ਉਹ ਤੋਂ ਵੱਧ ਲਏਗਾ, 51% ਲੈ ਲੇ ਤਾਂ 2 ਨੰਬਰ ਦੇ ਦਿਓ ਉਹਨੂੰ, 52 ਲੈ ਲੇ ਤਾਂ 4 ਦੇ ਦਿਓ, ਪਰ ਮੈਕਸਿਮਮ 50 ਦੇਣੇ ਨੇ। ਫਿਰ ਤੁਸੀਂ ਦਿਓ ਸਰਵਿਸ ਦੇ ਨੰਬਰ। ਜੇ ਪਿੰਡ 'ਚ ਸਰਵਿਸ ਕਰੀਏ ਤਾਂ 3 ਨੰਬਰ 1 ਸਾਲ ਦੇ ਦਿਓ, 6 ਮਹੀਨਿਆਂ ਦਾ 1.5 ਦੇ ਦਿਓ। ਜੇ ਪਿੰਡ ਸ਼ਹਿਰ ਦੇ ਵਿੱਚ ਕੁਝ ਐਸੇ ਹਸਪਤਾਲ ਹੁੰਦੇ ਨੇ ਜਿੱਥੇ ਕੋਈ ਜਾ ਕੇ ਰਾਜੀ ਨਹੀਂ, ਉੱਥੇ ਦੇ 2 ਨੰਬਰ ਦੇ ਦਿਓ 1 ਸਾਲ ਦੇ। ਜਿੱਥੇ ਸ਼ਹਿਰ 'ਚ ਜਾ ਕੇ ਵੀ ਰਾਜੀ ਨੇ, ਸਰਵਿਸ ਵੀ ਸ਼ਹਿਰ ਦੀ ਹੈ, ਉੱਥੇ 1 ਨੰਬਰ ਦੇ ਦਿਓ ਸਾਲ ਦਾ, ਪਰ ਵੱਧ ਤੋਂ ਵੱਧ 30 ਨੰਬਰ। 20 ਨੰਬਰ ਜਿਹੜੀ ਉਹਨੇ ਕੋਈ ਐਕਸਟਰਾ ਕੁਆਲੀਫਿਕੇਸ਼ਨ ਹੈ, ਉਹਦੇ ਦਿਓ। ਸੋ ਤਜਰਬੇ ਦੇ ਨੰਬਰ, ਐਕਸਟਰਾ ਕੁਆਲੀਫਿਕੇਸ਼ਨ ਦੇ ਨੰਬਰ, ਅਕੈਡਮਿਕ ਅਚੀਵਮੈਂਟ ਦੇ ਨੰਬਰ, ਇਹ ਸਾਰੇ ਜੋੜ ਕੇ ਕ੍ਰਾਈਟੇਰੀਆ ਨਾਲ ਜਿਹੜਾ ਹਾਇਰ ਮੈਰਿਟ ਵਾਲਾ ਉਹ ਵੀ ਆਜੂ, ਜਿਹਦੀ ਸਰਵਿਸ ਜ਼ਿਆਦਾ ਉਹ ਵੀ ਆਜੂ, ਜਿਹਨੇ ਕੋਈ ਐਡੀਸ਼ਨਲ ਕੁਆਲੀਫਿਕੇਸ਼ਨ ਕਰਨੀ ਆ ਉਹਨੂੰ ਵੀ ਆਜੂ, ਸਾਰਿਆਂ ਦਾ ਹੋ ਜੂ। ਇਹ ਸਰਕਾਰ ਨੇ ਕੀ ਕਰਿਆ। ਹੈਗੇ ਤਾਂ ਬੜੇ ਮਹਾਰਥੀ। ਪ੍ਰਗਟ ਸਿੰਘ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਉਹਨੇ ਕੋਈ ਪਹਿਲਾਂ ਜ਼ਿਆਦਤੀ ਨਹੀਂ ਕਰੀ, ਉਹਨੇ ਬਾਅਦ 'ਚ ਗਲਤੀਆਂ ਕਰੀਆਂ ਨੇ। ਪਹਿਲਾਂ ਤਾਂ ਉਹਨੇ ਆਖਿਆ ਵੀ ਮੈਂ ਦਖਲਅੰਦਾਜ਼ੀ ਨਹੀਂ ਹੁੰਦੀ। ਪਹਿਲੀ ਗੱਲ ਤਾਂ ਬੋਲਡ ਹੋ ਕੇ 1168 ਪੋਸਟਾਂ ਐਡਵਰਟਾਈਜ਼ ਕਰ ਦੇਣੀਆਂ, ਕੋਈ ਛੋਟੀ ਗੱਲ ਨਹੀਂ ਸੀ। ਫਿਰ ਉਹਨੇ ਕਿਹਾ ਵੀ ਮੈਂ ਇੰਟਰਵਿਊ ਦੇ ਨੰਬਰ ਨਹੀਂ ਰੱਖਣੇ, ਕਿਉਂਕਿ ਇਹਦੇ 'ਚ ਹੇਰਾਫੇਰੀ ਹੋਊਗੀ। ਇਹ ਨੰਬਰ ਜਿਹੜੇ ਨੇ 1158 ਪੋਸਟਾਂ ਸੀਗੇ 58, ਹਾਂ 1158 ਸਾਲ, ਤੇ ਉਹਦੇ ਵਿੱਚ ਕਿ ਮੈਂ ਕੋਈ ਇੰਟਰਵਿਊ ਨਹੀਂ ਰੱਖਣੀ, ਇੰਟਰਵਿਊ 'ਚ ਪ੍ਰੈਸ਼ਰ ਪਏਗਾ, ਈਵਨ 5 ਨੰਬਰ ਨਹੀਂ ਰੱਖਣੇ। ਫਿਰ ਉਹਨਾਂ ਨੇ ਦੋਨਾਂ ਯੂਨੀਵਰਸਿਟੀਆਂ ਨੂੰ ਦਿੱਤਾ। ਜਦ ਤੁਸੀਂ ਦੋਨਾਂ ਯੂਨੀਵਰਸਿਟੀਆਂ ਨੂੰ ਦਿੱਤਾ ਤਾਂ ਯੂਨੀਵਰਸਿਟੀਆਂ ਦਾ ਕੰਮ ਸੀਗਾ ਵੀ ਠੀਕ ਰਿਕਰੂਟਮੈਂਟ ਕਰਦੇ, ਉਹਨਾਂ ਨੇ ਐਵੇਂ ਟਿਕਣੇ ਲਵਾ ਕੇ ਪਾਸ ਕਰਨ ਦੀ ਗੱਲ ਕਰ ਲਈ। ਕ੍ਰਾਈਟੇਰੀਆ ਉਹਨਾਂ ਨੇ ਬਣਾ ਕੇ ਦੇਣਾ ਸੀ ਕਿ ਜੇ ਐਂ ਨਹੀਂ ਹੈਗਾ, ਇਕੱਲਾ ਐਗਜ਼ਾਮ ਨਾ ਰੱਖੋ, ਤੁਸੀਂ ਜਿਹਦਾ ਤਜਰਬਾ ਹੈ, ਜਿਹਨੂੰ 20 ਸਾਲ ਹੋ ਗਏ ਗੈਸਟ ਫੈਕਲਟੀ 'ਚ ਪੜ੍ਹਾਉਂਦੇ, ਠੀਕ ਹੈ, ਉਹਦੇ ਕੋਲ ਡਿਗਰੀ ਛੋਟੀ ਹੋਏਗੀ, ਉਹ ਧੱਕੇ ਨਾਲ ਲੱਗਿਆ ਹੋਇਆ ਹੋ ਸਕਦਾ ਹੈ, ਉਹ ਆਰਬਿਟਰੇਰੀ ਲੱਗਿਆ ਹੋ ਸਕਦਾ ਹੈ। ਹੁਣ ਗੈਸਟ ਫੈਕਲਟੀ ਵਾਲੇ ਕੀ ਕਹਿੰਦੇ ਨੇ, ਨਹੀਂ ਜੀ ਅਸੀਂ ਤਾਂ ਦੁੱਧ ਧੋਤਿਆਂ, ਇਹ ਵੀ ਗਲਤ ਹੈ। ਇਹ ਕੰਪੀਟ ਵੀ ਕਰਦੇ, ਨਾਲ ਇਹਨਾਂ ਨੂੰ ਸਰਵਿਸ ਦੇ ਨੰਬਰ ਮਿਲਦੇ, ਤਾਂ ਕਿ ਜਿਹੜੇ ਨੇ, ਦੂਜੀ ਗੱਲ, ਜਿਹੜਾ ਬੰਦਾ ਉਸ ਵਕਤ ਬਹੁਤ ਹੀ ਹੁਸ਼ਿਆਰ ਵੀ ਹੋਵੇ, ਅੱਜ ਦੇ ਨਾਲ ਵਾਧੂ ਨੰਬਰ ਵੀ ਲਏ ਹੁਣ, ਜਿਹਨੂੰ 20 ਸਾਲ ਹੋ ਗਏ ਪੜ੍ਹਾਉਂਦੇ ਨੂੰ, ਉਹਨੂੰ ਮਕੈਨੀਕਲ ਜਾਂ ਪੇਪਰ ਕਰਨ 'ਚ ਥੋੜੀ ਦਿੱਕਤ ਆਏਗੀ, ਕਿਉਂਕਿ ਪੜ੍ਹਾਉਣਾ ਤੇ ਪੇਪਰ ਕਰਨਾ ਦੋਹਾਂ ਦਾ ਵੱਖਰਾ ਵੱਖਰਾ ਗੱਲ ਹੈ। ਸੋ ਇਸ ਕਰਕੇ ਤੁਸੀਂ ਅੱਜ ਤੋਂ 20 ਸਾਲ ਪੁਰਾਣੇ ਨੂੰ ਅੱਜ ਦੇ ਬਰਾਬਰ, ਇਹ ਤਾਂ ਗੱਲ ਹੋ ਗਈ ਵੀ ਇੱਕ ਬੰਦਾ ਹੋ ਗਿਆ 40 ਸਾਲ ਦਾ, ਇੱਕ 20 ਸਾਲ ਦਾ, ਦੋਹਾਂ ਨੂੰ ਕਹੋ ਬਰਾਬਰ ਭੱਜੋ। 40 'ਚ 20 ਵਾਲੇ ਬਰਾਬਰ ਨਹੀਂ ਭੱਜ ਸਕਦਾ। ਇਸ ਕਰਕੇ 40 ਵਾਲੇ ਦਾ ਆਪਦਾ ਤਜਰਬਾ ਹੈ, ਉਹਦੇ ਤਜਰਬੇ ਦੀ ਕਦਰ ਕਰੋ। 20 ਵਾਲੇ ਕੋਲੇ ਸਰੀਰਕ ਤਾਕਤ ਹੈ, ਉਹਦੀ ਵੀ ਕਦਰ ਕਰੋ। ਸੋ ਕੋਈ ਨਾ ਕੋਈ ਵਿੱਚ ਵਿਚਾਲਾ ਮੇਲ ਕੱਢਣਾ ਹੁੰਦਾ, ਉਹ ਸਰਕਾਰ ਨੇ ਨਹੀਂ ਕੱਢਿਆ, ਸਰਕਾਰ ਦੇ ਸਕੱਤਰ ਨੇ ਨਹੀਂ ਕੱਢਿਆ, ਇਹਨਾਂ 1158 ਪੋਸਟਾਂ ਵਾਸਤੇ ਨਾ ਕੱਢਿਆ ਯੂਨੀਵਰਸਿਟੀਆਂ ਨੇ। ਦੂਜੀ ਗੱਲ ਗਲਤੀ ਇਹ ਸੀ, 1158 ਤੁਸੀਂ ਇਕੱਠੀਆਂ ਭਰਤੀ ਕਰਨੀਆਂ ਸ਼ੁਰੂ ਕਰਤੀਆਂ, ਮੁੜ ਕੇ 25 ਸਾਲ ਫੇਰ ਨਹੀਂ ਭਰਤੀ ਹੋਣੀ। ਮੈਂ ਜਿਹੜੀ ਗੱਲ ਕਹਿਣਾ ਹੋਰ ਕਹਿਣਾ, ਤੁਸੀਂ ਉਹਨੂੰ ਦੂਜੇ ਪਾਸੇ ਲੈਂਦੇ ਹੋ। ਗੈਸਟ ਫੈਕਲਟੀ, ਤੁਸੀਂ ਤਾਂ ਉਹ ਗੈਸਟ ਫੈਕਲਟੀ ਦੀ ਗੱਲ ਕਰਦੇ ਹੋ। 938 ਹੈਗੇ ਸੀ, ਉਹ ਕਿਹਨੇ ਕਹਿੰਦਾ ਵੀ 938 ਦਾ ਉੱਥੇ ਰਹਿਣਾ ਹੱਕ ਹੈ? ਆਈ ਡੋਂਟ ਐਗਰੀ, ਬਿਲਕੁਲ ਨਹੀਂ। ਫਿਰ ਤਾਂ ਲੋੜ ਹੀ ਨਹੀਂ ਸੀ, ਫਿਰ ਤਾਂ ਉਹਨਾਂ ਨੂੰ ਰੈਗੂਲਰ ਕਰ ਦਿੰਦੇ। ਇਹ ਗਲਤ ਹੈ, ਉਹ ਕੁਆਲੀਫਾਈ ਨਹੀਂ ਕਰਦੇ ਸੀ, ਉਹਨਾਂ ਨੂੰ ਟੈਸਟ ਦੇਣਾ ਚਾਹੀਦਾ ਸੀ, ਉਹਨਾਂ ਨੂੰ ਕੰਪੀਟ। ਪਰ ਹਾਂ, ਉਹਨਾਂ ਦੀ ਸਰਵਿਸ ਦਾ ਕਦਰ ਕਰਨੀ ਚਾਹੀਦੀ ਸੀ। ਆਈ ਡੋਂਟ ਐਗਰੀ ਵਿਦ ਇਟ ਕਿ 968 ਹੈਗੇ ਸੀ ਜੀ, ਉਹਨਾਂ ਨੂੰ 38 ਜਾਂ ਜਿੰਨੇ ਵੀ ਨੇ ਵੀ ਉਹਨਾਂ ਨੂੰ ਤਾਂ ਇੱਦਾਂ ਹੀ ਰੈਗੂਲਰ ਕਰ ਦਿਓ, ਫਿਰ ਤਾਂ ਸੌਖਾ ਹੀ ਕੰਮ ਹੈ। ਉਹ ਇਸ ਚੀਜ਼ ਨੂੰ ਲੈ ਕੇ ਰੌਲਾ ਪਾ ਰਹੇ ਨੇ ਕਿ ਪਾਈ ਜਾਣ, ਰੌਲਾ ਤਾਂ ਹਰੇਕ ਹੀ ਪਾਉਂਦਾ, ਰੌਲਾ ਤਾਂ ਹਰੇਕ ਹੀ ਪਾਏਗਾ, ਰੌਲਾ ਕੌਣ ਨਹੀਂ ਪਾਉਂਦਾ? ਜਿਹੜੇ ਬੱਚੇ ਨੇ ਉਹਨਾਂ ਨੂੰ ਨਹੀਂ ਪੜ੍ਹਾਉਣਾ, ਇਹ ਗਲਤ ਗੱਲ ਹੈ।
ਰੌਲਾ ਪਾਉਣ ਨੂੰ ਜੇ ਤੁਸੀਂ ਕਹੋਗੇ ਮੀਡੀਆ ਵਾਲੇ ਵੀ ਰੌਲਾ ਕਿਉਂ ਪਾਉਂਦੇ ਨੇ, ਰੌਲਾ ਤਾਂ ਪਾਉਣਾ ਬੜਾ ਸੌਖਾ, ਕੋਈ ਜਵਾਕ ਭਾਂਡੇ ਭੰਨੀ ਜਾਵੇ ਘਰ ਦੇ ਵੀ ਮੈਂ ਤਾਂ ਨਸ਼ਾ ਕਰਨਾ, ਫਿਰ ਕੀ ਕਰੋਗੇ? ਸੋ ਐਂ ਨਹੀਂ ਹੁੰਦਾ। ਜਿਹੜੀ ਜਾਇਜ਼ ਗੱਲ ਹੈ ਤੁਹਾਨੂੰ ਸਮਾਜ ਤੋਂ ਦੇਖਣੀ ਪੈਗੀ। ਮੈਂ ਅਕੈਡਮਿਕ 'ਚ ਰਿਹਾ, ਮੈਂ ਅਕੈਡਮਿਕ ਐਡਮਿਨਿਸਟ੍ਰੇਸ਼ਨ 'ਚ ਰਿਹਾ, ਐਂ ਤਾਂ ਸਾਡੇ ਕੋਲ ਆ ਕੇ ਰੌਲਾ ਪਾਉਣ ਲੱਗ ਜਾਣਗੇ ਵੀ ਮੇਰੇ ਨੰਬਰ ਘੱਟ ਨੇ, ਮੈਨੂੰ ਦਾਖਲਾ ਦਿਓ ਜੀ, ਫਿਰ ਅਸੀਂ ਦਾਖਲਾ ਦੇ ਦਾਂਗੇ। ਕੋਈ ਕਹੂਗਾ ਜੀ ਮੈਂ 2 ਵਾਰੀ ਫੇਲ ਹੋ ਗਿਆ, ਮੈਨੂੰ ਤਾਂ ਪਾਸ ਕਰੋ ਜੀ, ਨਹੀਂ ਤਾਂ ਦੋਸ਼ ਲਾ ਦੂ ਵੀ ਤਾਂ ਮੈਨੂੰ ਜਾਣ ਕੇ ਫੇਲ ਕਰਦਾ। ਮੈਂ ਵੀ ਪ੍ਰੋਫੈਸਰ ਰਿਹਾ ਮੈਡੀਕਲ ਕਾਲਜ ਦਾ, ਐਦਾਂ ਨਹੀਂ ਹੁੰਦਾ ਵੀ ਨਹੀਂ ਜੀ ਰੌਲਾ ਪਾਉਂਦੇ ਨੇ, ਰੌਲਾ ਤਾਂ ਰੋਜ਼ ਹੀ ਪਾਉਂਦੇ ਨੇ ਲੋਕ। ਆ ਮੇਰੇ ਮੈਡੀਕਲ ਕਾਲਜ 'ਚ ਹੜਤਾਲ ਕਰਤੀ, ਮੈਂ ਯੂਨੀਵਰਸਿਟੀ ਰਜਿਸਟਰਾਰ ਸੀ, ਉਹੀ ਝੂਠੀ ਜਿਹੀ ਹੜਤਾਲ ਕਰਤੀ ਪ੍ਰੋਫੈਸਰਾਂ ਦੇ ਕਹੇ ਤੋਂ। ਮੈਂ ਪੁੱਛਿਆ ਦੱਸੋ ਕਿਵੇਂ ਕਰਦੇ ਹੋ? ਆਹ ਦੱਸੋ ਕਾਨੂੰਨ, ਘੰਟੇ 'ਚ ਹੜਤਾਲ ਫੇਰ। ਐਂ ਥੋੜ੍ਹਾ ਹੁੰਦਾ ਵੀ ਰੌਲਾ ਪਾਉਂਦੇ ਨੇ ਆਪਾਂ ਉਹਦੇ ਨਹੀਂ ਮੰਨ ਲਓ। ਰੌਲਾ ਪਾਉਣ ਦਾ ਸਵਾਲ ਨਹੀਂ ਹੈ, ਰੌਲਾ ਪਾਈ ਜਾਵੇ ਕੋਈ, ਜਿਹਨੇ ਧਰਨੇ ਕਰਨੇ ਕਰੇ, ਪਰ ਜਾਇਜ਼ ਗੱਲ ਹੋਵੇ। ਨਾ ਸਰਕਾਰ ਨੇ ਜਾਇਜ਼ ਕਰੀ ਹੈ, ਗੈਸਟ ਫੈਕਲਟੀ ਕਹਿੰਦੀ ਹੈ ਵੀ ਸਾਨੂੰ ਰੱਖੋ ਜੀ, ਸਾਨੂੰ ਇੰਨੇ ਸਾਲ ਹੋ ਗਏ ਪੜ੍ਹਾਉਂਦੇ ਨੂੰ, ਉਹਨੂੰ ਪੁੱਛੋ ਤੁਹਾਡੇ ਕੋਲ ਕੁਆਲੀਫਿਕੇਸ਼ਨ ਹੈਗੀ? ਕੱਲ੍ਹ ਨੂੰ ਜੇ UGC ਨੇ ਇਹ ਕਹਿਤਾ ਵੀ ਇਹ ਕੁਆਲੀਫਾਈਡ ਨਹੀਂ ਹੈਗੇ, ਕਿਉਂਕਿ ਗੈਸਟ ਦੇ ਤੌਰ ਤੇ UGC ਇੰਟਰਫੇਅਰ ਨਹੀਂ ਕਰਦੀ, ਜੇ ਤੁਸੀਂ ਰੈਗੂਲਰ ਭਰਤੀ ਕਰਦੇ ਹੋ। ਜੇ ਕੱਲ੍ਹ ਨੂੰ AG ਨੇ ਆਡਿਟ ਆਬਜੈਕਸ਼ਨ ਲਾਤਾ ਕਿ ਜੀ ਇਹ ਤਾਂ ਕੁਆਲੀਫਾਈਡ ਹੀ ਨਹੀਂ ਸੀ, ਤੁਸੀਂ ਇਹਨਾਂ ਨੂੰ ਤਨਖਾਹ ਕਿਵੇਂ ਦੇਈ ਜਾਂਦੇ ਹੋ? ਜੇ ਕੱਲ੍ਹ ਨੂੰ UGC ਨੇ ਕਹਿਤਾ ਕਿ ਤੁਹਾਡਾ ਤਾਂ ਅਸੀਂ ਕਾਲਜ ਹੀ ਨਹੀਂ ਰਿਕੋਗਨਾਈਜ਼ ਕਰਦੇ, ਫਿਰ ਆਇਆਂ ਦਾ ਕੀ ਫਾਇਦਾ? ਆਪਾਂ ਇਦਾਂ ਨਾ ਗੱਲ ਕਰੀਏ ਵੀ ਆਪਾਂ ਵੀ ਨਹੀਂ ਜੀ ਧੱਕਾ ਜੀ ਫਲਾਣਾ ਜੀ। ਜਦ ਅਸੀਂ ਇੱਕ ਕ੍ਰਾਈਟੇਰੀਆ ਬਣਾ ਕੇ ਕਰਦੇ ਹਾਂ, ਕੱਲ੍ਹ ਨੂੰ ਜੇ UGC ਕੋਈ ਕਹਿ ਸਕਦਾ ਵੀ ਫਿਰ ਜਿਹੜਾ ਤੁਸੀਂ ਆਹ ਕ੍ਰਾਈਟੇਰੀਆ ਕਹਿ ਰਹੇ ਹੋ ਇਹਦੇ ਨਾਲ ਹੀ, ਜਦ ਤੁਸੀਂ ਵੈਲ ਥਾਟ ਆਫ ਕ੍ਰਾਈਟੇਰੀਆ ਬਣਾਉਣੇ ਹੋ, UGC ਰੱਦ ਕਰ ਦਿੰਦੀ ਆ ਮੰਨ ਲਓ, ਪਹਿਲੀ ਗੱਲ ਤਾਂ ਨਹੀਂ ਕਰੇਗੀ ਵੀ ਯਾਰ ਇਹਨਾਂ ਨੇ ਸੋਚ ਸਮਝ ਕੇ ਬਣਾਇਆ, ਕੋਈ ਗੱਲ ਨਹੀਂ, ਸਾਰੇ ਪਾਸੇ ਦੇਖੇ ਨੇ। ਦੂਜੀ ਗੱਲ, ਜੇ UGC ਉਹਦੇ ਤੇ ਸਟੈਂਡ ਲੈ ਵੀ ਲਵੇ, ਤੁਸੀਂ ਕੋਰਟ 'ਚ ਜਾ ਕੇ ਜਿੱਤੇ ਜਾਂਦੇ ਹੋ। ਅਸੀਂ ਜਿੱਤੇ ਕਿੰਨੇ ਵਾਰੀ ਇਦਾਂ ਦੇ ਕੇਸ, ਉਹਨਾਂ ਨੇ ਕਹਿਣਾ ਕਿ ਜੀ ਇਹ ਤਾਂ ਗਲਤ ਕਰਿਆ ਸੀ, ਕਹਿਣਾ ਜੀ ਆਹ ਸਾਡੇ ਰੀਜ਼ਨ ਨੇ, ਅਸੀਂ ਐਸ ਕਰਕੇ ਕਰਿਆ। ਇੱਕ ਉਦਾਹਰਨ ਦਿੰਦਾ ਮੈਂ ਤੁਹਾਨੂੰ, ਬਿਲਕੁਲ ਪੈਰਲਲ। ਅਸੀਂ MD 'ਚ ਐਡਮਿਸ਼ਨ ਕਰਨੀ ਸੀ, ਅਸੀਂ ਨੰਬਰ ਘਟਾਤੇ ਕੁਝ ਸਬਜੈਕਟਾਂ ਦੇ, ਕਿਉਂਕਿ ਸਾਨੂੰ ਉਹਨਾਂ 'ਚ ਮਿਲ ਨਹੀਂ ਰਹੇ ਸੀ ਬੱਚੇ, ਤੇ ਉਦੋਂ ਅੱਗੇ ਸਾਨੂੰ ਟੀਚਰ ਨਹੀਂ ਬਣਦੀ, ਕਿਉਂਕਿ ਜਿਹੜੇ ਸਬਜੈਕਟ ਦਾ ਬੰਦਾ ਪੜ੍ਹਨਾ ਹੀ ਨਹੀਂ, MD ਨਹੀਂ ਕਰਨੀ, ਤੇ ਉਹਦਾ ਟੀਚਰ ਕਿੱਥੋਂ ਮਿਲਣਾ? ਅਸੀਂ ਨੰਬਰ ਘਟਾਤੇ, ਤੇ ਨੰਬਰ ਘਟਾ ਕੇ ਇੱਥੇ ਹਾਈ ਕੋਰਟ ਨੇ ਸਾਡਾ ਰੱਦ ਕਰ, ਨੰਬਰ ਘਟਾ ਤੇ ਇੱਕ ਰਿਜ਼ਰਵੇਸ਼ਨ ਦਾ ਮਾਮਲਾ ਸੀ, ਉਹ ਕਹਿੰਦੇ ਤੁਸੀਂ ਕਰ ਨਹੀਂ ਸਕਦੇ, ਅਸੀਂ ਕਹਿੰਦੇ ਸੀ ਅਸੀਂ ਕਰ ਸਕਦੇ ਹਾਂ। ਉਦੋਂ ਬਾਅਦ ਹਾਈ ਕੋਰਟ ਨੇ ਸਾਡੇ ਅਗੇਂਸਟ ਕਰਤਾ ਸੀ, ਸੁਪਰੀਮ ਕੋਰਟ ਜਾ ਕੇ ਪਹਿਲੀ ਪੇਸ਼ੀ ਸਟੇ ਲਈ 11 SLP ਪਈਆਂ ਸੀ, ਕਿਸੇ ਨੂੰ ਸਟੇ ਨਹੀਂ ਮਿਲੀ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਵੀ ਲਿਖਣਾ ਕੀ ਹੈ। ਤਿਆਰ ਤਾਂ ਉਹ ਵੀ ਵਕੀਲਾਂ ਨੇ ਕਰੀਆਂ ਹੋਣਗੀਆਂ, ਮੈਂ ਆਪ ਜਾ ਕੇ ਕਰਾਈ, ਮੈਂ ਸਰਕਾਰ 'ਚ ਸੀਗਾ। ਪਹਿਲੀ ਪੇਸ਼ੀ ਚੀਫ ਜਸਟਿਸ ਸਾਹਿਬ ਦੇ ਕੇਸ ਹੈਗਾ, ਪਹਿਲੀ ਪੇਸ਼ੀ ਅਸੀਂ ਸਟੇ ਲਗੇ। ਅਸੀਂ ਇੱਕ ਬੜਾ ਵੱਡਾ ਨਾਮੀ ਗ੍ਰਾਮੀ ਵਕੀਲ, ਜਿਹਨੇ ਸਾਨੂੰ 15 ਮਿੰਟ ਦੀ ਰਾਏ ਉਸ ਵਕਤ 2000 'ਚ 11,000 ਰੁਪਇਆ ਲੈ ਕੇ ਦਿੱਤੀ, 15 ਮਿੰਟ ਦੀ ਰਾਏ, 11,000 ਰੁਪਇਆ ਸਰਕਾਰ ਦਾ ਅਸੀਂ ਜਮ੍ਹਾਂ ਕਰਾਇਆ। ਕਹਿੰਦੇ ਤੁਹਾਡੇ ਕੇਸ ਜਾਣ ਨਹੀਂ। ਮੈਂ ਜੀ ਆਹ ਪੁਆਇੰਟ ਯੂ ਮੇ ਐਜੀਟੇਟ, ਉਹ ਸਾਡੇ ਵਕੀਲ ਵੀ ਨਹੀਂ ਬਣੇ, ਉਹ ਦੂਜੀ ਪਾਰਟੀ ਦੇ ਵਕੀਲ ਬਣ ਗਏ, ਅਸੀਂ ਉਹਨਾਂ ਨੂੰ ਹਰਾ ਕੇ ਆਏ। ਜਿਨ੍ਹਾਂ ਨੂੰ ਸਾਡਾ ਸਾਰਾ ਭੇਦ ਪਤਾ ਸੀ, ਜਿਨ੍ਹਾਂ ਨੂੰ ਅਸੀਂ ਦੱਸਤਾ ਵੀ ਅਸੀਂ ਇਸ ਪੁਆਇੰਟ ਤੇ ਐਜੀਟੇਟ ਕਰਾਂਗੇ, ਇਹਦੇ ਬਾਵਜੂਦ ਅਸੀਂ ਉਹਨਾਂ ਨੂੰ ਹਰਾ ਕੇ ਆਏ। ਉਹਨਾਂ ਨੂੰ ਅਸੀਂ ਆਫਰ ਕਰਕੇ ਵਕੀਲ ਬਣ ਜਾਓ, ਭਾਵੇਂ ਜਿੰਨੇ ਪੈਸੇ ਨਾਲ ਲੜੋ, ਸਰਕਾਰ ਨੇ ਖੁਦ ਦਿੱਤੀ ਹੋਈ ਸੀ ਵੀ ਆਪਾਂ ਕੇਸ ਜਿੱਤਾਂ, ਅਸੀਂ ਜਿੱਤ ਕੇ ਆਏ। ਸੋ ਐਂ ਨਹੀਂ ਹੁੰਦਾ। ਜਦ ਤੁਸੀਂ ਫਿਰ ਉਹ ਨੰਬਰਾਂ ਵਾਲੀ ਗੱਲ ਦੇ ਉੱਤੇ ਮੈਨੂੰ ਕਹਿੰਦੇ ਕਿ ਮੈਂ ਕਿਹਾ ਜੀ ਇਹ ਤਾਂ ਅਸੀਂ ਬੇਨਤੀ ਕਰਾਂਗੇ ਕਿ ਜੀ ਹੁਣ ਸਾਨੂੰ ਸਰਦਾ ਨਹੀਂ ਹੈ, ਅਸੀਂ ਇੱਥੇ, ਉਹਨਾਂ ਨੇ ਰਿਮਾਂਡ ਕਰਤਾ ਕੇਸ, ਇੱਕ ਪਾਰਟ ਸਾਡਾ ਮੰਨ ਲਿਆ, ਦੂਜੇ ਪਾਰਟ ਤੇ ਹਾਈ ਕੋਰਟ ਨੂੰ ਰਿਮਾਂਡ ਕਰਤਾ। ਉਹ ਬੱਚੇ ਜਿਹੜੇ ਘੱਟ ਨੰਬਰਾਂ ਵਾਲੇ ਸੀ ਮੇਰੇ ਕੋਲ ਆਏ, ਸਰ ਤੁਸੀਂ ਮੇਰੇ ਹੱਕ 'ਚ ਸਾਡੇ 'ਚ ਪੂਰੀ ਕਹੋ। ਮੈਂ ਕਿਹਾ ਯਾਰ ਤੁਹਾਨੂੰ ਆਉਣ ਦੀ ਕੀ ਲੋੜ ਹੈ, ਤੁਸੀਂ ਤਾਂ ਬੇਵਕੂਫ ਹੈ, ਤਾਂ ਮੈਂ ਤੁਹਾਨੂੰ ਅਕਲ ਹੀ ਨਹੀਂ ਹੈ। ਜਿਹੜੀ ਸਰਕਾਰ ਪਹਿਲਾਂ ਹੀ ਅਸੀਂ ਸਰਕਾਰ ਦੇ ਬਤੌਰ ਇੱਕ ਸਟੈਂਡ ਲਿਆ ਹੋਇਆ ਹੈ, ਹੁਣ ਅਸੀਂ ਉਹਦੇ ਉਲਟ ਥੋੜ੍ਹਾ ਲਵਾਂਗੇ। ਇਹ ਤਾਂ ਪ੍ਰਗਟ ਸਿੰਘ ਦੀ ਸਰਕਾਰ ਤਾਂ ਲੈ ਸਕਦੀ ਹੈ ਉਲਟ ਸਟੈਂਡ। ਮੈਂ ਜਿਸ ਵੇਲੇ 'ਚ ਕੰਮ ਕਰਿਆ ਉਦੋਂ ਸਰਕਾਰਾਂ ਐ ਸਟੈਂਡ ਨਹੀਂ ਲੈਂਦੀਆਂ ਸੀ ਵੀ ਜੋ ਮਰਜ਼ੀ ਕਰ ਦੋ। ਅਦਾਲਤਾਂ ਦਾ ਆਦਰਮਾਨ ਹੈ, ਅਦਾਲਤਾਂ ਸਭ ਤੋਂ ਉੱਪਰ ਨੇ। ਸੋ ਅਸੀਂ ਹਾਈ ਕੋਰਟ 'ਚ ਫਾਈਲ ਕਰਤਾ ਕਿ ਜੀ ਹਾਈ ਕੋਰਟ ਜੋ ਮਾਨਯੋਗ ਫੈਸਲਾ ਕਰੀਏ ਅਸੀਂ ਲਾਗੂ ਕਰ ਦਾਂਗੇ। ਵੈਸੇ ਸਾਡੀ ਆਹ ਦਿੱਕਤ ਹੈ, ਅਸੀਂ ਇਸ ਕਰਕੇ ਕਰੇ ਨੇ। ਹਾਈ ਕੋਰਟ ਕਹਿੰਦਾ ਠੀਕ ਹੈ, ਸਾਡੀ ਗੱਲ ਮੰਨ ਲਈ। ਸੋ ਮੈਂ ਤਾਂ ਕਹਿਣਾ, ਜੇ ਤੁਸੀਂ ਕ੍ਰਾਈਟੇਰੀਆ ਬਣਾਇਆ ਹੋਵੇ, ਫਾਈਲ ਤੇ ਲਿਖਿਆ ਹੋਵੇ ਅਸੀਂ ਕਿਉਂ ਕਰਿਆ, ਕਿਹੜੀ ਗੱਲ ਕਰਕੇ ਕਰਿਆ, ਫਿਰ ਇਹ ਤਾਂ ਰੌਲਾ ਪਾਉਂਦੇ ਐ ਕਰੋ, ਇਹਨਾਂ ਨੂੰ ਕਹਿ ਦਿਓ ਵੀ ਤੁਸੀਂ ਬਣਾ ਕੇ ਦਿਖਾਓ। ਇੰਨਾ ਸੌਖਾ ਨਹੀਂ ਹੈ, ਕਿਉਂਕਿ ਰੌਲਾ ਪਾਉਣਾ। ਤੇ ਤੁਸੀਂ ਬੇਸ਼ੱਕ ਗੈਸਟ ਫੈਕਲਟੀ ਦੇ ਵਾਸਤੇ ਕਹਿਣਾ ਹੋਵੇ, ਮੈਂ ਬਿਲਕੁਲ ਨਹੀਂ ਇਸ ਤਰ੍ਹਾਂ ਕਹਾਂਗਾ। ਮੈਂ ਇਹ ਕਹਿਣਾ ਵੀ ਇਹ ਸਾਰੀ ਭਰਤੀ ਨਜਾਇਜ਼ ਹੋਈ ਹੈ, ਇਹਦੇ 'ਚ ਕੁਝ ਬੰਦੇ ਜਾਇਜ਼ ਹੋਣਗੇ, 80% ਬੰਦੇ ਜਾਇਜ਼ ਹੋ ਸਕਦੇ ਨੇ, ਪਰ ਕਿਉਂਕਿ ਜਦ ਰੌਲਾ ਪੈ ਗਿਆ, PMT ਦਾ ਪੇਪਰ ਲੀਕ ਹੋ ਗਿਆ, ਇਹ ਥੋੜਾ ਵੀ ਸਾਰਿਆਂ ਨੇ ਲੀਕ, ਸਾਰਿਆਂ ਨੇ ਉਹ ਪੇਪਰ ਲੀਕ ਵਾਲਾ ਕਰਿਆ ਸੀ, ਪਰ ਰਿਜ਼ਲਟ ਸਾਰਾ ਕੈਂਸਲ ਹੋਇਆ ਸੀ, ਦੁਬਾਰਾ ਪੇਪਰ ਹੋਇਆ ਸੀ। ਇਹ 2005 ਦੀ ਗੱਲ ਹੈ, ਮੈਂ ਤਾਂ 2006 'ਚ ਗਿਆ ਸੀ। ਹਾਂਜੀ, ਜਦੋਂ ਆਪਾਂ ਗੱਲ ਕਰਦੇ ਆ, ਜਦੋਂ ਇਹ
ਪੇਰੈਂਟਸ ਟੀਚਰ ਐਸੋਸੀਏਸ਼ਨ ਬਣੀ ਸੀ, ਕਮੇਟੀਆਂ ਬਣੀਆਂ ਸੀ ਪਿੰਡਾਂ ਦੇ ਵਿੱਚ, ਤੇ ਉਹਦੇ ਵਿੱਚ ਵਾਕਈ ਜਿਵੇਂ ਤੁਸੀਂ ਕਹਿ ਰਹੇ ਵਾਕਈ ਧਾਂਦਲੀ ਹੋਈ ਸੀ। ਧਾਂਦਲੀ ਕੀ ਹੋਈ ਸੀ, ਸਰਪੰਚ ਵਿੱਚ ਹੁੰਦਾ ਸੀ ਉਸ ਕਮੇਟੀ ਦੇ ਪਿੰਡ ਦਾ, ਤੇ ਉਹਦੇ ਨਾਲ ਕੀ ਹੁੰਦਾ ਸੀਗਾ ਕਿ ਉਹ ਆਪਣੇ ਧੜੇ ਦੇ ਚਾਹੇ ਕੁਆਲੀਫਾਈ ਕਰਦਾ ਚਾਹੇ ਨਹੀਂ ਕਰਦਾ ਸੀ, ਭਰਤੀ हाँ ਕਰਨੀ। यही मैं कहना क्योंकि मेरा क्यों तजर्बा है, मैं टीचिंग कम्युनिटी ਨਾਲ बहुत डील करिया है। मैं गुरदासपुर सीनियर मैडिकल अफसर सी, जी मैटरनिटी लीव 90 दिन की होंगी, उदों 90 दिन की असीं एक्सटेंड कर सकते सी। मैं सोचा यार असीं बच्चे वास्ते माँ वास्ते तो मैटरनिटी, बच्चा भी बीमार हो कर दो एक्सटेंड, क्योंकि साडे कोल फुल पावर सी। मैं जिहदा बच्चा बीमार है 90 दिन एक्सटेंड कर देनी है, जिहदा वड्डा ऑपरेशन है असीं 90 दिन दे देनी है, जिहदा छोटा हो उहनूं 45 दिन दे देनी है एक्सटेंशन। अगों सिविल सर्जन ने तो कागज साइन करना होंदा, वो एक्सैप्ट करते सी जो ऐसा मैंने लिखता, क्योंकि हस्पताल ने देना सर्टिफिकेट भी हाँ इन्हूं ट्रीटमेंट की लोड़ है। सिविल सर्जन सर्टिफिकेट नहीं ना, सिविल सर्जन उस सर्टिफिकेट के बेस के आधार से करता है। तो मैनू 2-3 महीनों बाद बंदियां ने आके दसिया, मेरे तो सारे सूए होंगे ने, कहते डॉक्टर साहब तुसीं तो पुण्य कर रहे हो, ये तो काम ही उल्ट हो गया। मैं कहा वो की, कहना जेडे टीचर ने ये स्कूल का मास्टर हैडमास्टर या प्रिंसीपल लगा सकता है कच्चे, लीव वैकेंसी कहते हैं इहनूं, कहना वो ला लैंदा है। ते ये जेडे टीचर मैटरनिटी लीव ते जांदी है वो तो सारी तनख्वाह लैंदी है, 180 दिन तो तुहाडे कोलों लै लैंदे 90 करके, ते 60 दिन की छुट्टी मैडिकल वगैरह होर लै लैंदे ने, 240 दिन जिहदे पूरे हो गए उन्होंने रेगूलर करना पैंदा है, तो वो तो 10-20 हज़ार रुपया भी लैंदे ने भी तैनूं रेगूलर कराया। ये स्कूल टीचर की गल दस रहा मैं कोई एवं नहीं कह रहा, हवा चो नहीं कह रहा। धरने तो बथेरे मारते हैं, धरने मारने वाले मैं बहुत देखे ने, झूठे सर्टिफिकेट बथेरे लेके आते हैं। ये भुलेखा ना रखना, ये प्रगट सिंह होरी अज दे प्रैशर नाल थोड़ो कम होंदे ने। बच्चे कहते हैं प्रैशर पाया साडे कोल धरने मारे भी सानू पास करो जी, 600 बच्चे तो 450 बच्चा फेल हो गया। धरने मुजाहरे करन बड़ा पोलीटिकल प्रैशर कांग्रसियां दा उन्हां दे पिछे, कांग्रेस दी सरकार, कांग्रसियां दे कालज, मैं रजिस्ट्रार सी उन्हां दिनां च, वाइस चांसलर दा चार्ज भी मेरे कोल सी। मैं कहा ना बिल्कुल नहीं पास हो सकते, जोर लगा लिया। मैनू फोन आ गया, मिनिस्टर ने फोन कराया, मैं इत्थे चंडीगढ़ आया सी, ते मेरा कुलीग सी जॉइंट डायरैक्टर ने फोन कहा, कहना डॉक्टर साहब तुहानू बुलाया मिनिस्टर ने, पता सी सब नूं गल की है। कहना की करोगे, मैं प्यार लाल गर्ग विल नॉट साइन दी डिग्री। कहना सच्ची, मैं कहा रेजिग्नेशन आ पिया, इन्हों कहो। वो ठीक है, सरकार को पता लग गया, मैं सारा दसता भी ये करोगे की। अज तुसीं BDS का रिजल्ट रिवाइज करते हो, कल नूं MBBS का करोगे, परसों नर्सिंग का करोगे, चौथे नूं तुसीं PTU का करोगे, पंजवें नूं तुसीं PAU का करोगे, चौथे नूं 6वें नूं तुसीं गुरु नानक देव का करोगे, फिर पंजाबी यूनिवर्सिटी करोगे, फिर बोर्ड का करोगे, फिर टैक्नीकल बोर्ड का करोगे, कित्थे कित्थे पटारा खोल के रखोगे, फिर उन्हां नूं पास करोगे तुसीं। सरकार ने कहा भी दोबारा इम्तिहान लै लो। मैं हाँ वो तो लेना ही है, कहते जल्दी ले लो। मैं कहा जल्दी ले लें, जे हुण मैं जल्दी इम्तिहान ते करांगा तो गलत होवांगा, पर जे मैं ये गलती नहीं ये करिया, धरने मुजाहरे थोड़े गल वो कहते असीं ऐ करांगे जी। मैं कहा थोड़े धरने मुजाहरे करने आते हैं, थोड़े गल मैनू नहीं कराने आते। ये भुलेखा छड्ड दो भी कल्ले धरने मुजाहरे सब कुछ करते हैं। धरने मुजाहरे मॉरल स्ट्रेंथ होनी चाहिए है, थोड़ा वैलिड पॉइंट होना चाहिए। यही तो साढ़े समस्या है भी झूठे धरने मुजाहरे करी जाओ तो भी कोई गल नहीं, क्योंकि धरना मुजाहरा जी ऐ नहीं है। सो इस करके कल नूं कोई कह दूगा भी 10वीं पास नूं ला दो जी डॉक्टर, क्योंकि धरना मुजाहरा करता हो, फिर उन्होंने ला दोगे। ਇਹ ਹੋਇਆ ਨਹੀਂ ਪਿੰਡਾਂ ਦੇ ਵਿੱਚ। मैं ਤੁਹਾਨੂੰ सवाल पुछदा भी ये गैस्ट फैकल्टी धरने मुजाहरे कर रही है, ਜਿਹੜੇ चुने गए जे वो पैरल धरने मुजाहरे करन लग गए, दोवां दी लड़ाई होऊ कि नहीं होऊ? वो चुने नहीं गए, उन्हां दा कोई राइट नहीं। मैं कहना गलत चुने, उन्हां दा तो कोई कसूर नहीं ना, उन्होंने तो इम्तिहान देता, वो चुने गए, वो गलत चुने गए चाहे, पर कैंडीडेट तो किन्ने कुछ होणगे? 1158 चों मान लो 200 कैंडीडेट है जिन्हें हेराफेरी करी होवे, मान लो आपां, पर 958 तो ठीक ने फिर भी। उन्होंने क्यों ना राइट? अगली गल वो कहते जी असं क्वालीफाइड फिरने, पोस्टां तुसीं सारियां भर्तियां कंपीटीशन तुसीं कराउंदे नहीं, फिर असीं खुद छल मारीए। तुहानूं मैं दसदा सिमिलर सिचुएशन आई मेरे सामने। मैं आपदी एसोसीएशन का लीडर सी, ਜਿਹੜੇ ਅਸੀਂ ਇਨ ਸਰਵਿਸ ਜਿਵੇਂ ਆ ਗੈਸਟ ਫੈਕਲਟੀ ਹੈ, ਅਡਾਕ ਤੇ ਲੱਗੇ ਨੇ, ਟੈਂਪਰੇਰੀ ਲੱਗੇ ਨੇ, ਸਰਕਾਰ ਤੋਂ ਅਸੀਂ ਕਰਾਤਾ ਵੀ MD 'ਚ ਐਡਮਿਸ਼ਨ ਪਹਿਲਾਂ ਇਹਨਾਂ ਨੂੰ ਦਿੱਤੀ ਜਾਵੇ।
ਇਨਰਿਸਪੈਕਟ ਆਫ ਦੀ ਮਾਰਕਸ ਐਡਮਿਸ਼ਨ ਮਿਲਣ ਲੱਗ ਗਈ। ਉਹ ਫਰੈਸ਼ਰ ਦਾ ਜਿਹੜਾ ਗੋਲਡ ਮੈਡਲ ਉਹਨੂੰ ਬਣਾ ਐਡਮਿਸ਼ਨ ਮਿਲੇ। 2 ਸਾਲ 'ਚ ਸਾਨੂੰ ਖੁਦ ਰਿਅਲਾਈਜ਼ ਹੋਇਆ ਯਾਰ ਇਹ ਤਾਂ ਬਹੁਤ ਔਖਾ ਹੈ। ਇੱਕ 84 'ਚ ਅਸੀਂ ਕਰਾਇਆ ਸੀ, 86 'ਚ ਮੈਂ ਬੈਠਾ ਮੈਸ 'ਚ ਖਾਣਾ ਖਾ ਰਿਹਾ ਸੀ, ਬੰਦੇ ਮੇਰੇ ਕੋਲ ਆਏ ਕਹਿੰਦੇ ਸਰ ਸਾਡਾ ਕੁਛ ਤਾਂ ਕਰੋ। ਮੈਨੂੰ ਵੀ ਲੱਗਿਆ। ਕਪੂਰਥਲੇ ਸਾਡੀ ਮੀਟਿੰਗ ਸੀ ਤੇ ਮੈਨੂੰ ਇੱਕ ਜ਼ਿਲ੍ਹੇ ਦੇ ਲੀਡਰ ਕਹਿਣ ਲੱਗੇ ਡਾਕਟਰ ਸਾਹਿਬ ਇਹ ਸਰਕਾਰ ਨਾ ਸਾਡੀਆਂ ਸੀਟਾਂ 100% ਤੋਂ ਘਟਾਉਣ ਲੱਗੀ ਹੈ, ਅੱਜ ਆਪਾਂ ਗੱਲ ਕਰਨੀ ਹੈ ਤੇ ਜੇ ਗੱਲ ਨਹੀਂ ਜੇ ਆਪਣੀ ਨਹੀਂ ਮੰਨੇਗੀ ਸਰਕਾਰ ਵੀ ਗੱਲ ਕਰਨੀ ਹੈ ਤੇ ਗੱਲ ਮਨਾਉਣੀ ਹੈ, ਨਹੀਂ ਤਾਂ ਅਸੀਂ ਤਾਂ ਸਾਰੀ ਯੂਨਿਟ ਨੇ ਰਿਜ਼ਾਈਨ ਕਰ ਦੇਣਾ। ਮੈਂ ਅਜੇ ਅਸੀਂ ਬਾਹਰ ਹੀ ਖੜੇ ਸੀ, ਮੈਂ ਸੱਚੀ ਮੁੱਚੀ ਰਿਜ਼ਾਈਨ ਕਰਨਾ? ਕਹਿੰਦੇ ਹਾਂ। ਮੈਂ ਦਿਓ ਰੈਜ਼ਿਗਨੇਸ਼ਨ। ਆਪਦੀ ਐਸੋਸੀਏਸ਼ਨ ਨੂੰ ਕਹਿ ਰਿਹਾ ਮੈਂ ਜ਼ਿਲ੍ਹੇ ਦੀ ਯੂਨਿਟ ਨੂੰ ਮੈਂ ਦਿਓ ਰੈਜ਼ਿਗਨੇਸ਼ਨ। ਕਹਿੰਦੇ ਕਿਉਂ? ਮੈਂ ਕਿਹਾ ਮੈਂ ਤਾਂ ਗੱਲ ਹੀ ਨਹੀਂ ਕਰਨੀ। ਹੈ ਇਹਨਾਂ 'ਚ ਕੋਈ ਲੀਡਰ? ਕਹਾਓ। ਕਹਿੰਦੇ ਕਿਉਂ ਨਹੀਂ ਕਰਨੀ? ਮੈਂ ਕਿਹਾ ਮੇਰੇ 3 ਸਵਾਲ ਨੇ, ਇਹਨਾਂ ਦਾ ਜਵਾਬ ਦੇ ਦਿਓ। ਜਦ ਆਪਣੇ ਡਾਕਟਰ MD ਕਰਨ ਚਲੇ ਗਏ ਇਨ ਸਰਵਿਸ ਵਾਲੇ, ਉਹ ਜਿਹੜਾ ਫਰੈਸ਼ਰ ਹੈ ਮੈਨੂੰ ਇਹ ਪੁੱਛਦਾ ਹੈ ਵੀ ਤੁਹਾਡਾ ਬੰਦਾ ਜਿਹਦੇ 50% ਨੰਬਰ ਮਸਾਂ ਹੀ ਪਾਸ ਹੋਇਆ, 3 ਚਾਂਸ ਲਾ ਕੇ ਪਾਸ ਹੋਇਆ, ਇਹਨੂੰ MD 'ਚ ਐਡਮਿਸ਼ਨ ਮਿਲ ਰਹੀ ਹੈ। ਮੈਂ ਗੋਲਡ ਮੈਡਲਿਸਟ ਹਾਂ ਤੇ ਮੈਨੂੰ ਡਿਪਲੋਮੇ 'ਚ ਵੀ ਦਾਖਲਾ ਨਹੀਂ ਮਿਲ ਰਿਹਾ। ਮੈਂ ਖੂਹ 'ਚ ਛਾਲ ਮਾਰਾਂ? ਮੈਂ ਵੀ ਡਾਕਟਰ ਹਾਂ, ਦੱਸੋ ਮੈਂ ਕਿੱਥੇ ਜਾਵਾਂ? ਜਵਾਬ ਦਿਓ। ਦੂਜਾ ਉਹ ਕਹਿੰਦਾ ਤੁਸੀਂ ਕਹਿੰਦੇ 3 ਸਾਲ ਦੀ ਸਰਵਿਸ ਜ਼ਰੂਰੀ ਹੋਵੇ, ਮੈਨੂੰ ਸਰਵਿਸ ਦਵਾ ਦਿਓ। ਉਹ ਵੀ ਤੁਸੀਂ ਮੰਨ ਰੱਖੀਆਂ ਨੇ ਪੋਸਟਾਂ, ਸਰਵਿਸ ਵੀ ਤੁਸੀਂ ਮੰਨ ਰੱਖੀ ਹੈ, ਦੱਸੋ ਮੈਂ ਕਿੱਥੇ ਜਾਵਾਂ? ਨਾ ਮੈਨੂੰ MD ਮਿਲਦੀ ਹੈ, ਨਾ ਮੈਨੂੰ ਸਰਵਿਸ ਮਿਲਦੀ ਹੈ। ਅਗਲਾ ਸਵਾਲ ਹੈ, ਇੱਕ MLA ਕਹਿੰਦਾ ਮੁੱਖ ਮੰਤਰੀ ਨੂੰ ਵੀ ਜਨਾਬ ਮੇਰੇ ਪਹਿਲਾਂ ਪਿੰਡ ਦੇ ਲੋਕ MLA ਨੂੰ ਪੁੱਛਦੇ ਨੇ ਵੀ ਜਨਾਬ ਸਾਡਾ ਡਾਕਟਰ ਕਿੱਥੇ ਗਿਆ, ਇੱਥੇ ਆਉਂਦਾ ਹੀ ਨਹੀਂ। ਉਹ ਕੀ ਜਵਾਬ ਦੇਵੇ ਲੋਕਾਂ ਨੂੰ ਵੀ MD ਕਰਨ ਗਿਆ ਹੋਇਆ? ਕਿਉਂਕਿ ਤਾਂ ਹਰ ਸਾਲ ਹੀ ਰਹਿਣਾ ਇਦਾਂ ਹੀ। 40 MLA ਦਾ ਏਰੀਆ ਖਾਲੀ ਰਹਿਣਾ ਲਗਾਤਾਰ। ਫਿਰ MLA ਜਾ ਕੇ CM ਨੂੰ ਪੁੱਛਦਾ ਕਿ ਜਨਾਬ ਮੇਰੇ ਖੇਤਰ ਦੇ ਡਾਕਟਰ ਕਿੱਥੇ ਗਏ, ਦੱਸ ਤਾਂ ਦਿਓ, ਪਿੰਡਾਂ ਦਾ ਇਲਾਜ ਕਰਨਾ ਹੈ। CM ਕੀ ਜਵਾਬ ਦੇਵੇ ਉਹਨਾਂ ਨੂੰ ਵੀ MD ਕਰਨ ਭੇਜੇ ਹੋਏ ਨੇ ਔਰ ਲਗਾਤਾਰ ਖਾਲੀ ਰਹਿਣਾ 40 ਉਸ। ਇਹਦਾ ਜਵਾਬ ਦਿਓ। ਉਹਨਾਂ ਚਿਰ ਮੈਂ ਨਹੀਂ ਗੱਲ ਕਰਨੀ। ਜਿੰਨਾ ਚਿਰ ਤੁਸੀਂ ਇਨਸਾਫ ਦੀ ਗੱਲ ਨਹੀਂ ਕਰੋਗੇ, ਹੋਵੇ ਯੂਨੀਅਨ, ਮੈਂ ਯੂਨੀਅਨ ਜਨਰਲ ਸੈਕਟਰੀ ਸੀ, ਮੇਰੇ ਜ਼ਿਲ੍ਹੇ ਦੀ ਯੂਨਿਟ ਕਹਿੰਦੀ ਆ ਵੀ ਅਸੀਂ ਰਿਜ਼ਾਈਨ ਕਰ ਦਾਂਗੇ, ਮੈਂ ਕਹਿੰਦਾ ਹੁਣੀ ਕਰੋ। ਤੁਸੀਂ ਅਸਲ ਤੇ ਮੈਡਮ ਦੇਖਿਆ ਨਹੀਂ, ਜਦ ਤੱਕ ਤੁਸੀਂ ਐਡਮਿਨਿਸਟ੍ਰੇਸ਼ਨ 'ਚ ਇਨਸਾਫ ਨਾਲ ਗੱਲ ਨਹੀਂ ਕਰੋਗੇ, ਚਾਹੇ ਤੁਸੀਂ ਟ੍ਰੇਡ ਯੂਨੀਅਨ ਲੀਡਰ ਹੋ, ਚਾਹੇ ਤੁਸੀਂ ਸਰਕਾਰ ਹੋ, ਤੁਹਾਡੀ ਹਿੰਮਤ ਕਿਵੇਂ ਆ ਜੂਗੀ? ਮੈਨੂੰ ਦੇ ਦਿਓ ਜੀ, ਬਾਕੀ ਜੋ ਮਰਜ਼ੀ ਹੋ ਜੇ ਜੀ। ਸੋ ਐ ਨਹੀਂ ਹੈ। ਸੋ ਇਸ ਕਰਕੇ ਅਸੀਂ ਕ੍ਰਾਈਟੀਰੀਆ ਵੀ ਬਣਾਏ ਨੇ, ਅਸੀਂ ਇਹਦਾ ਸਿਲੈਕਸ਼ਨਾਂ ਵੀ ਕਰੀਆਂ ਨੇ, ਅਸੀਂ ਆਪ ਵੀ ਸਿਲੈਕਟ ਹੋਇਆ, ਅਸੀਂ ਰੌਲੇ ਵੀ ਪਾਏ ਨੇ। ਐ ਨਹੀਂ ਹੈ ਵੀ ਅਸੀਂ ਕਦੇ ਲੜੇ ਨਹੀਂ, ਇਹਨਾਂ ਨੂੰ 20 ਗੁਣਾ ਵਧੀਆ ਲੜਾਈਆਂ ਕਰੀਆਂ ਨੇ, ਪਰ ਰੈਸ਼ਨਲ ਕਰੀਆਂ ਨੇ। ਜਿੱਥੇ ਸਾਡੇ ਕੋਲ ਜਵਾਬ ਨਹੀਂ ਹੁੰਦਾ ਉੱਥੇ ਅਸੀਂ ਮੰਨਦੇ ਹਾਂ ਵੀ ਹਾਂ ਸਾਡੀ ਗਲਤੀ ਹੈ। ਇਹ ਤਾਂ ਕਹਿੰਦੇ ਅਸੀਂ ਠੀਕ ਹਾਂ, ਅਸੀਂ ਤਾਂ ਮਹਾਰਾਜਾ 108, ਦੋਨੇ ਤਰ੍ਹਾਂ ਕਹਿੰਦੀਆਂ ਨੇ। ਮੇਰਾ ਇਹ ਸਵਾਲ ਹੈ, ਜਿਹੜੇ 938 ਬੰਦੇ ਜਾਂ ਜਿੰਨੇ ਵੀ ਤੁਸੀਂ ਕਹਿੰਦੇ ਹੋ ਇਹ ਧਰਨੇ ਮਾਰਦੇ ਨੇ, ਜੇ ਜਿਹੜੇ ਚੁਣੇ ਹੋਏ ਨੇ ਉਹ ਧਰਨੇ ਮਾਰਨ ਲੱਗੇ, ਫਿਰ ਮਿਨਿਸਟਰ ਕੀ ਕਰੂ? ਇਹ ਦੱਸੋ। ਮਿਨਿਸਟਰਾਂ ਤਾਂ ਦੋਨੇ ਹੀ ਨੇ ਨਾ। ਫਿਰ ਤੁਸੀਂ ਮੀਡੀਆ ਵਾਲੇ ਕੀ ਕਹੋਗੇ? ਫਿਰ ਤੁਸੀਂ ਇੱਕ ਦੇ ਹੱਕ 'ਚ ਹੋਗੇ, ਫਿਰ ਦੂਜੇ ਦੇ ਹੱਕ 'ਚ ਹੋ ਜਾਓਗੇ। ਤੁਹਾਨੂੰ ਦੇ ਦਿੰਦੇ ਫੈਸਲਾ, ਤੁਸੀਂ ਕਰਕੇ ਦਿਖਾ ਦਿਓ। ਇਹ ਕਹਿਣਾ ਬੜਾ ਸੌਖਾ ਹੈ। ਸੋ ਇਸ ਕਰਕੇ ਇੱਥੇ ਕੀ ਗੜਬੜ ਹੈ? ਹੁਣ ਕੋਈ ਕਹੂ ਫਿਰ ਇਹਦਾ ਮਤਲਬ ਨਹੀਂ ਚੱਲੀ ਜਾਊ, ਨਹੀਂ। ਇੱਥੇ ਗੜਬੜ ਇਹ ਹੋਈ ਹੈ ਕਿ ਜਦ ਉਹਨਾਂ ਨੂੰ ਦੇਤਾ, ਇੱਕ ਤਾਂ ਉਹਨਾਂ ਨੇ ਕ੍ਰਾਈਟੀਰੀਆ ਠੀਕ ਨਹੀਂ ਬਣਾਇਆ, ਨਾ UGC ਦੇ ਮੁਤਾਬਕ ਹੈ, ਨਾ ਕੋਈ ਇਹਨਾਂ ਨੇ ਨਵਾਂ ਕ੍ਰਾਈਟੀਰੀਆ ਬਣਾਇਆ ਵੀ ਉਹ ਟਿਕਨੇ ਲਵਾ ਲਓ ਜੀ। ਟਿਕਨੇ ਲਵਾ ਕੇ ਪ੍ਰੋਫੈਸਰ ਲੱਗ ਜਾਂਦਾ, ਸਹਾਇਕ ਪ੍ਰੋਫੈਸਰ ਲੱਗ ਜਾਊਗਾ। ਦੂਜਾ ਉਹ 'ਚ ਹੇਰਾਫੇਰੀ ਕਰਤੀ, ਪੇਪਰ ਚੱਕ ਕੇ ਜਿਹੜਾ ਸਕੂਲ ਲੈਕਚਰਾਰਾਂ ਵਾਸਤੇ ਪਾਇਆ 12ਵੀਂ ਵਾਲਿਆਂ ਨੂੰ ਪੜਾਉਣਾ, 12ਵੀਂ ਤੱਕ ਪੜਾਉਣ ਵਾਲਿਆਂ ਵਾਸਤੇ, ਉਹੀ ਪੇਪਰ ਚੱਕ ਕੇ ਮੈਥਮੈਟਿਕਸ ਦਾ ਦੂਜੇ ਪਾਸੇ ਪਾਤਾ। ਤੇ ਉਹ ਜਿਹੜਾ ਪੇਪਰ 6 ਮਹੀਨੇ ਪਹਿਲਾਂ ਪਾਇਆ, ਉਹ ਤਾਂ ਲੋਕਾਂ ਨੂੰ ਪਤਾ ਵੀ ਇਹ ਪੇਪਰ ਆਇਆ ਸੀ। ਅੱਛਾ, ਪਰ ਹੁਣ ਨਹੀਂ ਪਤਾ ਵੀ ਕਿਹਨੇ ਆਇਆ ਸੀ। ਪ੍ਰੋਫੈਸਰ ਨੇ ਜਿਹਨੇ ਪੇਪਰ ਉਹਨੇ ਕਹਤਾ ਵੀ ਯਾਰ ਉਹ ਜਿਹੜਾ ਲੈਕਚਰਾਂ ਵਾਲਾ ਸੀ ਉਹੀ ਪਾਏ ਹੋਏ ਨੇ 25 ਸਵਾਲ, ਤਾਂ ਅਗਲੇ ਨੂੰ ਉਹ ਕਰ ਲੈ। ਇਹ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਹੋ, ਪੇਪਰ ਦੱਸਤਾ, ਵਾਈਸ ਚਾਂਸਲਰ ਇੱਕ ਯੂਨੀਵਰਸਿਟੀ ਦਾ ਕਹਿੰਦਾ ਮੈਂ ਕੀ ਕਰਾਂ ਜੇ ਪ੍ਰੋਫੈਸਰਾਂ ਨੇ ਪੇਪਰ ਲੀਕ ਕਰਤਾ। ਜੇ ਪ੍ਰੋਫੈਸਰਾਂ ਨੇ ਪੇਪਰ ਲੀਕ ਕਰਿਆ, ਜ਼ਿੰਮੇਵਾਰੀ ਤਾਂ ਤੇਰੀ ਲਾਈ ਸੀ, ਫਿਰ ਤੂੰ ਰਿਜ਼ਾਈਨ ਕਰ ਦੇ। ਇਹ ਤਾਂ ਬੜਾ ਸੌਖਾ। ਮੈਂ ਕੀ ਕਰਾਂ? ਮੈਂ ਕੱਲ ਨੂੰ ਕਹਿੰਦਾ ਮੈਂ ਕੀ ਕਰਾਂ ਜੇ ਪੱਟੀ ਨਹੀਂ ਹੋਈ? ਇਹ ਤਾਂ ਫਾਰਮਾਸਿਸਟ ਨੇ ਨਹੀਂ ਕਰੀ, ਫਿਰ ਮੈਂ SMO ਕਾਹਦਾ? ਮੈਂ ਕੀ ਕਰਾਂ? ਨਰਸ ਨੇ ਟੀਕਾ ਨਹੀਂ ਲਾਇਆ, ਹੋਰ ਮਰੀਜ਼ ਨੇ ਕਰਨਾ। ਮੇਰੀ ਡਿਊਟੀ ਹੈ ਕਿ ਹਸਪਤਾਲ ਠੀਕ ਚੱਲੇ, ਕਿਉਂਕਿ ਮੈਂ SMO। ਇਹ ਨਹੀਂ ਐਵੇਂ ਨਰਸ ਨੇ ਨਹੀਂ ਕਰੀ ਜੀ, ਮੈਂ ਕੀ ਕਰਾਂ? ਸੋ ਇਸ ਕਰਕੇ, ਕਿਉਂਕਿ ਟੀਚਿੰਗ ਕਮਿਊਨਿਟੀ ਦੇ ਵਿੱਚ ਜ਼ਿੰਮੇਵਾਰੀ ਨਹੀਂ ਹੈ।
जी मैं की करा जी, आ हुणी मैं किते पढ़ रहा सी, मिड डे मील सानू दे दो जी। मिड डे मील इत्थे दित्ती सी मुहाली च, टीचरां ने रौला पा लिया क्योंकि ਉਹਨੂੰ ਉਹਦੇ 'ਚ ਕੋਈ ਆਡਿਟ ਨਹੀਂ, ਉਹਦੇ ਜਿੰਨੇ ਬੱਚੇ ਭਰਤੇ ਉਹਨਾਂ ਦੇ ਪੈਸੇ ਮਿਲ ਜਾਣੇ ਨੇ। ਬੱਚੇ ਝੂਠੇ ਭਰੇ ਜਾਂਦੇ, ਨੀਤੀ ਆਯੋਗ ਦੀ ਟੀਮ ਨੇ ਦੇਖ ਲਏ, ਵੀਡੀਓ ਨੇ ਸਾਡੇ ਕੋਲੇ, ਬੱਚੇ 4 ਆਏ ਨੇ, ਖਾਣਾ 34 ਦਾ ਪਾਇਆ ਜਾ ਰਿਹਾ ਹੈ, ਔਰ ਨਾਲ ਬਾਬਰ ਕੇ ਕਹਿ ਰਹੀਆਂ ਨੇ ਟੀਚਰਾਂ ਵੀ ਇਹ ਤਾਂ ਪਾਉਣਾ ਹੀ ਹੈ। ਵੀਡੀਓ ਨੇ ਇਹ ਸਰਕਾਰੀ ਸਕੂਲਾਂ ਦੇ। ਸੋ ਇੰਨਾ ਭੁਲੇਖਾ ਨਾ ਰੱਖੋ। ਇਹ ਸਮਾਜ ਹੋਰ ਕਿਉਂ ਡੁੱਬ ਰਿਹਾ ਹੈ? ਇਹ ਸਮਾਜ ਡੁੱਬ ਤਾਂ ਰਿਹਾ ਹੈ ਕਿ ਅਸੀਂ ਨੋਰਮ ਬਿਲਕੁਲ ਹੀ ਛੱਡਤੇ। ਜੀ ਜੀ ਜਿੱਦਾਂ ਡਾਕਟਰ ਆਪਰੇਸ਼ਨ ਥੀਏਟਰ ਮਰੀਜ਼ ਨੂੰ ਮਾਰਨ ਲੱਗ ਗਏ ਤੇ ਉਦੋਂ ਫਿਰ ਡਾਕਟਰਾਂ ਦੇ ਗਲ ਫੜਨ ਦੀ ਲੋੜ ਹੈ। ਉੱਥੇ ਜੁੱਤਿਆਂ ਸਣੇ ਵੀ ਮਰੀਜ਼ ਅੰਦਰ ਜਾਣਗੇ। ਕਿਉਂ ਨਹੀਂ ਜਾਣਗੇ? ਜੇ ਡਾਕਟਰ ਉੱਥੇ ਆਪਦਾ ਡਾਕਟਰੀ ਦਾ ਕਰਮ ਕਰਨ ਦੀ ਬਜਾਏ ਹੋਰ ਕੋਈ ਕਰਮ ਕਰਦਾ ਹੈ ਤੇ ਫਿਰ ਲੋਕਾਂ ਨੂੰ ਹੱਕ ਹੈ ਕਿ ਉਹਨੂੰ ਗਲ ਤੋਂ ਫੜਨਾ। ਆਪਾਂ ਐਵੇਂ ਨਾ ਜਸਟੀਫਾਈ ਕਰੀਏ, ਸਮਾਜ ਤਾਂ ਹੀ ਪੁੱਠੇ ਪਾਸੇ ਜਾ ਰਿਹਾ ਹੈ ਕਿ ਅਸੀਂ ਜਸਟੀਫਾਈ ਕਰ ਦਿੰਦੇ ਹਾਂ। ਹੁਣ ਇੱਥੇ ਗੜਬੜ ਕੀ ਹੋਈ? ਆਪਾਂ ਆਪਣਾ ਟਾਈਮ ਇਸ ਪਾਸੇ ਨੂੰ ਲਾਈਏ। ਇੱਥੇ ਗੜਬੜ ਹੋਈ, ਪਹਿਲੀ ਗੱਲ ਕ੍ਰਾਈਟੀਰੀਆ ਗਲਤ ਬਣਾਇਆ ਗਿਆ। ਮੇਰੇ ਕੋਲ ਆਏ ਸੀਗੇ ਜਿਹੜੇ ਕੱਚੇ ਲੱਗੇ ਹੋਏ ਸੀ, ਇਹਨਾਂ ਦਾ ਲੀਡਰ ਆਇਆ ਸੀ, ਮੈਂ ਉਹਨੂੰ ਆਖਿਆ ਸੀ ਤੁਸੀਂ ਐਂ ਕ੍ਰਾਈਟੀਰੀਆ ਬਣਵਾ ਲਓ ਕਿ 50 ਨੰਬਰ ਟੈਸਟ ਦੇ ਹੋ ਜਾਣ, 30 ਨੰਬਰ ਤੁਹਾਡੇ ਤਜਰਬੇ ਦੇ ਹੋ ਜਾਣ, 20 ਨੰਬਰ ਤੁਹਾਡੇ ਐਕਸਟਰਾ ਕੁਆਲੀਫਿਕੇਸ਼ਨ ਦੇ ਹੋ ਜਾਣ, 5-4 ਨੰਬਰ ਚਾਹੇ ਤੁਸੀਂ ਇੰਟਰਵਿਊ ਦੇ ਵੀ ਰਖਾ ਲਓ। ਹੁਣ ਇੰਟਰਵਿਊ ਇਹ ਕਹਿੰਦੇ ਨੇ, ਆਰਗੂਮੈਂਟ ਦਿੱਤਾ ਕੱਲ ਵੀ ਮੈਨੂੰ ਕਿਸੇ ਨੇ ਜਵਾਨੀ ਦਿੱਤਾ, ਕਹਿੰਦੇ ਜੋ ਤਾਂ ਕਹਿੰਦੇ ਨੇ ਵੀ ਇਹਦੇ ਨਾਲ ਹੇਰਾਫੇਰੀ ਹੋ ਜਾਣੀ ਸੀ। ਐ ਨਹੀਂ ਹੁੰਦੀ, ਅਸੀਂ ਵੀ ਭਰਤੀਆਂ ਕਰਦੇ ਹਾਂ। ਉਹਦੇ 'ਚ ਕੀ ਹੈ? ਉਹਨੂੰ ਕਹੋ ਤੂੰ ਆਪਣੇ ਵਿਜ਼ਨ ਲਿਖ ਕੇ ਲਿਆ ਵੀ ਕਾਲਜ ਕਿਵੇਂ ਚਲਾਏ ਜਾਣੇ ਚਾਹੀਦੇ, ਹਾਇਰ ਐਜੂਕੇਸ਼ਨ ਕੀ ਹੋਵੇ, ਸਲਾਈਡਾਂ ਬਣਾ ਕੇ ਲਿਆ। ਇੱਥੇ ਇੰਟਰਵਿਊ ਬੋਰਡ ਬੈਠਾ ਹੋਏਗਾ, ਪੇਸ਼ ਕਰ, ਸਾਰੀ ਉਹਦੀ ਵੀਡੀਓ ਬਣੇਗੀ, ਹਰ ਇੱਕ ਆਪਦੇ ਆਪਦੇ ਨੰਬਰ ਲਾਏਗਾ। 5 ਨੰਬਰਾਂ 'ਚੋਂ ਕਿੰਨੀ ਕੁ ਹੇਰਾਫੇਰੀ ਕਰ ਲੈਣਗੇ? ਫਿਰ ਉਹ ਵੀਡੀਓ ਸਾਹਮਣੇ ਪਏ ਨੇ, ਉਹ ਰਿਵਿਊ ਹੋ ਜਾਣਗੇ। ਬੋਲਣਾ ਤਾਂ ਆਵੇ ਨਾ, ਟੀਚਰ ਨੇ ਪੜ੍ਹਾਉਣਾ ਹੈ। ਜੇ ਉਹਨੂੰ ਬੋਲਣਾ ਹੀ ਨਹੀਂ ਆਉਂਦਾ ਤੇ ਫਿਰ ਪੜ੍ਹਾਏਗਾ ਕਿਵੇਂ? ਤੁਸੀਂ 5 ਨੰਬਰ ਰੱਖ ਲਓ, 7 ਨੰਬਰ ਉਹ ਵੀ ਖਤਮ ਕਰਤੇ ਤੁਸੀਂ, ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਵੀ ਐਂ ਵੀਡੀਓ ਬਣਾ ਕੇ ਐਂ ਕਾਨਫਰੰਸ ਕਰਾਈ ਜਾ ਸਕਦੀ। ਟੀਚਰ ਲਾਉਣ ਵੇਲੇ ਆ ਸਾਡੇ ਮੈਡੀਕਲ ਕਾਲਜਾਂ 'ਚ ਲਾਉਂਦੇ ਨੇ, ਕਰਦੇ ਨੇ, ਔਰ ਮੈਰਿਟ ਤੇ ਸਿਲੈਕਸ਼ਨ ਹੁੰਦੀਆਂ ਨੇ ਮੈਕਸਿਮਮ। ਮੈਡੀਕਲ ਕਾਲਜਾਂ ਦੇ ਵਿੱਚ ਜੇ ਮੈਰਿਟ ਤੇ ਸਿਲੈਕਸ਼ਨ ਨਾ ਹੋਵੇ ਤਾਂ ਮੇਰੇ ਵਰਗੇ ਬੰਦੇ ਦਾ ਕੋਈ ਨੋਨ ਰਿਸ਼ਤੇਦਾਰ ਕਦੀ ਵੀ ਨਾ ਆਵੇ, ਕਿਉਂਕਿ ਲੋਕ ਤਾਂ ਮੇਰੇ ਤਾਂ ਸਾਰੇ ਦੁਸ਼ਮਣ ਬਣ ਜਾਂਦੇ ਨੇ। ਜਿਹੜੀਆਂ ਬਿਊਰੋਕ੍ਰੇਸੀ, ਮੈਂ ਤਾਂ ਰੋਜ਼ ਹੀ ਉਹਨਾਂ ਨੂੰ ਕਹਿਣਾ ਵੀ ਇਹ ਗੜਬੜ ਕਰਦੇ ਨੇ, ਉਹ ਕਹਿੰਦੇ ਅੱਛਾ ਲੈ ਤੈਨੂੰ ਤਾਂ ਲਾਉਣਿਆ ਸੀ। ਔਰ ਜਿੱਥੇ ਇਦਾਂ ਦੀ ਇੰਟਰਵਿਊ ਨਹੀਂ ਹੁੰਦੀ ਉੱਥੇ ਮੇਰੇ ਜਾਣਕਾਰ, ਮੇਰੇ ਰਿਸ਼ਤੇਦਾਰ ਕਦੀ ਸਿਲੈਕਟ ਨਹੀਂ ਹੋਏ, ਕਿਉਂਕਿ ਉਹ ਆਰਬਿਟਰੀਨੈਸ ਕਰਦੇ ਨੇ, ਕਹਿੰਦੇ ਚਲ ਆਪਾਂ ਇਹਨਾਂ ਨੂੰ ਤਾਂ ਲੱਗ ਲਓ, ਅਸੀਂ ਕੁਝ ਨਹੀਂ ਕਹਿੰਦੇ ਵੀ ਠੀਕ ਆ ਬਈ ਤੁਹਾਡਾ, ਅਸੀਂ ਤੁਹਾਡੇ ਖਿਲਾਫ ਬੋਲਦੇ, ਤੁਸੀਂ ਸਾਡੇ ਖਿਲਾਫ ਕਰਨਾ ਕਰੀ ਜਾਓ। ਜਿੱਦੇ ਸਾਡਾ ਦਿਲ ਕਰੂ ਉਹਦੇ ਕੋਰਟ ਜਾ ਰਹਾਂਗੇ। ਔਰ ਮੈਂ ਕੋਰਟਾਂ ਜਾ ਕੇ ਸੁਪਰੀਮ ਕੋਰਟ ਤੱਕ ਕੇਸ ਜਿੱਤਿਆ। ਸਵਾਲ ਇਹ ਹੈ, ਤੁਹਾਨੂੰ ਤਿਆਗ ਵੀ ਕਰਨਾ ਪੈਂਦਾ, ਤੁਹਾਨੂੰ ਪਿੱਛੇ ਵੀ ਰਹਿਣਾ ਪੈਂਦਾ, ਤੁਹਾਨੂੰ ਔਖਾ ਵੀ ਹੋਣਾ ਪੈਂਦਾ, ਤੁਹਾਡੇ ਜੂਨੀਅਰ ਉੱਪਰ ਲਾ ਦਿੱਤੇ ਜਾਂਦੇ ਨੇ, ਤੁਹਾਡੀਆਂ ਬਦਲੀਆਂ ਕਰੀ ਜਾਂਦੀਆਂ ਨੇ, ਤੁਹਾਨੂੰ ਸਜ਼ਾ ਦਿੱਤੀ ਜਾਂਦੀ ਹੈ। ਇਹਨਾਂ ਚੋਂ ਇੱਕ ਨਹੀਂ ਇਸ ਗੱਲ ਤੇ ਤਿਆਰ। ਇਹ ਸਿਰਫ ਰੌਲਾ ਪਾਉਣ ਦੇ ਵਾਲੇ ਨੇ ਵੀ ਤੁਹਾਨੂੰ ਕਿਹੜਾ ਕਿਸੇ ਨੇ ਕੁਝ ਕਹਿਣਾ। ਜਿੱਦੇ ਕਹਿਣ ਲੱਗੇ ਨਾ ਉਦੇ ਪਤਾ ਲੱਗੂਗਾ। ਇੰਨਾ ਭੁਲੇਖਾ ਨਾ ਰੱਖੀ ਆਪਾਂ। ਸੋ ਇਹਨਾਂ ਨੇ ਗੜਬੜ ਕਰੀ, ਕ੍ਰਾਈਟੀਰੀਆ ਗਲਤ ਬਣਾਇਆ। ਔਰ ਉਹ ਕ੍ਰਾਈਟੀਰੀਆ ਕੱਲਾ ਗਲਤ ਹੀ ਨਹੀਂ ਹੈ, ਉਹ ਮੈਂ ਕੋਈ ਗੈਸਟ ਫੈਕਲਟੀ ਦੇ ਹੱਕ ਦੀ ਗੱਲ ਨਹੀਂ ਕਰ ਰਿਹਾ। ਉਹ ਕ੍ਰਾਈਟੀਰੀਆ ਬੱਚਿਆਂ ਦੇ ਭਵਿੱਖ ਵਾਸਤੇ ਗਲਤ ਹੈ। ਉਹ ਕ੍ਰਾਈਟੀਰੀਆ ਪੰਜਾਬ ਦੇ ਭਵਿੱਖ ਵਾਸਤੇ ਗਲਤ ਹੈ ਕਿ ਤੁਸੀਂ ਟਿਕਨੇ ਲਵਾ ਕੇ ਕਹਤਾ ਇਹਨੂੰ ਸਹਾਇਕ ਪ੍ਰੋਫੈਸਰ ਲਾ ਦਿਓ, ਫਿਰ ਟਿਕਨੇ ਲਾਉਣ ਵਾਲਾ ਪੇਪਰ ਵੀ ਲੀਕ ਕਰਤਾ, ਫਿਰ ਪੇਪਰ ਪੁਰਾਣਾ ਪਾਤਾ, ਫਿਰ ਆਊਟ ਆਫ ਸਿਲੇਬਸ ਪਾਤਾ। ਸਟੈਟਿਕਸ ਦੇ ਸਵਾਲ ਮੈਥਮੈਟਿਕਸ ਨਹੀਂ ਪਾਏ ਜਾ ਸਕਦੇ, ਪਾਤੇ, ਫਿਰ ਉਹ ਦੇਖਿਆ ਨਹੀਂ ਵੀ ਭਾਈ ਇਹ ਕਿਉਂ ਪਾਤੇ, ਆਊਟ ਆਫ ਸਿਲੇਬਸ ਹੀ ਹੋ ਗਿਆ ਨਾ ਇੱਕ ਕਿਸਮ ਦਾ। ਮੇਰੇ ਕੋਲ ਆ ਗਏ ਉਹ ਦਿਖਾਉਣ ਲੱਗੇ ਜੀ ਆਊਟ ਆਫ ਸਿਲੇਬਸ ਹੈ। ਮੈਂ ਕਿਹਾ ਦੇਖੋ ਕਿੱਥੇ ਹੈ। ਉਹ ਲੈਕਚਰਰ ਜਿਹੜੇ ਮੇਰੇ ਕੋਲ ਆ ਜਸਟੀਫਾਈ ਨਹੀਂ ਕਰ ਸਕੇ ਵੀ ਕਿਵੇਂ ਆਊਟ ਆਫ ਸਿਲੇਬਸ ਹੈ। ਉਹ ਕਹਿੰਦੇ ਸੀ ਸਿਰਫ, ਮੈਂ ਉਹਨੂੰ ਡਿਟੇਲ 'ਚ ਸਟੱਡੀ ਕਰਕੇ ਉਹਨਾਂ ਨੂੰ ਆਖਿਆ ਵੀ ਜਿਹੜਾ ਤੁਸੀਂ ਕਹਿੰਦੇ ਹੋ ਇਸ ਹਿਸਾਬ ਨਾਲ ਆਊਟ ਆਫ ਸਿਲੇਬਸ ਨਹੀਂ ਹੈ, ਤੁਹਾਡਾ ਆਰਗੂਮੈਂਟ ਗਲਤ ਹੈ। ਆਹ ਪੁਆਇੰਟ ਹੈ ਜਿਹਦੇ ਨਾਲ ਆਊਟ ਆਫ ਸਿਲੇਬਸ ਕਿਹਾ ਜਾ ਸਕਦਾ ਵੀ ਆਹ ਇਸ਼ੂ ਹੈ ਜੀ, ਇੱਦਾਂ ਹੈ, ਇਸ ਕਰਕੇ ਆਊਟ ਆਫ ਸਿਲੇਬਸ ਹੈ। ਇਹ ਹਰੇਕ ਨੂੰ ਅਪੀਲ ਕਰੇਗਾ, ਕੋਰਟ ਨੂੰ ਵੀ ਅਪੀਲ ਕਰੇਗਾ। ਜੋ ਤੁਸੀਂ ਕਹਿੰਦੇ ਹੋ ਬਿਲਕੁਲ ਨਹੀਂ, ਕਿਉਂਕਿ ਲਿਖਿਆ ਹੋਇਆ ਕੁਝ ਹੋਰ ਹੈ। ਲਿਖੇ ਹੋਏ ਜੀ ਇੰਟਰਪ੍ਰੀਟੇਸ਼ਨ ਦਾ ਸਵਾਲ ਹੈ, ਉਹ ਇੰਟਰਪ੍ਰੀਟੇਸ਼ਨ ਗਲਤ ਕਰੀ ਆ ਉਹਨਾਂ ਨੇ। ਤੁਸੀਂ ਉਸ ਇੰਟਰਪ੍ਰੀਟੇਸ਼ਨ ਨੂੰ ਰੈਸ਼ਨਲ ਬਣਾਉਣਾ ਕਿ ਜੀ ਇਸ ਤਰੀਕੇ ਨਾਲ ਹੈ, ਐਂ ਹੁੰਦਾ, ਇਹ ਹੈ। ਮੈਥਮੈਟਿਕਸ ਸਟੈਟਿਕਸ ਪਹਿਲਾਂ ਇਕੱਠੇ ਹੁੰਦੇ ਸੀ, ਹੁਣ ਵੱਖਰੇ ਹੋ ਗਏ। ਇਹ ਮੈਥਮੈਟਿਕਸ ਦਾ ਹੈ। ਉੱਥੇ ਜਿਹੜਾ ਪੇਪਰ ਰਿਹਾ ਸੀ ਉਹ ਮੈਥਮੈਟਿਕਸ ਸਟੈਟਿਕਸ ਇਕੱਠਾ ਸਬਜੈਕਟ ਪੜ੍ਹਾਉਣਾ ਹੈ, ਇੱਥੇ ਇਕੱਲਾ ਮੈਥਮੈਟਿਕਸ ਪੜ੍ਹਾਉਣਾ। ਸਟੈਟਿਕਸ ਦੀਆਂ ਵੱਖਰੀਆਂ ਪੋਸਟਾਂ ਨੇ, ਐਂ ਦਿਖਾਉਣਾ। ਇਹ ਸਟੈਟਿਕਸ ਦੇ ਸਵਾਲ 'ਚ ਨਹੀਂ ਆ ਸਕਦੀ ਸੀ, ਉੱਥੇ ਮੈਥਮੈਟਿਕਸ ਆਉਣਗੇ ਕਿਉਂਕਿ ਉੱਥੇ ਮੈਥਮੈਟਿਕਸ ਦੇ ਨਾਲ ਸਟੈਟਿਕਸ ਪੜ੍ਹਾਉਣੀ ਹੈ, ਇੱਥੇ ਨਹੀਂ ਪੜ੍ਹਾਉਣੀ।
ਤੁਹਾਨੂੰ ਰੈਸ਼ਨੈਲਿਟੀ 'ਚ ਜਾਣਾ ਪਊਗਾ, ਤੁਹਾਨੂੰ ਰੂਲ ਦਿਖਾਉਣੇ ਪੈਣਗੇ, ਕੋਈ ਲਿਸਟਾਂ ਦਿਖਾਉਣੀਆਂ ਪੈਣਗੀਆਂ। ਜਦ ਤੱਕ ਅਸੀਂ ਇਸ ਪਾਸੇ, ਕਿਉਂਕਿ ਟੀਚਰ ਨੂੰ ਆਦਤ ਨਹੀਂ ਰਹੀ। ਬੁੱਧ ਸਿੰਘ ਨੀਲੋਂ ਨੇ ਲਿਖਿਆ ਵੀ ਕਿੰਨੇ ਥੀਸਿਸ ਝੂਠੇ ਹੁੰਦੇ ਨੇ, ਨਕਲ ਮਾਰ ਕੇ ਹੁੰਦੇ ਨੇ। ਉਹ ਕਹਿੰਦੇ ਜੀ 80% ਡਿਗਰੀ ਨਕਲੀ ਨੇ। ਸੋ ਇਸ ਕਰਕੇ ਆਪਾਂ ਉਸ ਪਾਸੇ ਨੂੰ ਜਾਈਏ। ਇਹ ਇਹਨਾਂ ਨੇ ਗਲਤ ਕਰਿਆ। ਉਦੋਂ ਬਾਅਦ ਰੌਲਾ ਪੈ ਗਿਆ। ਰੌਲਾ ਪੈਣ ਦੇ ਉੱਤੇ ਹੁਣ ਪ੍ਰਗਟ ਸਿੰਘ ਦਾ ਕਸੂਰ ਕਿੱਥੇ ਆਇਆ? ਇੱਥੋਂ ਸ਼ੁਰੂ ਹੁੰਦਾ ਹੈ। ਜਦ ਰੌਲਾ ਪੈ ਗਿਆ, ਰੌਲਾ ਪੈਣ ਤੋਂ ਬਾਅਦ ਪ੍ਰਗਟ ਸਿੰਘ ਚੁੱਪ ਰਹੇ। ਚੁੱਪ ਹੀ ਨਹੀਂ ਰਹੇ, ਕੋਰਟ 'ਚ ਚਲੇ ਗਏ ਬੱਚੇ। ਕੋਰਟ 'ਚ ਜਾਣ ਤੋਂ ਬਾਅਦ ਵੀ ਚੁੱਪ ਰਹੇ, ਕੁਛ ਨਹੀਂ ਕਰਿਆ। ਉਦੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਇੱਕ ਬਿਆਨ ਦਿੱਤਾ ਕਿ ਹੇਰਾਫੇਰੀ ਹੋਈ ਹੈ, ਇਹ ਜਿਹੜਾ ਕਪੜਾ ਹੋਇਆ ਇਹਦਾ ਜਵਾਬ ਦੇਣ ਸਰਕਾਰ। ਤੇ ਪ੍ਰਗਟ ਸਿੰਘ ਜੀ ਨੇ ਕਿਹਾ ਕੋਈ ਹੇਰਾਫੇਰੀ ਨਹੀਂ ਹੋਈ, ਅਸੀਂ ਫਿਰ ਵੀ ਇਨਕੁਆਇਰੀ ਬਿਠਾਤੀ। ਅਸੀਂ ਫਿਰ ਵੀ ਇਨਕੁਆਇਰੀ ਬਿਠਾਤੀ। ਉਹਨਾਂ ਨੂੰ ਪੁੱਛੋ ਵੀ ਹੇਰਾਫੇਰੀ ਨਹੀਂ ਹੋਈ, ਤੁਸੀਂ ਆਪ ਦੇਖਿਆ? ਤੁਸੀਂ ਕਹੋ ਕੋਈ ਗੱਲ ਨਹੀਂ ਜੀ, ਰੌਲਾ ਪਿਆ ਹੋਇਆ, ਅਸੀਂ ਇਨਕੁਆਇਰੀ ਕਰਾ ਲੈਂਦੇ ਹਾਂ। ਤੁਸੀਂ ਸਿਰਫ ਆਪਦੇ ਵਿਰੋਧੀ ਨੂੰ ਇਹ ਕਹਿਣ ਵਾਸਤੇ ਵੀ ਉਹ ਗਲਤ ਹੈ। ਰੌਲਾ ਤਾਂ ਬਾਬਰ ਕੇ ਪੈ ਰਿਹਾ, ਢੋਲ ਵੱਜ ਗਏ, ਹਾਈ ਕੋਰਟ 'ਚ ਕੇਸ ਹੈ, ਹਾਈ ਕੋਰਟ ਨੇ ਸਟੇ ਕਰਤਾ। ਜੇ ਤੁਹਾਨੂੰ ਇਸ ਤੇ ਵੀ ਤੁਸੀਂ ਕਹੋ ਜੀ ਕੋਈ ਗੱਲ ਨਹੀਂ, ਹਾਈ ਕੋਰਟ 'ਚ ਕੇਸ ਹੈ, ਅਸੀਂ ਦੇਖ ਰਹੇ ਹਾਂ। ਤੁਸੀਂ ਕਹਿੰਦੇ ਹੋਈ ਨਹੀਂ ਹੇਰਾਫੇਰੀ, ਫਿਰ ਸਟੈਂਡ ਕਰੋ ਨਾ ਵੀ ਹੋਈ ਨਹੀਂ ਹੇਰਾਫੇਰੀ। ਫਿਰ ਤੁਸੀਂ ਕਦੇ ਜਵਾਬ ਦਿਓ, ਛੱਡ ਦਿਓ ਆਪਦੇ ਸੈਕਟਰੀ। ਤੁਸੀਂ ਕਹਿੰਦੇ ਹੇਰਾਫੇਰੀ ਨਹੀਂ ਹੋਈ। ਪ੍ਰਗਟ ਸਿੰਘ ਜੀ ਬੈਠਣ, ਮੈਂ ਪੁੱਛ ਲੈਣਾ ਵੀ ਲਓ ਜੀ ਦੱਸ ਦਿਓ ਜੀ ਕਿਹੜੀ ਹੇਰਾਫੇਰੀ ਨਹੀਂ ਹੋਈ, ਮੈਂ ਦਿਖਾਉਣਾ ਵੀ ਹੇਰਾਫੇਰੀ ਹੋਈ ਹੈ। ਸੋ ਬਿਆਨ ਉਹ ਸਿਆਸਤਦਾਨ ਨੇ, ਉਹਨਾਂ ਨਹੀਂ ਦੇਣਾ ਚਾਹੀਦਾ ਸੀ, ਉਹ ਬਿਆਨ ਦੇਤਾ। ਉਦੋਂ ਬਾਅਦ ਇਨਕੁਆਇਰੀ ਕਿਹਨੂੰ ਮਾਰ ਕਰੀ? ਕ੍ਰਿਸ਼ਨ ਕੁਮਾਰ ਨੂੰ। ਕ੍ਰਿਸ਼ਨ ਕੁਮਾਰ ਹੀ ਤਾਂ ਸੈਕਟਰੀ ਹੈ, ਉਹੀ ਤਾਂ ਸਾਰਾ ਗੜਬੜ ਕਰ ਰਿਹਾ ਹੈ ਇਹਨਾਂ ਵਾਈਸ ਚਾਂਸਲਰਾਂ ਨਾਲ ਰਲ ਕੇ। ਵਾਈਸ ਚਾਂਸਲਰ ਕਹੀ ਜਾਂਦਾ ਹੈ ਇਹ ਕਾਂਗਰਸ ਸਰਕਾਰ ਦਾ ਬੜਾ ਉਲਟਾ ਸਿਸਟਮ ਆ ਰਿਹਾ ਹੈ। ਵਾਈਸ ਚਾਂਸਲਰ ਕਹਿੰਦਾ ਹੈ ਜੇ ਪ੍ਰੋਫੈਸਰਾਂ ਨੇ ਪੇਪਰ ਲੀਕ ਕਰਤਾ ਮੇਰਾ ਕੋਈ ਕਸੂਰ ਨਹੀਂ, ਇਹਦਾ ਮਤਲਬ ਪੇਪਰ ਲੀਕ ਹੋਇਆ। ਨਹੀਂ ਤਾਂ ਵਾਈਸ ਚਾਂਸਲਰ ਕਿਉਂ ਕਹੂਗਾ ਇਹ? ਪ੍ਰਗਟ ਸਿੰਘ ਕਹਿੰਦਾ ਹੋਇਆ ਕੁਛ ਨਹੀਂ। ਇੱਥੇ ਇੱਥੇ ਚੰਨੀ ਦੇ ਭਾਂਜੇ ਵੇਲੇ ਚੰਨੀ ਤਾਂ ਕਹੀ ਜਾਂਦਾ ਹੈ ਕਿ ਜੀ ਮੈਂ ਆਪਦੇ ਰਿਸ਼ਤੇਦਾਰਾਂ ਦੇ ਉੱਤੇ ਧਿਆਨ ਨਹੀਂ ਰੱਖ ਸਕਿਆ, ਤੇ ਉਹਦੇ ਕੋਲੋਂ 10 ਕਰੋੜ ਵੀ ਨਿਕਲ ਆਉਂਦਾ। ਫਿਰ ਉਹ ਕਹਿੰਦਾ ਵੀ ਉਹਨੂੰ ਜਿਵੇਂ ਤੁਸੀਂ ਫੜਨਾ ਫੜੋ, ਜਿਵੇਂ ਪੁੱਛਣਾ ਪੁੱਛੋ, ਮੇਰਾ ਕੋਈ ਕਸੂਰ ਨਹੀਂ। ਪਰ ਕਾਂਗਰਸ ਕਮੇਟੀ ਉਤਲੀ ਕਹਿੰਦੀ ਹੈ ਕਿ ਨਾ ਨਾ ਨਾ, ਇਹ ਤਾਂ ਬੜਾ ਦੁੱਧ ਧੋਤਾ, ਇਹਦਾ ਤਾਂ ਕਸੂਰ ਹੀ ਕੋਈ ਨਹੀਂ, ਇਹਨੂੰ ਤਾਂ ਧੱਕੇ ਨਾਲ ਫੜਿਆ। ਆਹੀ ਕੁਛ ਇੱਥੇ ਹੋਇਆ। ਵਾਈਸ ਚਾਂਸਲਰ ਕਹਿ ਰਿਹਾ ਪੇਪਰ ਲੀਕ ਕਰਿਆ, ਮੇਰਾ ਕਸੂਰ ਨਹੀਂ ਹੈ। ਪ੍ਰਗਟ ਸਿੰਘ ਕਹਿੰਦਾ ਕੋਈ ਗੜਬੜ ਹੋਈ ਨਹੀਂ। ਆਹ ਫਰਕ ਹੈ। ਫਿਰ ਇਸ ਤੋਂ ਅੱਗੇ ਜਾਣਾ ਮੈਂ, ਜਦ ਹਾਈ ਕੋਰਟ ਨੇ ਕਹਿਤਾ ਵੀ ਹੁਣ ਨਹੀਂ ਕਰਨਾ, ਇਹਨਾਂ ਨੇ ਰਾਤਾਂ ਨੂੰ ਆਰਡਰ ਦੇਣੇ ਸ਼ੁਰੂ ਕਰਤੇ। ਇਹਨਾਂ ਨੂੰ ਇੰਨੀ ਕਾਹਲੀ ਕੀ ਪਈ ਸੀ? ਕੀ ਲੋੜ ਸੀ ਇਸ ਗੱਲ ਦੀ? ਆਪ ਨਹੀਂ ਮੰਗਿਆ ਵੀ ਇਨਕੁਆਇਰੀ ਕਰੋ। ਹਾਈ ਕੋਰਟ 'ਚ ਬੱਚੇ ਜਾ ਰਹੇ, ਚੰਗੇ ਮਾੜੇ ਗਲਤ ਠੀਕ, ਇਸ 'ਚ ਨਹੀਂ ਮੈਂ ਜਾਂਦਾ, ਉਹ ਮਾਨਯੋਗ ਹਾਈ ਕੋਰਟ ਫੈਸਲਾ ਕਰੇਗੀ। ਉਹਨਾਂ ਦੇ ਵਕੀਲ ਨੇ, ਦੋਨਾਂ ਧਿਰਾਂ ਦੇ ਵਕੀਲ ਨੇ, ਸਰਕਾਰ ਦੇ ਵਕੀਲ ਨੇ। ਉੱਥੇ ਜਦ ਜਾ ਰਹੇ, ਜਦ ਮਾਨਯੋਗ ਹਾਈ ਕੋਰਟ ਨੇ ਕਹਿੰਦਾ ਵੀ ਹੁਣ ਤੋਂ ਤੁਸੀਂ ਕੁਝ ਨਹੀਂ ਕਰਨਾ, ਜੋ ਪਹਿਲਾਂ ਹੋ ਗਿਆ ਹੋ ਗਿਆ। ਇਹਨਾਂ ਨੇ ਰਾਤ ਨੂੰ ਬਿਠਾ ਕੇ ਕਿਉਂ ਸਟੇਸ਼ਨ ਅਲਾਟ ਕਰੇ? ਇਹਨਾਂ ਨੇ ਬਿਨਾਂ ਮੈਡੀਕਲ ਦੇ ਜੁਆਇਨ ਕਿਉਂ ਕਰਾਏ? ਇਹਨਾਂ ਨੂੰ ਅੱਜ ਤੱਕ ਐਂ ਕਰੋ, ਇਹਨਾਂ ਪ੍ਰੋਫੈਸਰ ਨੂੰ ਪੁੱਛੋ ਵੀ ਮੈਡੀਕਲ ਕਰਨ ਦੀ ਅਥਾਰਟੀ ਕੌਣ ਹੈ? ਅੱਜ ਜਿਹੜੇ ਤੁਹਾਡੇ ਧਰਨੇ ਮਾਰਨ ਵਾਲੇ ਨੇ ਇਹਨਾਂ ਨੂੰ ਪੁੱਛ ਲਿਓ। ਉਦੋਂ ਪਹਿਲਾਂ ਇਹਨਾਂ ਨੇ ਗਲਤੀ ਕਰੀ। ਇਹਨਾਂ ਨੇ ਗਲਤੀ ਕੀ ਕਰੀ? ਆਹ ਕਿਤਾਬ ਹੈ ਸਰਕਾਰ ਦੀ, ਜਿਹ 'ਚ ਲਿਖਿਆ ਜੇ ਪਬਲਿਕ ਸਰਵਿਸ ਕਮਿਸ਼ਨ 'ਚੋਂ ਪੋਸਟਾਂ, ਲੋਕ ਸੇਵਾ ਕਮਿਸ਼ਨ 'ਚੋਂ ਪੋਸਟਾਂ ਵਾਪਸ ਲੈਣੀਆਂ ਨੇ ਤਾਂ ਕਿਵੇਂ ਨੋਟੀਫਿਕੇਸ਼ਨ ਹੋਣੀ ਹੈ? ਇਹਨੂੰ ਪੁੱਛੋ ਵੀ ਕਰੀਏ, ਦਿਖਾਓ ਕਿੱਥੇ। ਹਮ ਵਾਪਸ ਲੈ ਰਹੇ हैं, ਏਦਾਂ ਹੀ ਵਾਪਸ ਲੈ ਲੋਗੇ? ਸਰਕਾਰ ਕੋਈ ਹਲਵਾਈ ਦੀ ਦੁਕਾਨ ਹੈ ਵੀ ਪਾਈਆ ਜਲੇਬੀਆਂ ਦੇ? ਸਰਕਾਰ ਹੈ, ਸਰਕਾਰ 'ਚ ਕੋਈ ਸਿਸਟਮ ਹੈ? ਸਿਸਟਮ ਤੋਂ ਬਗੈਰ ਕਿਵੇਂ ਕੰਮ ਹੋ ਜਾਊਗਾ? ਮੈਂ ਯੂਨੀਵਰਸਿਟੀ 'ਚ ਗਿਆ ਸੀ, ਸਿਸਟਮ ਦੀ ਗੱਲ ਦੱਸਦਾ ਮੈਂ ਤੁਹਾਨੂੰ। ਮੈਂ ਸਾਰੇ ਬੱਚੇ ਇਕੱਠੇ ਕਰ ਲਏ ਜਿਹੜੇ ਉੱਥੇ ਇੰਪਲਾਈ ਕੰਮ ਕਰਦੇ ਸੀ, ਯੰਗ ਸੀਗੇ। ਮੈਂ ਕਿਹਾ ਜੇ ਤੁਹਾਡਾ ਕਿਸੇ ਦਾ ਆਪਸ ਵਿੱਚ ਕੋਈ ਚੱਲਦਾ ਫਿਰ ਚੁੱਪ ਜੇ ਕਰਕੇ। ਮੈਂ ਕਿਸੇ ਦੀ ਕੋਈ ਅੰਗੇਜਮੈਂਟ ਵਗੈਰਾ ਕਹਿੰਦਾ ਹਾਂਜੀ ਇਹਨਾਂ ਦੀ ਹੋਈ ਹੈ। ਮੈਂ ਕਿਹਾ ਵਿਆਹ ਹੋਣਾ ਹੈ? ਕਹਿੰਦੇ ਹਾਂ। ਮੈਂ ਕਿਹਾ ਘਰਦਿਆਂ ਦੀ ਸਹਿਮਤੀ ਹੈ? ਕਹਿੰਦੇ ਹਾਂਜੀ ਦੋਹਾਂ ਦੀ ਸਹਿਮਤੀ। ਕਦ ਹੋਣਾ? 15 ਦਿਨ ਨਾਲ ਹੋਣਾ ਜੀ। ਮੈਂ ਜਿਹੜਾ 15 ਦਿਨ ਤੋਂ ਬਾਅਦ ਤੁਸੀਂ ਕਰਨ, ਜੇ ਪਹਿਲਾਂ ਹੀ ਕਰ ਲਓ ਫਿਰ ਕੀ ਫਰਕ ਹੈ? ਹੁਣ ਇਹ ਗੱਲ ਕਰਨੀ ਆਪਦੇ ਇੰਪਲਾਈ ਨਾਲ ਬਹੁਤ ਔਖੀ ਹੈ, ਪਰ ਮੈਂ ਕਰਦਾ ਇਹੋ ਜਿਹੀ ਗੱਲਾਂ, ਪਰ ਮੇਰਾ ਕੋਈ ਗੁੱਸਾ ਨਹੀਂ ਕਰਦੇ। ਉਹ ਚੁੱਪ ਜੇ ਕਰਕੇ ਯੰਗ ਬੱਚੇ ਕੀ ਕਹਿਣ ਮੈਨੂੰ, ਮੈਂ ਰਜਿਸਟਰਾਰ ਆ। ਮੈਂ ਕਿਹਾ ਕੋਈ ਫਰਕ ਨਹੀਂ ਪੈਂਦਾ, ਇੱਕ ਫਰਕ ਪੈਂਦਾ ਹੈ, ਪਵਿੱਤਰਤਾ ਭੰਗ ਹੋ ਗਈ। ਪਵਿੱਤਰਤਾ ਉਦੋਂ ਹੈ ਜਦ ਸਮਾਜ ਨੇ ਤੁਹਾਨੂੰ ਮਨਜ਼ੂਰੀ ਦਿੱਤੀ। ਜੇ ਸਮਾਜ ਦੀ ਮਨਜ਼ੂਰੀ ਤੋਂ ਬਿਨਾਂ ਹੋ ਗਿਆ, ਠੀਕ ਹੈ ਸਾਰੇ ਮੰਨਦੇ ਨੇ ਸਭ ਕੁਝ ਠੀਕ ਹੈ, ਉਹੀ ਹੋਣਾ ਜੋ ਹੋਣਾ, ਪਰ ਪਵਿੱਤਰਤਾ ਨਹੀਂ। ਜੇ ਤੁਸੀਂ ਪਵਿੱਤਰਤਾ ਭੰਗ ਕਰਕੇ ਸਾਰਾ ਜੀਵਨ ਜਿਉਣਾ, ਫਿਰ ਜਿਉ ਹੀ ਜਾਓ, ਫਿਰ ਤਾਂ ਮੈਂ ਰੋਕ ਨਹੀਂ ਸਕਦਾ। ਏਦਾਂ ਹੀ ਜੇ ਸਾਡਾ ਇੱਕ ਦਿਨ ਪਹਿਲਾਂ ਰਿਜ਼ਲਟ, ਇਹ ਮੈਂ ਕਿਹਾ ਕਿਉਂ, ਉਹਦਾ ਕਾਰਨ ਸੀ, ਜੇ ਸਾਡਾ ਰਿਜ਼ਲਟ ਇੱਕ ਦਿਨ ਪਹਿਲਾਂ ਬੱਚਿਆਂ ਨੂੰ ਪਤਾ ਲੱਗ ਗਿਆ, ਰਿਜ਼ਲਟ ਨਹੀਂ ਬਦਲ ਜਾਣਾ, ਫੇਲ ਬੱਚੇ ਨੇ ਪਾਸ ਨਹੀਂ ਹੋ ਜਾਣਾ,
ਪਰ ਪਵਿੱਤਰਤਾ ਭੰਗ ਹੋ ਗਈ ਯੂਨੀਵਰਸਿਟੀ ਦੀ। ਉਹ ਕਹਿਣਗੇ ਇਹਦਾ ਕੀ ਹੈ, ਜਿਹੜਾ ਮਰਜ਼ੀ ਜਾ ਕੇ ਪਤਾ ਕਰ ਲੈ ਪਹਿਲਾਂ ਹੀ। ਇੱਥੇ ਦੋ ਵੱਡੇ ਅਦਾਰਿਆਂ ਦੀ ਪਵਿੱਤਰਤਾ ਭੰਗ ਹਾਂ ਹੋਈ ਜੀ, ਪਹਿਲਾਂ ਯੂਨੀਵਰਸਿਟੀ ਉਹੀ ਮੈਂ ਹੋਈ, ਕਹਿੰਦਾ, ਫਿਰ ਮੈਂ ਜਿਹੜੀ ਗੱਲ ਕਹਿ ਰਿਹਾ ਵੀ ਜੇ ਉਹਨਾਂ ਨੂੰ ਸਮਝ ਆ ਗਈ, ਮੈਂ ਕਿਹਾ ਜੇ ਤੁਸੀਂ ਪਵਿੱਤਰਤਾ, ਮੈਂ ਤਾਂ 3 ਸਾਲ ਰਹਿਣਾ, ਮੈਂ ਤਾਂ ਐਕਸਟੈਂਸ਼ਨ ਲੈਣੀ ਨਹੀਂ, ਪਰ ਤੁਸੀਂ ਤਾਂ ਸਾਰੀ ਉਮਰ ਨੌਕਰੀ ਕਰਨੀ ਹੈ। ਜੇ ਲੋਕਾਂ ਤੇ ਕਹਣਾ ਬਾਬਾ ਫਰੀਦ ਯੂਨੀਵਰਸਿਟੀ ਦਾ ਕੀ ਹੈ ਜੀ, ਉੱਥੇ ਜਿਹੜਾ ਮਰਜ਼ੀ ਜਾ ਕੇ ਰਿਜ਼ਲਟ ਪਤਾ ਕਰ ਲੇ, ਜਿਹੜਾ ਮਰਜ਼ੀ ਰਿਜ਼ਲਟ ਬਦਲਵਾ ਲੇ, ਫਿਰ ਫੰਗਾਂ ਦੀਆਂ ਡਾਰਾਂ ਵੀ ਬਣ ਗਈਆਂ। ਉੱਥੇ ਤਾਂ ਪੇਪਰ ਪਾੜ ਦਿੰਦੇ ਨੇ ਜੀ, ਉੱਥੇ ਤਾਂ ਪੇਪਰ ਬਦਲ ਦਿੰਦੇ ਨੇ ਜੀ। ਮੈਂ ਜੇ ਤੁਸੀਂ ਆਏ ਜੀ ਨਾ, ਮੈਂ ਕਿਹਾ ਪਹਿਲੇ ਵਾਈਸ ਚਾਂਸਲਰ ਵੇਲੇ ਤੁਹਾਡੀ ਸਭ ਦੀ ਕੁਟਾਈ ਹੋਈ ਹੈ ਨਾ। ਮੈਂ ਕਿਹਾ ਹੁਣ ਪਿਆਰ ਲਾਲ ਗਰਗ 3 ਸਾਲ ਰਹੂਗਾ, 3 ਸਾਲ 'ਚ ਇੱਥੋਂ ਦੇ ਇੰਪਲਾਈ ਨੂੰ ਪੇਪਰ ਚਾਹੇ ਲੀਕ ਵੀ ਹੋਇਆ ਹੋਵੇ, ਕੋਈ ਗੜਬੜ ਹੋ ਜੇ, ਮੈਂ ਜ਼ਿੰਮੇਵਾਰ ਹੋਊਂਗਾ। ਕਿਸੇ ਇੰਪਲਾਈ ਨੂੰ ਕੋਈ ਹੱਥ ਨਹੀਂ ਲਾਏਗਾ। ਮੈਨੂੰ ਫੜਨ, ਮੈਨੂੰ ਕੁੱਟਣ, ਮੈਨੂੰ ਜੇਲ੍ਹ 'ਚ ਸੁੱਟਣ, ਮੈਨੂੰ ਸਜ਼ਾ ਦੇਣ, ਕਿਉਂਕਿ ਮੇਰੇ ਹੁਕਮ ਨਾਲ ਹੋ ਰਿਹਾ ਸਾਰਾ ਕੁਝ। ਤੁਸੀਂ ਕੰਮ ਕਰ ਰਹੇ ਹੋ, ਇਹ ਮੇਰੀ ਜ਼ਿੰਮੇਵਾਰੀ ਹੋਏਗੀ। ਸੋ ਜਦ ਤੱਕ ਤੁਸੀਂ ਸਮਾਜ ਦੇ ਵਿੱਚ ਮੈਂ ਕੀ ਕਰਾਂ ਜੀ, ਰਜਿਸਟਰ ਕੀ ਕਰਦਾ ਜੇ ਪੇਪਰ ਲੀਕ ਹੋਣਾ, ਵਾਈਸ ਚਾਂਸਲਰ ਕੀ ਕਰਦਾ? ਸੋ ਇਸ ਕਰਕੇ ਐ ਨਹੀਂ ਹੁੰਦਾ। ਸੋ ਇਹਨਾਂ ਨੇ, ਪ੍ਰਗਟ ਸਿੰਘ ਨੇ ਇੱਥੇ ਗਲਤੀ ਕਰੀ। ਜਦ ਹਾਈ ਕੋਰਟ ਨੇ, ਮਾਨਯੋਗ ਨੇ ਕਹਿਤਾ ਕਿ ਹੁਣ ਅੱਗੇ ਕੁਝ ਨਹੀਂ ਕਰਨਾ, ਇਹਨਾਂ ਨੇ ਕਿਉਂ ਕਰਿਆ? ਮੈਡੀਕਲ ਤੋਂ ਬਿਨਾਂ ਜੁਆਇਨ ਕਰਾਉਣਾ ਸ਼ੁਰੂ ਕਰਤਾ। ਅੱਛਾ, ਬੱਚਿਆਂ ਨੇ ਕੀ ਰੌਲਾ ਪਾਉਣਾ ਸ਼ੁਰੂ ਕਰਤਾ ਜੀ, ਪੁਲਿਸ ਵੈਰੀਫਿਕੇਸ਼ਨ ਨਹੀਂ ਹੋਈ। ਬੱਚਿਆਂ ਨੂੰ ਪਤਾ ਹੀ ਨਹੀਂ ਕਿ ਪੁਲਿਸ ਵੈਰੀਫਿਕੇਸ਼ਨ ਹੁੰਦੀ ਵੀ ਬਾਅਦ 'ਚ ਹੈ। ਪੁਲਿਸ ਵੈਰੀਫਿਕੇਸ਼ਨ ਕਦੀ ਵੀ ਪਹਿਲਾਂ ਨਹੀਂ ਕਰਦੇ ਆਮ ਤੌਰ ਤੇ, ਇਹ ਬਾਅਦ 'ਚ ਹੁੰਦੀ ਹੈ। ਪਹਿਲਾਂ ਮੈਡੀਕਲ, ਪਰ ਮੈਡੀਕਲ ਪਹਿਲਾਂ ਹੁੰਦਾ, ਔਰ ਉਹ ਮੈਡੀਕਲ ਬੋਰਡ ਤੋਂ ਹੁੰਦਾ। ਪੰਜਾਬ 'ਚ ਸਿਰਫ 3 ਜਗ੍ਹਾ ਤੇ ਬੋਰਡ ਨੇ, ਫਰੀਦਕੋਟ, ਕਿਉਂਕਿ ਮੈਡੀਕਲ ਬੋਰਡ ਉੱਥੇ ਹੋਣਾ ਜਿੱਥੇ ਮੈਡੀਕਲ ਕਾਲਜ ਹੈ ਸਰਕਾਰੀ, ਉਹ 3 ਨੇ, ਪਟਿਆਲਾ, ਅੰਮ੍ਰਿਤਸਰ ਤੇ ਫਰੀਦਕੋਟ। ਬਾਕੀ ਜਗ੍ਹਾ ਦਾ ਸਿਵਲ ਸਰਜਨ ਦਾ ਮੈਡੀਕਲ ਕਰ ਹੀ ਨਹੀਂ ਸਕਦਾ, ਕਿਉਂਕਿ ਉੱਥੇ ਪ੍ਰੋਫੈਸਰ ਅੱਖਾਂ ਦਾ, ਗਾਇਨੀ ਦਾ, ਮੈਡੀਸਨ ਦਾ, ਸਰਜਰੀ ਦਾ, 4 ਪ੍ਰੋਫੈਸਰਾਂ ਦਾ ਉਸ ਬੋਰਡ 'ਚ ਹਾਜ਼ਰ ਹੋਣਾ ਜ਼ਰੂਰੀ ਹੈ। ਹਾਂ, ਹੁਣ ਦੱਸੋ ਤੁਸੀਂ ਕੀ ਸਵਾਲ ਹੈ? ਇੱਕ ਤਾਂ ਪਹਿਲਾਂ ਚਲੋ ਜਿਵੇਂ ਤੁਸੀਂ ਦੱਸ ਦਿੱਤਾ ਹੈ ਕਿ ਵੀ ਯੂਨੀਵਰਸਿਟੀ ਦੇ ਵਿੱਚ ਵੀ ਕਿਤੇ ਨਾ ਕਿਤੇ ਕਮੀ ਰਹਿ ਗਈ ਹੈ, ਜਿਵੇਂ ਵਾਈਸ ਚਾਂਸਲਰ ਦੀ ਤੁਸੀਂ 2 ਪਵਿੱਤਰਤਾਵਾਂ ਭੰਗ ਹੋਈਆਂ ਨੇ, ਤੁਸੀਂ ਬੜੀ ਸੋਹਣੀ ਐਗਜ਼ਾਮਪਲ ਦਿੱਤੀ ਹੈ। ਹੁਣ ਜਿਹੜੀ ਮੈਂ ਫਿਰ ਤੋਂ ਉੱਥੇ ਬੈਕ ਲੈ ਕੇ ਜਾਵਾਂਗੀ, ਕਿਉਂਕਿ ਜੋ ਤੁਹਾਨੂੰ ਇੰਟਰਪਟ ਨਹੀਂ ਕਰਨਾ ਚਾਹੁੰਦੀ ਸੀਗੀ, ਜਦੋਂ ਗੱਲ ਆਉਂਦੀ ਕਿ ਜਿਹੜੇ ਤੁਸੀਂ 50 ਮਾਰਕਸ ਦੀ ਗੱਲ ਕਰ ਰਹੇ, 50 ਮਾਰਕਸ ਦੀ, ਅਸੀਂ ਇਹੀ ਗੱਲ ਕੀਤੀ ਸੀਗੀ ਜਦੋਂ ਧਰਨੇ ਤੇ ਬੈਠੇ ਸੀਗੇ, ਵੀ ਤੁਸੀਂ ਜਿਹੜਾ ਆਪਣਾ ਜਿਹੜਾ ਇੰਟਰਵਿਊ ਟੈਸਟ ਹੈ ਕਿਉਂ ਨਹੀਂ ਹੁੰਦੇ ਰਹੇ? ਉਹ ਯੂਜੀਸੀ ਟਰਮ ਐਂਡ ਕੰਡੀਸ਼ਨਸ ਪਾਸ ਕਰਕੇ ਫਿਰ ਹੀ ਆਏ ਸੀ। ਸਾਡੀ ਉਸ ਪ੍ਰੋਪਰ ਭਰਤੀ ਹੋਈ ਸੀ, ਯੂਜੀਸੀ ਮਤਲਬ ਜੋ ਵੀ ਉਹਨਾਂ ਦਾ ਪ੍ਰੋਸੀਜਰ ਹੈ ਉਹ ਅਡਾਪਟ ਕਰਕੇ ਭਰਤੀ ਹੋਈ ਸੀ। ਵਿੱਚੋਂ ਉਹਨਾਂ ਨੇ ਨਹੀਂ, ਜਿਹੜੀ ਗੱਲ ਕਹਿ ਰਹੇ ਹੋ ਉਹ ਬਿਲਕੁਲ ਠੀਕ ਹੈ, ਕਿਉਂਕਿ ਮੈਂ ਖੁਦ ਵੀ ਗੈਸਟ ਫੈਕਲਟੀ ਦੇ ਵਿੱਚ 2 ਸਾਲ ਜੌਬ ਕੀਤੀ ਆ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ। ਉੱਥੇ ਜੋ ਧਾਂਦਲੀਆਂ ਹੋਈਆਂ ਸੀਗੀਆਂ, ਇੱਕ ਪਾਸੇ ਬੀਐਡ ਪੀਐਚਡੀ ਵੀ ਮੈਂ ਕੀਤੀ ਹੋਈ, ਦੂਜੇ ਪਾਸੇ ਕੀ ਹੈ ਕਿ ਜਿਹੜੇ ਉੱਥੇ ਉਹਨਾਂ ਨੇ ਸੌਰੀ ਧੜੇਬੰਦੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਪੀਟੀਏ ਬਣਾਈਆਂ ਸੀਗੀਆਂ ਕਮੇਟੀਆਂ, ਤੇ ਉਹਨਾਂ ਨੇ ਕੀ ਕੀਤਾ ਸੀਗਾ ਵੀ ਤੁਹਾਨੂੰ ਇਹ ਯੂ ਨੋ ਬੈਟਰ ਦੈਨ ਮੀ ਕਿ ਉੱਥੇ ਧੜੇਬੰਦੀਆਂ ਬਹੁਤ ਰੱਖਿਆ ਸੀ, ਇਹ ਕਹਿਣ ਦੀ ਲੋੜ ਨਹੀਂ। ਹੁਣ ਜੇ ਇੱਕ ਜਿਹੜੀ ਸੱਤਾਧਾਰੀ ਪਾਰਟੀ ਦਾ ਬੰਦਾ ਉੱਥੇ ਸਰਪੰਚ ਆ, ਤੇ ਸਰਪੰਚ ਦੇ ਇੰਟਰਵਿਊ ਹੋ ਜਾਂਦੀ ਸੀ। ਮੈਂ ਸਕੂਲਾਂ ਦੇ ਵਿੱਚ ਕਿ +2 ਜਿਹੜੇ ਹਾਈ ਸਕੂਲਾਂ ਦੇ ਵਿੱਚ +2 ਪਾਸ ਦੇ ਮੁੰਡੇ ਕੁੜੀਆਂ ਰੱਖੇ ਗਏ ਨੇ ਉਸ ਫਾਰਸ਼ਾ ਦੇ ਉੱਪਰ। ਬਿਲਕੁਲ, ਹੁਣ ਉਹ ਕਹਿੰਦੇ ਸਾਨੂੰ ਰੈਗੂਲਰ ਕਰੋ। ਬਿਲਕੁਲ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਈਟੀਐਸ ਟੀਚਰ ਵਾਲੇ ਪਹਿਲਾਂ ਕਹਿੰਦੇ ਸਾਨੂੰ ਬਿਨਾਂ 8ਵੀਂ ਪਾਸ 10ਵੀਂ ਪਾਸ ਵੀ ਉਹ ਕਰਾਓ, ਜੇਵੀਟੀ ਈਟੀਟੀ, ਫਿਰ ਈਟੀਟੀ ਕਰਾ ਕੇ ਸਾਨੂੰ ਰੈਗੂਲਰ ਕਰੋ, ਫਿਰ ਹੁਣ ਕਹਿੰਦੇ ਬਿਨਾਂ ਟੈਸਟ ਦੀ ਕਰੋ। ਸੋ ਇਹ ਜਿਹੜਾ ਸਾਰਾ ਕੁਝ ਹੋਇਆ ਹੈ, ਇਲਾਹਾਬਾਦ ਹਾਈ ਕੋਰਟ ਦੀ ਇੱਕ ਜੱਜਮੈਂਟ ਹੈ, ਉਹਦੇ 'ਚ ਉਹਨਾਂ ਨੇ ਲਿਖਿਆ ਤੁਸੀਂ ਪੈਰਾ ਟੀਚਰ, ਘਟੀਆ ਟੀਚਰ, ਬਿਨਾਂ ਪੜ੍ਹਾਈ ਵਾਲੇ, ਬਿਨਾਂ ਕੁਆਲੀਫਿਕੇਸ਼ਨ ਵਾਲੇ ਭਰਤੀ ਕਰ ਰਹੇ ਹੋ ਪੈਸੇ ਲੈ ਕੇ, ਜਾਂ ਸਿਫਾਰਿਸ਼ ਨਾਲ, ਜਾਂ ਆਪਦੇ ਰਿਸ਼ਤੇਦਾਰ, ਕਿਉਂਕਿ ਤੁਹਾਨੂੰ ਬੱਚਿਆਂ ਦੀ ਪੜ੍ਹਾਈ ਨਾਲ ਕੋਈ ਤਾਲੁਕ ਨਹੀਂ। ਤੁਸੀਂ ਚੋਣਾਂ ਵੇਲੇ ਭਰਤੀ ਕਰਦੇ ਹੋ, ਤੁਸੀਂ ਸਿਰਫ ਐਜੂਕੇਸ਼ਨ ਚੋਣਾਂ ਕਰਕੇ ਚਲਾ ਰਹੇ ਹੋ, ਤੁਸੀਂ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਨਹੀਂ ਚਲਾ ਰਹੇ। ਇਸ ਕਰਕੇ ਹਰ ਜੋ ਵਿਅਕਤੀ ਸਰਕਾਰੀ ਖਜ਼ਾਨੇ 'ਚੋਂ ਕੋਈ ਵੀ ਲਾਭ ਲੈਂਦਾ ਹੈ, ਉਹਦਾ ਬੱਚਾ ਸਰਕਾਰੀ ਸਕੂਲ 'ਚ ਪੜ੍ਹੇਗਾ। ਜੇ ਉਹ ਨਹੀਂ ਪੜ੍ਹਾਏਗਾ ਸਰਕਾਰੀ ਸਕੂਲ 'ਚ, ਤਾਂ ਜਿੰਨਾ ਉਹ ਪ੍ਰਾਈਵੇਟ 'ਚ ਖਰਚਾ ਕਰਦਾ ਉਹ ਤੋਂ ਦੁੱਗਣੇ ਪੈਸੇ ਸਰਕਾਰ ਕੋਲ ਜਮ੍ਹਾਂ ਕਰਾਏਗਾ। ਇਹ ਫੈਸਲਾ ਇਹ ਲਾਗੂ ਕਰਦੇ ਪੰਜਾਬ ਸਰਕਾਰ। ਇਹ ਟੀਚਰ ਮੰਗ ਲੈਣ, ਕਿਉਂ ਨਹੀਂ ਮੰਗਦੇ? ਕਿਉਂਕਿ ਪੜ੍ਹਾਉਣਾ ਨਹੀਂ। ਤੁਹਾਨੂੰ ਇਹ ਪਤਾ ਵੀ ਪੰਜਾਬ ਦੇ 8ਵੀਂ ਦੇ ਵਿੱਚ ਪੜ੍ਹਦੇ ਬੱਚਿਆਂ ਨੂੰ 54% ਨੂੰ 735 ਨੂੰ ਜੇ 6 ਨਾਲ ਤਕਸੀਮ ਕਰਕੇ ਕਹਿ ਦਈਏ ਬਕਾਇਆ ਕੱਢੋ, ਆਉਂਦਾ ਨਹੀਂ। 16% ਨੂੰ ਦੂਜੀ ਦੀ ਕਿਤਾਬ ਨਹੀਂ ਆਉਂਦੀ। ਉਹ ਬੱਚੇ ਦਾ ਜੀਵਨ ਕਿਹਨੇ ਖਰਾਬ ਕਰਿਆ? ਬੱਚਾ ਤਾਂ ਰੋਜ਼ ਜਾਂਦਾ ਸਕੂਲ 'ਚ, ਪੜ੍ਹਾਉਣ ਵਾਸਤੇ ਕਿਸੇ ਬਿਲਡਿੰਗ ਦੀ ਲੋੜ ਨਹੀਂ ਹੈ। ਅਸੀਂ ਵੀ ਪੜ੍ਹਦੇ ਰਹੇ ਹਾਂ,
ਇਹ ਠੀਕ ਹੈ, ਬਿਲਡਿੰਗ ਚੰਗੀ ਹੋਵੇ, ਬੈਂਚ ਹੋਣ, ਆਡੀਓ ਵਿਜ਼ੂਅਲ ਏਡਸ ਹੋਣ, ਵਧੀਆ ਗੱਲ ਹੈ। ਪਰ ਜੇ ਇਹ ਸਭ ਕੁਝ ਹੋਵੇ ਤੇ ਪੜ੍ਹਾਈ ਹੋਣੀ ਨਹੀਂ, ਫਿਰ ਬੈਂਚਾਂ ਤੋਂ ਕੀ ਲੈਣਾ? ਬੱਚਾ ਉੱਥੇ ਬੈਂਚ ਤੇ ਬੈਠਣ ਨਹੀਂ ਜਾਂਦਾ, ਬੱਚਾ ਉੱਥੇ ਆਡੀਓ ਵਿਜ਼ੂਅਲ ਏਡ ਨਹੀਂ ਦੇਖਣ ਜਾਂਦਾ, ਉਹ ਘਰੇ ਵੀ ਦੇਖੀ ਜਾਊ ਮਾੜੀ ਮੋਟੀ ਜਿਹੜੀ ਦੇਖਣੀ ਹੈ। ਬੱਚਾ ਉੱਥੇ ਪੜ੍ਹਨ ਜਾਂਦਾ ਹੈ, ਹਸਪਤਾਲ 'ਚ ਮਰੀਜ਼ ਇਲਾਜ ਕਰਾਉਣ ਜਾਂਦਾ। ਜੇ ਉੱਥੇ ਇਲਾਜ ਹੀ ਨਹੀਂ ਹੋਣਾ, ਫਿਰ ਹਸਪਤਾਲ ਦੀ ਕੀ ਲੋੜ ਹੈ? ਫਿਰ ਕਰੇਨ ਨਾਲ ਕੇ ਢਾਹ ਦੇਣਾ ਚਾਹੀਦਾ ਹਸਪਤਾਲ। ਸੋ ਇਸ ਕਰਕੇ ਸਾਨੂੰ ਰੈਸ਼ਨੈਲਿਟੀ 'ਚ ਜਾਣਾ ਪਊ ਸਮਾਜ 'ਚ। ਜਿੰਨਾ ਚਿਰ ਅਸੀਂ ਰੈਸ਼ਨੈਲਿਟੀ 'ਚ ਨਹੀਂ ਜਾਵਾਂਗੇ, ਇਹ ਸਮਾਜ ਹੋਰ ਥੱਲੇ ਡੁੱਬੇਗਾ। ਸੋ ਮੇਰਾ ਇਹੀ ਹੈ ਵੀ ਜਦ ਹਾਈ ਕੋਰਟ ਨੇ, ਮਾਨਯੋਗ ਨੇ, ਇਹਨਾਂ ਨੂੰ ਕਹਿਤਾ ਵੀ ਅੱਗੇ ਨਹੀਂ ਕੁਝ ਕਰਨਾ, ਇਹਨਾਂ ਨੇ ਫੇਰ ਕਰਿਆ। ਆਪਦੀ ਇਨਕੁਆਇਰੀ ਤਾਂ ਕਰਨੀ ਕੀ ਸੀ। ਇਸ ਤੋਂ ਅੱਗੇ ਬਿਨਾਂ ਮੈਡੀਕਲ ਦੇ ਜੁਆਇਨ ਕਰਾਇਆ, ਇਹ ਖਾਲੀ ਸਬੂਤ ਹੁੰਦੀ ਹੈ। ਇਸ ਤੋਂ ਅੱਗੇ ਹਾਈ ਕੋਰਟ ਨੂੰ ਇੱਥੇ ਤੱਕ ਜਾਣਾ ਪਿਆ, ਮਾਨਯੋਗ ਹਾਈ ਕੋਰਟ ਨੂੰ ਇਹ ਹੁਕਮ ਕਰਨੇ ਪਏ ਵੀ ਸਾਨੂੰ ਜਿਵੇਂ ਮਹਿਕਮੇ ਤੇ ਵਿਸ਼ਵਾਸ ਨਹੀਂ ਹੁੰਦਾ ਕਿ ਚੀਫ ਸੈਕਟਰੀ ਦਾ ਰਿਕਾਰਡ ਸੀਲ ਕਰੇ। ਜੇ ਮੇਰੀ ਯੂਨੀਵਰਸਿਟੀ ਦਾ ਰਿਕਾਰਡ ਕਿਸੇ ਦੂਜੇ ਨੂੰ ਕਹਿੰਦੇ ਨੇ ਵੀ ਸੀਲ ਕਰ, ਤੇ ਮੈਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ। ਇਹਦਾ ਮੇਰਾ ਤਾਂ ਵਿਸ਼ਵਾਸ ਹੀ ਨਹੀਂ ਰਿਹਾ ਕੋਰਟ ਨੂੰ ਵੀ ਮੈਂ ਕੋਰਟ ਦੇ ਹੁਕਮ ਮੰਨ ਲਾਂਗਾ। ਹੁਣ ਮਾਨਯੋਗ ਹਾਈ ਕੋਰਟ ਨੇ ਕੀ ਕਿਹਾ? ਕੰਟੈਂਪਟ ਹੋਈ। ਕੰਟੈਂਪਟ ਦੇ ਵਿੱਚ ਇਹਨਾਂ ਨੇ ਪਟੀਸ਼ਨ ਜਵਾਬ ਪਾਤਾ DPI ਨੇ। ਜਿਹੜਾ DPI ਨੇ ਜਵਾਬ ਪਾਇਆ, ਮਾਨਯੋਗ ਹਾਈ ਕੋਰਟ ਨੇ ਕਿਹਾ ਕ੍ਰਿਸ਼ਨ ਕੁਮਾਰ ਖੁਦ ਜਵਾਬ ਦੇਵੇ, ਤੇਰੇ ਵਾਲਾ ਕੱਲੇ ਦਾ ਨਹੀਂ ਮੰਨਣਾ। ਨਾਲ ਪ੍ਰਿੰਸੀਪਲਾਂ ਨੂੰ ਸੰਮਨ ਕਰਿਆ ਕੰਟੈਂਪਟ ਦੇ ਵਿੱਚ, ਜਿਨ੍ਹਾਂ ਨੇ ਜੁਆਇਨ ਕਰਾ ਲਏ। ਫਿਰ ਇਸ ਤੋਂ ਅੱਗੇ ਕੀ ਹੋਇਆ? ਇੱਥੇ ਐਜੂਕੇਸ਼ਨ ਬਥੇਰੀਆਂ ਕਹਿਰ ਕਾਫਰੀਆਂ ਹੁੰਦੀਆਂ ਨੇ, ਇਹ ਗੈਸਟ ਫੈਕਲਟੀ ਨੂੰ ਪੁੱਛ ਲਓ। ਆ ਪ੍ਰਾਈਵੇਟ ਕਾਲਜਾਂ ਦੇ ਵਿੱਚ, ਆ ਤੁਹਾਡੇ ਜਲੰਧਰ ਇੱਥੇ ਮਕੇਰੀਆਂ ਚਲਾਇਆ, ਅਨਕੁਆਲੀਫਾਈਡ ਬੰਦਿਆਂ ਨੂੰ ਪ੍ਰਿੰਸੀਪਲ ਲਾਤਾ। ਔਰ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਹੀਂ ਉਹ ਕਰੀ ਸੀ, ਰਿਕੋਗਨੀਸ਼ਨ ਦਿੱਤੀ ਸੀ ਐਜ਼ ਸਹਾਇਕ ਪ੍ਰੋਫੈਸਰ ਜਾਂ ਐਸੋਸੀਏਟ ਪ੍ਰੋਫੈਸਰ, ਉਹਨਾਂ ਨੂੰ ਪ੍ਰਿੰਸੀਪਲ ਲਾਤਾ। ਔਰ 7-8 ਕਰੋੜ ਰੁਪਏ ਦਾ ਪੰਜਾਬ ਸਰਕਾਰ ਨੂੰ ਘਾਟਾ ਪਤਾ। DPI ਦਾ ਨੁਮਾਇੰਦਾ ਵਿੱਚ ਸੀ, DPI ਦੇ ਨੁਮਾਇੰਦੇ ਨੂੰ ਕਿਉਂ ਨਾ ਸਜ਼ਾ ਮਿਲੇ। ਸੋ ਜਿਹੜੇ ਐਜੂਕੇਸ਼ਨਿਸਟਾਂ ਨੇ, ਜਿੱਥੇ ਜਿੱਥੇ ਕਮੇਟੀਆਂ ਜਾ ਰਹੇ ਨੇ, ਕੋਈ ਜ਼ਮਾਨਾ ਸੀ ਬਹੁਤ ਉੱਚੇ ਹੁੰਦੇ ਸੀ ਐਜੂਕੇਸ਼ਨ ਦੇ ਸਾਹਮਣੇ। ਸਾਡੇ ਵੀ ਪ੍ਰੋਫੈਸਰ ਰਹੇ ਨੇ, ਆਰਟਸ ਕਾਲਜਾਂ, ਸਾਇੰਸ ਕਾਲਜਾਂ 'ਚ ਵੀ ਰਹੇ ਨੇ। ਮਜ਼ਾਲਾ ਕੋਈ ਬੱਚਾ ਦਾ ਇੱਧਰ ਉੱਧਰ ਦੀ ਗੱਲ ਕਰਨ, ਉਹ ਚੰਗੀਆਂ ਗੱਲਾਂ ਕਰਦੇ ਸੀ, ਇਨਸਾਫ ਕਰਦੇ ਸੀ, ਕੋਈ ਬੱਚੇ ਨਾਲ ਬੈਰ ਵਿਰੋਧ ਨਹੀਂ ਹੁੰਦਾ ਸੀ। ਅੱਜ ਵਾਲੇ ਤਾਂ ਨਾ ਤਾਂ ਲਾਇਕ ਨੇ ਉਹਨੇ, ਨਾ ਉਹ ਇਨਸਾਫ ਦੀ ਗੱਲ ਚੱਲਦੇ ਨੇ। ਕਹਿਣ ਬਾਬਰ ਕੇ GCLA ਕੀ ਕਰਦਾ? GCLA ਕਿਉਂ ਨਹੀਂ ਕਹਿੰਦੀ ਵੀ ਹੇਰਾਫੇਰੀ ਹੋਈ ਹੈ? GCLA ਕੀ ਕਰਦੀ ਹੈ? ਮੈਨੂੰ ਇਹ ਦੱਸੇ। GCLA ਉਹ ਹੇਰਾਫੇਰੀ ਦੀ ਗੱਲ ਕਿਉਂ ਨਹੀਂ ਕਰਦੇ ਵੀ ਹੇਰਾਫੇਰੀ ਹੋਈ ਹੈ? ਜੀ ਮਾੜੀ ਗੱਲ ਹੈ, ਨਹੀਂ ਕਹਿਣਗੇ। ਉਹਨਾਂ ਸਭ ਕੁਝ ਠੀਕ ਹੈ, ਕਿਉਂਕਿ ਉਹੀ GCLA ਗੈਸਟ ਫੈਕਲਟੀ ਨੂੰ ਰੈਗੂਲਰ ਕਰਨ ਦੀ ਗੱਲ ਤਾਂ ਕਰਦੀ ਹੈ। ਉਹੀ GCLA ਇਹ ਗੱਲ ਨਹੀਂ ਕਰਦੀ ਵੀ ਗੈਸਟ ਫੈਕਲਟੀ ਨੂੰ ਤਾਂ ਟੰਗੀ ਰੱਖਦੇ ਹੋ ਤੇ ਆਪ ਪੜ੍ਹਾਉਂਦੇ ਨਹੀਂ। ਸੋ ਇਸ ਕਰਕੇ ਸਰਕਾਰ ਨੇ ਨਜਾਇਜ਼ ਕਰੀ ਹੋਈ ਹੈ। ਸਰਕਾਰ ਨੂੰ ਅਜੇ ਵੀ ਸਮਝਣਾ ਚਾਹੀਦਾ ਹੈ, ਸਰਕਾਰ ਦੇ ਸਕੱਤਰ ਤੇ ਐਕਸ਼ਨ ਹੋਣਾ ਚਾਹੀਦਾ, ਕਿਉਂਕਿ ਉਹਨੇ ਹਾਈ ਕੋਰਟ ਦਾ ਆਰਡਰ ਨਹੀਂ ਮੰਨਿਆ। ਔਰ ਮੇਰੀ ਤਾਂ ਹਾਈ ਕੋਰਟ ਨੂੰ ਵੀ, ਮਾਨਯੋਗ ਹਾਈ ਕੋਰਟ ਨੂੰ ਵੀ ਦੇਖਣਾ ਪਏਗਾ ਵੀ ਜੇ ਉਹਨਾਂ ਦਾ ਹੁਕਮ ਇਦਾਂ ਹੀ ਟਾਲੀ ਜਾਂਦਾ ਹੈ ਇੱਕ IAS ਅਫਸਰ, ਤੇ ਉਹਨੂੰ ਤਾਂ ਸਜ਼ਾ ਦੇਣੀ ਬਣਦੀ ਹੈ। ਉਹ ਤੋਂ ਬਗੈਰ ਕੰਮ ਨਹੀਂ ਚੱਲ ਸਕਦਾ। ਅਸੀਂ ਮੈਡਮ ਇੱਕ ਸਿਸਟਮ 'ਚ ਕੰਮ ਕਰਦੇ ਹਾਂ। ਮੈਂ ਜਿੰਨਾ ਮਰਜ਼ੀ ਦੁੱਧ ਧੁੱਤ ਹੋਵਾਂ, ਮੈਂ ਜਿੰਨੀ ਮਰਜ਼ੀ ਸਰਜਰੀ ਚੰਗੀ ਕਰੀ ਹੋਵੇ, ਜੇ ਕੋਰਟ ਨੇ ਮੇਰੇ ਖਿਲਾਫ ਵਰਡਿਕਟ ਦੇਤਾ ਵੀ ਤੂੰ ਗਲਤੀ ਕਰੀ ਹੈ, ਮੇਰੇ ਕੋਲ ਦੋ ਹੀ ਆਪਸ਼ਨਾਂ ਨੇ, ਜਾਂ ਉਹਨੂੰ ਮੰਨ ਲੈਣਾ ਜਾਂ ਉਹਨੂੰ ਚੈਲੰਜ ਕਰਨਾ। ਜੇ ਮੇਰੇ ਕੋਲ ਚੈਲੰਜ ਕਰਨ ਦਾ ਅਧਿਕਾਰ ਹੈ, ਉਦੋਂ ਉੱਚਲੀ ਕੋਰਟ 'ਚ ਆਪੇ ਫਾਈਲ ਦੱਬ ਕੇ ਬੈਠ ਜਾਣਾ, ਆਪਣੀ ਮਰਜ਼ੀ ਕਰਨ ਦਾ ਮੇਰੇ ਕੋਲ ਜਰਾ ਵੀ ਅਧਿਕਾਰ ਨਹੀਂ। ਮੈਂ ਸਾਰੀ ਉਮਰ ਸਰਕਾਰ 'ਚ ਰਿਹਾ, ਯੂਨੀਵਰਸਿਟੀਆਂ 'ਚ ਰਿਹਾ। ਮਜ਼ਾਲਾ ਕਦੇ ਅਸੀਂ ਕੋਰਟ ਦਾ, ਥੱਲੇ ਵਾਲੀ ਕੋਰਟ ਦਾ ਵੀ ਹੁਕਮ ਮੋੜਿਆ ਹੋਵੇ? ਮੋੜ ਹੀ ਨਹੀਂ ਸਕਦੇ ਅਸੀਂ। ਜੇ ਮੋੜਾਂਗੇ, ਹਨੇਰੀ 'ਚ ਸਾਨੂੰ ਕੋਰਟ ਕੁਛ ਨਾ ਕਹੇ, ਵੱਖਰੀ ਗੱਲ ਹੈ। ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਆਪਣੀ ਗੱਲ ਖਤਮ ਕਰਾਂਗਾ। ਐਡਮਿਸ਼ਨ ਦਾ ਹੀ ਮਾਮਲਾ ਸੀ। ਮਾਨਯੋਗ ਹਾਈ ਕੋਰਟ ਨੇ ਇੱਕ ਸਾਡੇ ਖਿਲਾਫ ਫੈਸਲਾ ਕਰਤਾ, ਅਸੀਂ ਸੁਪਰੀਮ ਕੋਰਟ 'ਚ ਪਾਉਣੀ ਸੀ, ਤੇ ਮਾਨਯੋਗ ਹਾਈ ਕੋਰਟ ਨੇ, ਉਹ ਅਗਲੇ ਨੇ ਕੰਟੈਂਪਟ ਪਾਤੀ, ਦੂਜੀ ਧਿਰ ਨੇ। ਅਸੀਂ ਉਹਨਾਂ ਨੂੰ ਲਿਖ ਕੇ ਬੇਨਤੀ ਕਰੀ ਔਰ ਪ੍ਰਿੰਸੀਪਲ ਸੈਕਟਰੀ ਦੇ ਸਾਈਨਾਂ 'ਚ ਫਾਈਲ ਕਰੀ ਅਰਜੀ ਕਿ ਅਸੀਂ ਬੇਨਤੀ ਕਰਦੇ ਹਾਂ ਮਾਨਯੋਗ ਹਾਈ ਕੋਰਟ ਨੂੰ, ਅਸੀਂ ਹਾਈ ਕੋਰਟ ਤੋਂ ਬਾਹਰ ਨਹੀਂ ਹਾਂ, ਅਸੀਂ ਹਾਈ ਕੋਰਟ ਦਾ ਹਰ ਹੁਕਮ ਮੰਨਣਾ ਹੈ। ਹਾਈ ਕੋਰਟ ਸਰਵਉੱਚ ਹੈ ਸਾਡੇ ਵਾਸਤੇ ਸੂਬੇ 'ਚ। ਅਸੀਂ ਕੋਈ ਜੁਰਤ ਨਹੀਂ ਕਰ ਸਕਦੇ ਹਾਈ ਕੋਰਟ ਦੇ ਹੁਕਮ ਨੂੰ ਅਵੇਲ ਨਾ ਕਰਨ ਦੀ। ਹਾਈ ਕੋਰਟ ਨੂੰ ਅਸੀਂ ਸਭ ਤੋਂ ਉੱਚ ਮਾਨਤਾ 'ਚ ਦਿੰਦੇ ਹਾਂ। ਪਰ ਇਹ ਮਾਮਲਾ ਬਹੁਤ ਵੱਡਾ ਹੈ, ਇਹ ਪੂਰੇ ਦੇਸ਼ ਤੇ ਪ੍ਰਭਾਵ ਪਾਉਣ ਵਾਲਾ ਹੈ। ਅਸੀਂ ਹਾਈ ਕੋਰਟ, ਮਾਨਯੋਗ ਹਾਈ ਕੋਰਟ ਨੂੰ ਬੇਨਤੀ ਕਰਦੇ ਹਾਂ ਕਿ ਇਹਨੂੰ ਲਾਗੂ ਕਰਨ ਵਾਸਤੇ ਸਾਡੇ ਤੇ ਜ਼ੋਰ ਨਾ ਪਾਵੇ ਅਜੇ, ਤਾਂ ਕਿ ਅਸੀਂ ਮਾਨਯੋਗ ਸੁਪਰੀਮ ਕੋਰਟ 'ਚੋਂ ਇਹਦਾ ਪੱਕਾ ਫੈਸਲਾ ਕਰਾ ਦਈਏ, ਕਿਉਂਕਿ ਪੂਰੇ ਦੇਸ਼ ਨੂੰ ਪ੍ਰਭਾਵਿਤ ਕਰੇਗਾ। ਇਸ ਕਰਕੇ ਕਹਿੰਦੇ ਹਾਂ। ਸੋ ਤੁਹਾਨੂੰ ਹਾਈ ਕੋਰਟ ਨੂੰ ਬੇਨਤੀ ਕਰ, ਤੁਸੀਂ ਹਾਈ ਕੋਰਟ ਦੇ ਹੁਕਮ ਨੂੰ ਕਿਵੇਂ ਮੋੜ ਦੋਗੇ?
ਜੇ ਤੁਸੀਂ ਹਾਈ ਕੋਰਟ ਦੇ ਹੁਕਮ ਨੂੰ ਮੋੜਦੇ ਹੋ ਫਿਰ ਤੁਸੀਂ ਸੈਕਟਰੀ ਕਰਦੇ ਹੋ, ਤੁਹਾਡਾ ਹੁਕਮ ਕਿਉਂ ਮੰਨੂ? ਕ੍ਰਿਸ਼ਨ ਕੁਮਾਰ ਦਾ ਹੁਕਮ ਕੋਈ ਕਿਉਂ ਮੰਨੂ? ਜੇ ਕ੍ਰਿਸ਼ਨ ਕੁਮਾਰ ਦਾ ਨਹੀਂ ਮੰਨਿਆ ਡੀਪੀਆਈ ਦਾ ਕੋਈ ਕਿਉਂ ਮੰਨੂ? ਫਿਰ ਜੇ ਡੀਪੀਆਈ ਦਾ ਨਹੀਂ ਮੰਨਿਆ ਫਿਰ ਪ੍ਰਿੰਸੀਪਲ ਦਾ ਹੁਕਮ ਕਿਉਂ ਮੰਨੂ? ਜੇ ਪ੍ਰਿੰਸੀਪਲ ਦਾ ਨਹੀਂ ਮੰਨਿਆ ਫਿਰ ਟੀਚਰ ਦਾ ਹੁਕਮ ਬੱਚੇ ਕਿਉਂ ਮੰਨਣਗੇ? ਅਸੀਂ ਇੱਕ ਸਿਸਟਮ 'ਚ ਰਹਿ ਰਹੇ ਹਾਂ। ਉਹ ਸਿਸਟਮ 'ਚ ਕੋਰਟਾਂ ਉੱਤੇ ਨੇ। ਇਹ ਕਾਲਜਾਂ ਦੇ ਟੀਚਰਾਂ ਨੂੰ ਪਤਾ ਹੀ ਨਹੀਂ ਵੀ ਕੋਰਟਾਂ ਕੋਲ ਐਡੀਸ਼ਨਲ ਸੈਸ਼ਨ ਜੱਜ ਕੋਲ ਕੀ ਪਾਵਰਾਂ ਨੇ। ਮੈਂ ਕਿਹੜੀ ਪਰਵਾਹ ਕਰਦਾ ਵੀ ਤੁਹਾਨੂੰ ਆਜ਼ਾਦ ਇਸ ਕਰਕੇ ਛੱਡਿਆ, ਤੁਸੀਂ ਆਪਦੇ ਆਜ਼ਾਦੀ ਵਾਲੇ ਕਰਮ ਕਰੋ। ਇਹਦਾ ਮਤਲਬ ਇਹ ਨਹੀਂ ਹੈ ਵੀ ਬਾਕੀ ਸਿਸਟਮ ਧੱਤਾ ਹੋ ਗਿਆ, ਉਹਦੀ ਕੋਈ ਜਾਨ ਨਹੀਂ ਹੈ, ਉਹ ਕੁਛ ਜਿੱਦੇ ਉਹ ਟੰਗਣ ਲੱਗ ਗਿਆ ਸਿਸਟਮ, ਤੁਸੀਂ ਤਾਂ ਪਾਣੀ ਨਹੀਂ ਮੰਗਣਾ। ਸੋ ਇਸ ਕਰਕੇ ਇਹ ਜਾਤੀ ਕਰੀ ਹੈ, ਇਹ ਸਿਸਟਮ ਨੂੰ ਤੋੜਿਆ। ਇਹ ਸਾਡੇ ਚੰਗੇ ਭਲੇ ਜਿਹੜਾ ਸਿਸਟਮ ਚੱਲਦਾ, ਜਿਹੜਾ ਸਾਡਾ ਸੈੱਟ ਨੋਰਮ ਹੈ ਕਿ ਜੋ ਐਗਜ਼ੈਕਟਿਵ ਨੇ ਫੈਸਲਾ। ਮੈਂ ਤੁਹਾਨੂੰ ਇੱਕ ਲਾਸਟ ਗੱਲ ਹੋਰ ਸੁਣਾ ਦਿੰਦਾ। ਮੇਰੇ ਵਾਈਸ ਚਾਂਸਲਰ ਨੇ ਕੋਈ ਬਣਾਇਆ ਰੂਲ, ਮੈਂ ਕਿਹਾ ਸਰ ਇਹ ਕਾਨੂੰਨ ਦੇ ਹਿਸਾਬ ਨਾਲ ਠੀਕ ਨਹੀਂ। ਮੈਂ ਬਣਾਇਆ? ਕਹਿੰਦੇ ਮੈਂ ਜੀ ਤੁਸੀਂ ਬਣਾਇਆ ਪਰ ਇਹ ਠੀਕ ਨਹੀਂ। ਨਹੀਂ ਮੈਂ ਬਣਾਇਆ। ਮੈਂ ਕਿਹਾ ਵੀ ਇਹ ਤਾਂ ਇਹਨਾਂ ਨੇ ਮੇਰੀ ਗੱਲ ਤਾਂ ਸੁਣਨੀ ਨਹੀਂ। ਮੈਂ ਕਿਹਾ ਸਰ ਇਹ ਮੈਂ ਕਿਉਂ ਨਹੀਂ ਬਣਾ ਸਕਿਆ? ਕਹਿੰਦੇ ਤੁਹਾਡੇ ਕੋਲ ਪਾਵਰ ਨਹੀਂ। ਮੈਂ ਬਸ ਇਹੀ ਗੱਲ ਹੈ, ਜਿਵੇਂ ਤੁਸੀਂ ਬਣਾਇਆ ਤੁਹਾਡੇ ਉੱਤੇ ਸਬ ਜੱਜ ਦੀ ਪਾਵਰ ਹੈ ਵੀ ਉਹਨੂੰ ਸੈਟੀਸਫਾਈਡ ਕਰਦੇ ਵੀ ਕਾਨੂੰਨ ਗਲਤ ਹੈ। ਕਾਨੂੰਨ ਬਣਾਉਣਾ ਸਾਡਾ ਅਧਿਕਾਰ ਹੈ, ਉਹਦੀ ਇੰਟਰਪ੍ਰੀਟੇਸ਼ਨ ਸਾਡੇ ਕੋਲ ਉਨਾ ਚਿਰ ਹੈ ਜਿੰਨਾ ਚਿਰ ਕੋਰਟ 'ਚ ਨਹੀਂ ਜਾਂਦਾ ਕੇਸ। ਇੱਥੇ ਹਾਈ ਕੋਰਟ 'ਚ ਹੋਇਆ ਸੀ। ਮੈਂ ਕਿਹਾ ਜੀ ਇਹਦਾ ਮਤਲਬ, ਚੀਫ ਜਸਟਿਸ ਸਾਹਿਬ ਕਹਿੰਦੇ ਕੀਪ ਕੁਆਇਟ, ਹੁਣ ਇੰਟਰਪ੍ਰੀਟੇਸ਼ਨ ਅਸੀਂ ਕਰਨੀ ਹੈ, ਤੁਸੀਂ ਨਹੀਂ ਕਰਨੀ। ਵੀ ਇਹਦਾ ਮਤਲਬ ਕੀ ਹੈ? ਮਤਲਬ ਅਸੀਂ ਕੱਢਣ ਨੂੰ ਬੈਠਾ। ਸੱਚ ਹੈ। ਜਿਹੜੀ ਮੈਂ ਚਿੱਠੀ ਵੀ ਲਿਖਤੀ, ਉਹ ਚਿੱਠੀ 'ਚ ਜੇ ਰੌਲਾ ਪੈ ਗਿਆ, ਕੋਰਟ 'ਚ ਕੇਸ ਚਲਾ ਗਿਆ, ਫਿਰ ਮੈਂ ਨਹੀਂ ਕਹਿ ਸਕਦਾ ਇਹਦਾ ਮਤਲਬ ਆ ਹੈ। ਮੈਂ ਕਹਾਂਗੀ ਜੀ ਮੈਂ ਇਸ ਮਤਲਬ ਨਾਲ ਲਿਖੀ ਹੈ, ਉਹਦਾ ਮਤਲਬ ਐਕਚੁਅਲ ਕੀ ਬਣਦਾ ਉਹ ਲਿਖੇ ਹੋਏ ਦਾ, ਉਹ ਮਾਨਯੋਗ ਅਦਾਲਤ ਕੱਢੇਗੀ। ਉਹ ਮੈਨੂੰ ਕੋਈ ਹੱਕ ਨਹੀਂ ਹੈ। ਮੈਂ ਸਿਰਫ ਇਹ ਦੱਸਾਂਗਾ ਕਿ ਜੀ ਮੈਂ ਇਸ ਇਰਾਦੇ ਨਾਲ ਲਿਖੀ ਹੈ। ਉਹਨੂੰ ਮੰਨਦੀ ਹੈ ਕੋਰਟ, ਨਹੀਂ ਮੰਨਦੀ ਕੋਰਟ ਦਾ ਕੰਮ ਹੈ। ਮੈਂ ਇਹ ਨਹੀਂ ਕਹਿ ਸਕਦਾ ਵੀ ਨਹੀਂ ਜੀ ਮੈਂ ਤਾਂ ਐਂ ਕਰਤਾ। ਟੀਚਰਾਂ ਨੂੰ ਤਾਂ ਬਹੁਤ ਖੁੱਲ੍ਹ ਦਿੱਤੀ ਹੈ। ਕੋਰਟਾਂ ਪੇਪਰ ਮਾਰਕ ਕਰੇ ਹੋਏ 'ਚ ਦਖਲਅੰਦਾਜ਼ੀ ਨਹੀਂ ਕਰਦੀਆਂ, ਚਾਹੇ ਟੀਚਰ ਨੇ ਸਾਈ ਸਵੇਰ ਦੀ ਕਰਤੀ ਹੋਵੇ। ਉਹ ਕਹਿੰਦੇ ਨਹੀਂ ਜੀ ਟੀਚਰ ਦੀ ਅਸੀਂ ਇੱਜ਼ਤ ਰੱਖਦੇ ਹਾਂ, ਉਹ ਕੀ ਦੁਬਾਰਾ ਮਾਰਕ ਨਹੀਂ ਕਰਾ ਸਕਦੀਆਂ। ਇੱਕ ਵਾਰ ਸਾਡੇ ਹੋਇਆ, ਬੱਚੇ ਨੂੰ ਫੇਲ ਕਰਤਾ ਸੀ, ਉਹਨਾਂ ਨੇ ਪੀਜੇ ਨੂੰ ਚੱਕ ਕੇ ਪੇਪਰ ਭੇਜਤਾ। ਮੇਰੇ ਤੋਂ ਪਹਿਲਾਂ ਦੀ ਗੱਲ ਹੈ, ਯੂਨੀਵਰਸਿਟੀ 'ਚ ਰੌਲਾ ਪੈ ਗਿਆ ਕਿ ਵੀ ਜਾਣ ਕੇ ਫੇਲ ਕਰਿਆ, ਪੀਜੇ ਨੂੰ ਪੇਪਰ ਭੇਜਤਾ ਤੇ ਪੀਜੇ 'ਚੋਂ ਪਾਸ ਹੋ ਗਈ ਕੁੜੀ। ਉਹਨੇ ਸਿੱਧਾ ਐਲੀਗੇਸ਼ਨ ਲਾਇਆ ਕਿ ਜੀ ਆਪਦੇ ਮੁੰਡੇ ਨਾਲ, ਦੋਸਤ ਦੇ ਮੁੰਡੇ ਨਾਲ ਮੇਰਾ ਵਿਆਹ ਕਰਾਉਣਾ ਚਾਹੁੰਦਾ ਸੀ, ਮੈਂ ਮਨਾ ਕਰਤਾ, ਮੈਨੂੰ ਤਾਂ ਫੇਲ ਕਰਿਆ। ਸੋ ਮੈਂ ਐ ਨਹੀਂ ਹੈ ਵੀ ਅਸੀਂ ਐਕੈਡੈਮਿਕਸ ਨਹੀਂ ਦੇਖੀ, ਇਹਨਾਂ ਨੇ ਤਾਂ ਉਹੀ ਜਿਹੀ ਐਕੈਡੈਮਿਕਸ ਦੇਖੀ ਨਹੀਂ। 50% ਪਾਸ ਮਾਰਕਸ ਹੋਣੇ ਨੇ ਜਿੱਤੇ 4 ਐਗਜ਼ਾਮੀਨਰ ਬੈਠੇ ਨੇ, 12 ਘੰਟੇ ਇਮਤਿਹਾਨ ਹੋਣਾ। ਇਹਨਾਂ ਨੇ ਕਦੇ 12 ਘੰਟੇ ਇਮਤਿਹਾਨ ਲਿਆ? ਇਹਨਾਂ ਨੇ ਕਦੇ PhD ਦਾ ਬਾਈਬਲ ਲਿਆ 12 ਘੰਟੇ? ਕੀ ਕਰਨਾ ਕਰਦੇ ਨੇ? ਸੋ ਇਹਨਾਂ ਦਾ ਆਪਣਾ ਸਿਸਟਮ ਹੈ, ਮੈਡੀਕਲ ਦਾ ਆਪਣਾ ਸਿਸਟਮ ਹੈ। ਪਰ ਇਹ ਨਹੀਂ ਹੈ ਵੀ ਮੈਡੀਕਲ 'ਚ ਕੋਈ ਐਕੈਡੈਮਿਕਸ ਨਹੀਂ ਹੈ, ਮੈਡੀਕਲ 'ਚ ਕੋਈ ਐਡਮਿਨਿਸਟ੍ਰੇਸ਼ਨ ਨਹੀਂ ਹੈ। ਤੁਹਾਨੂੰ ਐਕੈਡੈਮਿਕਸ ਐਂਡ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਹ ਸਮਝਣਾ ਪਊਗਾ, ਤੁਸੀਂ ਜਿੰਨੇ ਮਰਜ਼ੀ ਮਾਹਰ ਹੋ, ਅਦਾਲਤ ਤੁਹਾਡੇ ਉੱਤੇ ਹੈ ਤੇ ਅਦਾਲਤ ਦਾ ਹੁਕਮ ਮੰਨਣਾ ਤੁਹਾਡੀ ਡਿਊਟੀ ਹੈ। ਇਹਨਾਂ ਨੇ ਪੈਰ ਤੇ ਗਲਤੀਆਂ ਕਰੀਆਂ ਨੇ ਔਰ ਹੁਣ ਬੱਜਰ ਗਲਤੀ ਕਰੀ ਹੈ। ਇਹ ਬੱਜਰ ਗਲਤੀ ਇਹ ਹੈ ਕਿ ਜੇ ਚੀਫ ਸੈਕਟਰੀ ਸਾਹਿਬ ਨੂੰ ਹੁਕਮ ਕਰਤਾ ਮਾਨਯੋਗ ਅਦਾਲਤ ਨੇ, ਹਾਈ ਕੋਰਟ ਨੇ, ਕਿ ਇਹਨਾਂ ਦਾ ਰਿਕਾਰਡ ਸੀਲ ਕਰ ਦਿਓ, ਉਦੋਂ ਬਾਅਦ ਜਿਹੜੀ ਵੀ ਕਾਰਵਾਈ ਕਰੀ ਹੈ ਇਦੋਂ ਵੱਡੀ ਕਹਿਰ ਕਾਫੀ ਮੁਲਕ ਦੇ ਸੰਵਿਧਾਨ ਨਾਲ, ਮੁਲਕ ਦੇ ਪ੍ਰਸ਼ਾਸਨ ਦੇ ਸਿਸਟਮ ਨਾਲ, ਮੁਲਕ ਦੇ ਇੱਥੇ ਰਾਜ ਨੂੰ ਚਲਾਉਣ ਦੇ ਪ੍ਰਣਾਲੀ ਦੇ ਨਾਲ, ਮਰਿਆਦਾ ਦੇ ਨਾਲ ਇਦੋਂ ਵੱਡਾ ਧੱਕਾ ਕੋਈ ਨਹੀਂ ਹੋ ਸਕਦਾ। ਜੇ ਕਾਬੇ ਚੋਂ ਕੁਫਰ ਨਿਕਲੇਗਾ ਫਿਰ ਸੱਚ ਨਹੀਂ ਮਿਲ ਸਕਦਾ। ਬਹੁਤ ਵੱਡੀ ਚੁਣੌਤੀ ਹੈ ਕਿ ਖਿਲਵਾੜ ਹੋਇਆ। 2 ਵਾਰ ਜਿਹੜਾ ਕੰਟੈਂਪਟ ਆਫ ਕੋਰਟ ਲੱਗ ਚੁੱਕਾ ਦੇ ਬਾਵਜੂਦ ਇੱਥੇ ਇੱਕ ਜਦੋਂ ਪ੍ਰੋਸੀਜਰ ਸੀਲਡ ਹੋ ਗਿਆ ਸੀਗਾ, ਤਾਂ ਮੇਰਾ ਖਿਆਲ ਹੈ ਕਿ ਸਪੀਕਰ ਸਾਹਿਬ ਨੇ ਇੱਕ ਹੋਰ ਰਸਤਾ ਕੱਢ ਲਿਆ, ਉਹਨਾਂ ਨੂੰ ਪੈਡਾਗੋਜੀਕਲ ਟ੍ਰੇਨਿੰਗ ਬਣਾ ਕੇ ਉੱਥੇ ਭੇਜ ਦਿੱਤਾ ਗਿਆ ਤੇ ਪੈਡਾਗੋਜੀਕਲ ਟ੍ਰੇਨੀ ਬਣ ਕੇ ਉਹ ਜੁਆਇਨ ਕਰ ਰਹੇ ਨੇ ਉੱਥੇ ਕਾਲਜਾਂ ਦੇ ਵਿੱਚ। ਇਹ ਚੀਜ਼ ਨੂੰ ਲੈ ਕੇ ਉਹ ਆਪਣੇ ਤੇ ਖਤਰਾ ਭਾਪ ਰਹੇ ਨੇ। ਇੱਕ ਤਾਂ ਇਹਦਾ ਜਿਹੜਾ ਦੂਸਰੀ ਗੱਲ ਇਹ ਹੈ ਕਿ ਜਿਹੜੀ ਆਪਾਂ ਧਾਂਦਲੀ ਦੀ ਗੱਲ ਕਰ ਰਹੇ ਹਾਂ ਕਿ ਜਿਹੜਾ ਕੰਪੀਟੀਸ਼ਨ ਦੇ ਵਿੱਚ ਉਹ ਲੰਘਣਾ ਉਹ ਬਾਹਰ ਪਸੰਦ ਨਹੀਂ ਕਰਦੇ, ਜਿੰਨੇ ਵੀ ਗੈਸਟ ਫੈਕਲਟੀ ਹੈਗੇ ਨੇ, ਜਿਹੜੇ PTA ਐਡਰਸ ਮੇਰੇ ਇੱਕ ਵੱਖਰਾ ਵਿਸ਼ਾ ਕਾਫੀ ਲੰਬੀ ਚਰਚਾ ਹੋ ਸਕਦੀ ਹੈ। ਪੇਰੈਂਟਸ ਟੀਚਰ ਐਸੋਸੀਏਸ਼ਨ ਹੋਣ ਦੇ ਵਿੱਚ ਆਈਆਂ ਤੇ ਉਹਦੇ ਕਾਰਨ ਕੀ ਸੀ? ਉੱਥੇ ਤਾਂ ਹੋਈਆਂ ਉਹ ਤਾਂ ਕੁਝ ਸਾਡੇ ਕੋਲ ਪ੍ਰੂਫ ਹੈਗੇ ਨੇ ਔਰ ਕੁਝ ਡਿਟੇਲ ਚ ਕਰਨੀ ਤੇ ਇਹਦਾ ਜਿਹੜਾ ਪੈਡਾਗੋਜੀ ਟ੍ਰੇਨਿੰਗ ਨਾਲ ਉੱਤੇ ਭੇਜਦੇ ਫਿਰ 2 ਵਾਰ
ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਨਹੀਂ ਮਤਲਬ ਇਹ ਨਾ ਬੈਲੈਂਸਿੰਗ ਉਹਨਾਂ ਕੋਲ ਤੇ ਇੱਕ ਬਹਾਨਾ ਬਣ ਗਿਆ ਨਾ ਜੀ, ਅਸੀਂ ਤਾਂ ਉਹਨਾਂ ਨੂੰ ਐਜ ਏ ਕੰਪੈਰੀਟਿਵ ਭੇਜੀ ਹੈ। ਨਹੀਂ ਨਹੀਂ ਇਹਦੇ ਵਿੱਚ ਸਾਰਾ, ਮੈਨੂੰ ਤੁਹਾਡੀ ਪੂਰੀ ਆਵਾਜ਼ ਨਹੀਂ ਸੁਣੀ ਕੀ ਹੈ, ਕਿਉਂਕਿ ਆਵਾਜ਼ 'ਚ ਇੱਧਰੋਂ ਕੋਈ ਡਿਫੈਕਟ ਹੈ। ਪਰ ਜੀ ਮੋਟੇ ਤੌਰ ਦੇ ਉੱਤੇ ਜਿੰਨੀ ਗੈਸਟ ਫੈਕਲਟੀ ਹੈ, ਜਿੰਨੀ ਪੇਰੈਂਟ ਟੀਚਰ ਐਸੋਸੀਏਸ਼ਨ ਨੇ, ਜਿੰਨਾ ਪੀਟੀਏ ਫੰਡ ਵਗੈਰਾ ਹੈ, ਉਹਦਾ ਜੀ ਸਾਰਾ ਜਿਹੜਾ ਹੈਗਾ ਹੈ, ਉਹਦੇ ਉੱਤੇ ਨਜ਼ਰਸਾਨੀ ਕਰਨ ਦੀ ਲੋੜ ਹੈ। ਪਹਿਲੀ ਗੱਲ ਤਾਂ ਬੱਚਿਆਂ ਨੂੰ ਪੈਸੇ ਕਿਉਂ ਦੇਣੇ ਪੈਣ ਫੈਕਲਟੀ ਵਾਸਤੇ। ਜੀ ਦੂਜਾ, ਜੀ ਜਿਹੜੀ ਫੈਕਲਟੀ ਤੁਸੀਂ ਭਰਤੀ ਕਰਦੇ ਹੋ, ਜੇ ਪ੍ਰਿੰਸੀਪਲ ਨੂੰ ਪਾਵਰ ਦੇਤੀ, ਜਿਨ੍ਹਾਂ ਨੇ ਨਜਾਇਜ਼ ਭਰਤੀ ਕਰੀ, ਜਿਹੜੇ ਕੁਆਲੀਫਾਈਡ ਨਹੀਂ ਸੀਗੇ, ਉਹਨਾਂ ਨੂੰ ਪ੍ਰਿੰਸੀਪਲਾਂ ਨੂੰ ਮਾੜੀ ਮੋਟੀ ਕੋਈ ਚਿੱਠੀ ਕੱਢਣੀ, ਭਾਈ ਤੁਸੀਂ ਇਹ ਕਿਵੇਂ ਕਰਤਾ। ਤੀਜੀ ਗੱਲ ਇਹ ਹੈ ਵੀ ਜਿਹੜਾ ਕੁਆਲੀਫਾਈਡ ਬੰਦਾ ਹੈ, PhD, ਉਹ ਕਈ ਵਾਰ ਨਹੀਂ ਆਉਂਦਾ ਇੰਨੇ ਕੁ ਪੈਸਿਆਂ ਤੇ। ਜੀ ਤੇ ਦੂਜਾ ਆ ਗਿਆ, ਉਹ ਕਹਿੰਦਾ ਜੀ ਮੈਂ ਕੀ ਕਰਾਂ, ਬਹਾਨਾ ਲਾਊਗਾ ਹੁਣ ਤਾਂ ਇਹੀ, ਮੇਰੇ ਕੋਲ ਤਾਂ ਆਇਆ ਨਹੀਂ ਜੀ ਕੋਈ। ਹਾਲਾਂਕਿ ਪੰਜਾਬੀ ਯੂਨੀਵਰਸਿਟੀ ਨੇ ਆਪ ਇਹੋ ਜਿਹਾ ਕਰਿਆ ਵੀ ਇੱਕ ਦਿਨ ਪਹਿਲਾਂ ਪੋਸਟਾਂ ਐਡਵਰਟਾਈਜ਼ ਕਰਦੇ ਨੇ, ਦੂਜੇ ਦਿਨ ਭਰਦੀਆਂ। ਦੱਸੋ ਇੱਕ ਦਿਨ ਦੀ ਐਡਵਰਟਾਈਜ਼ ਨਾਲ ਦੂਜੇ ਦਿਨ ਭਰ ਕੇ ਤੁਸੀਂ ਕਿਵੇਂ ਉਹ ਕਰ ਦੋਗੇ? ਇਹਦਾ ਮਤਲਬ ਤੁਸੀਂ ਪਹਿਲਾਂ ਹੀ ਫੈਸਲਾ ਕਰਿਆ ਹੋਇਆ ਵੀ ਕਿਹੜੇ ਲਾਉਣੇ ਨੇ। ਸੋ ਇਸ ਕਰਕੇ ਇਹਦੇ ਵਿੱਚ ਇਹ ਹੈ, ਇੱਕ ਇਹ ਭਰਤੀ ਸਾਰੀ ਦੀ ਸਾਰੀ ਗਲਤ ਹੋਈ ਆ। ਹੁਣ ਇਹ ਤਾਂ ਹਾਈ ਕੋਰਟ 'ਚ ਪਿਆ, ਹਾਈ ਕੋਰਟ ਹੀ ਫੈਸਲਾ ਕਰੂਗੀ। ਹੁਣ ਤਾਂ ਆਪਾਂ ਇੱਥੇ ਚਰਚਾ ਜਿੰਨੀ ਮਰਜ਼ੀ ਕਰ ਲਈਏ, ਇਹ ਸਾਰੀ ਭਰਤੀ ਦਾ ਮੋਢੀ ਹੀ ਗਲਤ ਕਰਿਆ ਗਿਆ। ਜੀ ਇਹਦੇ ਵਿੱਚ ਸਾਰਿਆਂ ਦਾ, ਕਿ ਜਿਹੜੇ ਗੈਸਟ ਫੈਕਲਟੀ ਹੈ, ਜਿਹੜੇ ਡੌਕ ਤੇ ਲੱਗੇ ਹੋਏ ਨੇ, ਜਿਨ੍ਹਾਂ ਨੂੰ ਇੰਨਾ ਨਾ ਦੇਰ ਹੋ ਗਈ, ਉਹਨਾਂ 'ਚੋਂ ਕੁਝ ਕੁਆਲੀਫਾਈਡ ਨੇ, ਕੁਝ ਅਨਕੁਆਲੀਫਾਈਡ ਨੇ। ਜਿਹਨੂੰ 20 ਸਾਲ ਹੋ ਗਏ ਲੱਗੇ ਨੂੰ, ਉਹ ਅਨਕੁਆਲੀਫਾਈਡ ਵੀ ਹੈ ਜੇ, ਉਹਦਾ ਇੱਕ ਪਾਸੇ ਲੱਗੇ ਹੋਣ ਕਰਕੇ ਇੱਕ ਰਾਈਟ ਬਣ ਗਿਆ। ਦੂਜੀ ਗੱਲ, ਉਹਦੀ ਕੁਆਲੀਫਿਕੇਸ਼ਨ ਵੀ ਉੱਚੀ ਹੋ ਗਈ। ਕੁਆਲੀਫਿਕੇਸ਼ਨ ਕੱਢੇ ਨੰਬਰ ਨਹੀਂ ਹੈਗੇ, ਉਹਨੇ ਪੜ੍ਹਾਇਆ 20 ਸਾਲ। ਜਿਹੜਾ ਉਹਨੇ 20 ਸਾਲ ਪੜ੍ਹਾਇਆ, ਉਹ ਵੀ ਤਾਂ ਕੋਈ ਤਜਰਬਾ ਹੈ ਨਾ। ਇਹ ਤਾਂ ਤੁਸੀਂ ਮੰਨਦੇ ਹੋ, ਤੁਸੀਂ ਉਹਨੂੰ ਆਫਟਰ ਗੈਸਟ ਫੈਕਲਟੀ ਦੀ ਤਨਖਾਹ ਜਾਂ ਡੌਕ ਤੇ ਤਨਖਾਹ ਦਿੱਤੀ ਹੈ। ਸੋ ਤੁਸੀਂ ਇੱਕ ਤਾਂ ਇਹ ਦੇਖਣੀ ਹੁੰਦੀ ਹੈ। ਉਹਦੇ ਵਿੱਚ ਤੁਸੀਂ ਇੱਕ ਸੰਤੁਲਨ ਬਿਠਾਉਣਾ ਸੀ, ਜਿਹੜਾ ਸਾਰਿਆਂ ਨੂੰ ਹੀ ਲੱਗੇ ਵੀ ਹਾਂ ਯਾਰ ਧੱਕਾ ਕਿਸੇ ਨਾਲ ਨਹੀਂ ਹੋ ਰਿਹਾ। ਔਰ ਇਹੀ ਜੀ ਸਿਚੁਏਸ਼ਨ ਦੇ ਵਿੱਚ ਪੇਪਰ ਇੰਨਾ ਕਲੈਰਿਟੀ ਨਾਲ, ਇੰਨੀ ਮੈਰਿਟ ਤੇ, ਇੰਨੀ ਪਾਰਦਰਸ਼ਤਾ ਨਾਲ ਲੈਣਾ ਹੁੰਦਾ ਹੈ ਕਿ ਹਰੇਕ ਨੂੰ ਲੱਗੇ ਹਾਂ ਯਾਰ ਕੋਈ ਧੱਕਾ ਨਹੀਂ ਹੋਇਆ। ਮੈਂ ਕਿਉਂ ਕਹਿਣਾ, PMT ਦਾ ਪੇਪਰ ਹਰ ਸਾਲ ਲੀਕ ਹੁੰਦਾ ਸੀ, ਜਿਵੇਂ ਇਹਨਾਂ ਤੇ ਦੋਸ਼ ਲੱਗਿਆ। ਮੈਂ ਗਿਆ, ਮੈਂ ਪਹਿਲੇ ਸਾਲ ਹੀ ਬੰਦ ਕਰਤਾ। 3 ਸਾਲ ਕੋਈ ਕੇਸ ਨਹੀਂ ਕੋਰਟ 'ਚ ਪਿਆ ਕਿ ਜੀ ਇਹਨਾਂ ਦੀ ਕੀ ਗਲਤ ਸੀ, ਇਹਨਾਂ ਨੇ ਨੰਬਰ ਇੱਧਰ ਉੱਧਰ ਲਾਤੇ, ਜਾਂ ਇਹਨਾਂ ਨੇ ਕੀ ਕਰਤਾ। ਮੈਂ ਐਜ਼ ਜੁਆਇੰਟ ਡਾਇਰੈਕਟਰ ਇਹ ਕਹਿੰਦਾ ਸੀ OSD ਟੂ ਦੀ ਡਾਇਰੈਕਟਰ ਇਨ ਹੈੱਡ ਆਫਿਸ, ਵਾਈਸ ਚਾਂਸਲਰ ਮੀਟਿੰਗਾਂ 'ਚ, ਕਿ ਜੇ ਕੋਈ ਬੱਚਾ ਪੇਪਰ ਦੇਖਣਾ ਚਾਹੁੰਦਾ ਉਹਨੂੰ ਦਿਖਾ ਦਿਓ। ਕਹਿੰਦਾ ਇਹ ਤਾਂ ਜੀ ਲੈ ਕੇ ਭੱਜ ਜਾਣਗੇ। ਮੈਂ ਇਹ ਕਾਲਾ ਜੀ ਦਾ ਵਾੜਾ ਹੈ, ਐਂ ਕਿਵੇਂ ਲੈ ਕੇ ਭੱਜੇਗਾ ਬੱਚਾ? ਨਹੀਂ ਨਹੀਂ, ਮੈਂ ਕਿਹਾ ਤੁਸੀਂ ਪ੍ਰੋਜੈਕਟ ਕਰ ਦਿਓ ਦੂਰੋਂ, ਵੀ ਆਹ ਦੇਖ ਲੈ ਤੇਰੇ ਹੀ ਪੇਪਰ ਹੈ। ਕਿਉਂਕਿ ਕਰਨਾ ਨਹੀਂ ਸੀ, ਖੁਦ ਲੀਕ ਕਰਦੇ ਸੀ, ਸਾਰੇ ਰਲੇ ਹੋਏ ਸੀ ਉੱਤੇ ਤੱਕ। ਮੈਂ ਜਿੱਦੇ ਯੂਨੀਵਰਸਿਟੀ ਗਿਆ, ਮੈਂ ਪਹਿਲਾ ਕੰਮ ਕਰਤਾ ਵੀ ਜਿਹੜੇ ਬੱਚੇ ਨੇ ਆਪਦਾ ਪੇਪਰ ਦੇਖਣਾ ਦੇਖ ਲੈ, ਜਿਹਨੇ ਆਪਦਾ ਮਾਰਕ ਕਰਨਾ ਕੀ ਤੁਹਾਡੇ ਸਾਹਮਣੇ ਰੱਖਣਗੇ, ਆਪ ਬੈਠ ਕੇ ਮਾਰਕ ਕਰ ਲਓ। ਸਾਨੂੰ ਕੀ ਇਤਰਾਜ਼ ਹੈ? ਜਦ ਅਸੀਂ ਹੇਰਾਫੇਰੀ ਕਰਨੀ ਨਹੀਂ, ਉਹਨੂੰ ਕਰ ਲੈਣ ਦਿਓ ਤਸੱਲੀ। ਮੈਨੂੰ ਕਿਸੇ ਨੇ ਕਿਹਾ, ਐ ਨਹੀਂ, ਲੋਕ ਸਿਆਣੇ ਵੀ ਹੁੰਦੇ ਨੇ, ਸੱਚ ਵੀ ਹੈ, ਕਹਿੰਦੇ ਜੀ ਆਪਾਂ ਪੇਪਰ ਦੇਤਾ ਉਹਨੂੰ, ਚੱਕ ਕੇ ਪੇਪਰ ਹੀ ਪਾੜ ਦੇ, ਫਿਰ ਕੀ ਕਰਾਂਗੇ? ਆਪਾਂ ਕੋਲ ਵੀ ਬੈਠਾ, ਆਪਾਂ ਉਹਨੂੰ ਕੁੱਟਾਂਗੇ ਵੀ, ਵਰਜ ਕੋ ਖੋਂਦੇ ਵੀ ਆ ਤਾਂ ਵੀ ਪਾੜ ਦੇ। ਮੈਂ ਆਪਾਂ ਦੇਵਾਂਗੇ ਉਹਨੂੰ ਫੋਟੋ ਕਾਪੀ, ਜੀ ਜਾਂ ਫੋਟੋ ਕਾਪੀ ਆਪਦੇ ਕੋਲ ਰੱਖ ਲਾਂਗੇ, ਉਹ ਪਾੜ ਦੇਵੇ, ਅਸੀਂ ਕਹਾਂਗੇ ਇਹਨੇ ਪਾੜਤਾ, ਆ ਪਈ ਆ ਫੋਟੋ ਕਾਪੀ। ਫੋਟੋ ਕਾਪੀ ਤਾਂ ਕਿਤੇ ਨਹੀਂ ਜਾ ਸਕਦੀ। ਸੋ ਇਸ ਕਰਕੇ ਜਿਹੜਾ ਇਨਸਾਫ ਹੈ, ਇਨਸਾਫ ਇਕੱਲਾ ਹੋਣਾ ਹੀ ਨਹੀਂ ਚਾਹੀਦਾ, ਉਹ ਦਿਖਣਾ ਵੀ ਚਾਹੀਦਾ। ਇਹ ਸਾਰੇ ਕੰਮ ਦੇ ਵਿੱਚ ਬਹੁਤ ਵੱਡੀ ਹੇਰਾਫੇਰੀ ਹੋਈ ਹੈ, ਕੋਈ ਮੰਨੇ ਕੋਈ ਨਾ ਮੰਨੇ। ਹੇਰਾਫੇਰੀ ਤਾਂ ਜਿੰਨੀ ਹੋਈ ਹੈ, ਇਹਦੇ ਵਿੱਚ ਕ੍ਰਾਈਟੀਰੀਆ ਮੁੱਢ ਤੋਂ ਹੀ ਗੱਲ ਗਲਤ ਹੋ ਗਈ। ਜਿਹੜੀ ਚੀਜ਼ ਪਹਿਲਾਂ ਹੀ ਗਲਤ ਸ਼ੁਰੂ ਹੋ ਗਈ, ਇਹਦੀ ਸ਼ੁਰੂਆਤ ਹੀ ਗਲਤ ਹੋ ਗਈ ਸਾਰੀ, ਤੇ ਉਹਦੀ ਜ਼ਿੰਮੇਵਾਰੀ ਕੋਈ ਲੈਣ ਨੂੰ ਤਿਆਰ ਨਹੀਂ। ਨਾ ਕਿਸੇ ਨੂੰ ਸਜ਼ਾ ਦੇਣ ਦੀ ਲੋੜ ਹੈ ਇਹਦੇ 'ਚ, ਨਾ ਕੁਝ ਹੋਰ ਕਰਨ ਦੀ ਲੋੜ ਹੈ, ਇਹਨੂੰ ਠੀਕ ਕਰਨ ਦੀ ਲੋੜ ਹੈ। ਇਹ ਠੀਕ ਹੋ ਸਕਦਾ ਹੈ, ਪਰ ਇਹ ਕਰਨਾ ਨਹੀਂ ਚਾਹੁੰਦੇ, ਇਹਨਾਂ ਦੀ ਮਨਸ਼ਾ ਨਹੀਂ ਹੈ। ਜੇ ਮਨਸ਼ਾ ਹੋਵੇ ਤਾਂ ਕੋਈ ਦਿੱਕਤ ਨਹੀਂ ਹੈ ਇਸ ਦੇ ਵਿੱਚ। ਜਿਹਨੇ ਕੋਰਟ 'ਚ ਜਾਣਾ ਜਾਵੇ, ਕੋਰਟ ਜਾਣਾ ਹਰੇਕ ਨੂੰ ਅਧਿਕਾਰ ਹੈ। ਜੇ ਦੁਬਾਰਾ ਵੀ ਸਰਕਾਰ ਕੁਝ ਕਰਦੀ ਹੈ ਪ੍ਰਕਿਰਿਆ, ਉਹਦੇ 'ਚ ਵੀ ਲੋਕ ਕੋਰਟ 'ਚ ਜਾ ਸਕਦੇ ਨੇ, ਉੱਥੇ ਡਿਫੈਂਡ ਕਰੋ। ਤੁਹਾਨੂੰ ਜੇ ਤੁਸੀਂ ਪ੍ਰਕਿਰਿਆ ਠੀਕ ਕਰੀ ਆ, ਮੇਰਾ ਤਜਰਬਾ ਇਹ ਹੈ, 1-2 ਕੇਸ ਨੇ ਜਿੱਥੇ ਅਸੀਂ ਹਾਈ ਕੋਰਟ 'ਚ ਹਾਰਿਆ, ਜਾ ਕੇ ਸੁਪਰੀਮ ਕੋਰਟ 'ਚ ਉਹੀ ਕੇਸ ਜਿੱਤਿਆ। ਨਹੀਂ, ਹਰੇਕ ਕੇਸ ਹਾਈ ਕੋਰਟ 'ਚ ਹੀ ਜਿੱਤੇ ਜਾਂਦੇ ਸੀ। ਜੇ ਕੋਈ ਅਪੀਲ ਕਰਦੇ ਸੁਪਰੀਮ ਕੋਰਟ 'ਚ, ਉੱਥੇ ਜਾ ਕੇ ਜਿੱਤ ਜਾਂਦੇ ਸੀ। ਤੁਸੀਂ ਜੇ ਠੀਕ ਕੰਮ ਕਰਿਆ, ਸਰਕਾਰ ਦਾ ਕੇਸ ਹਾਰਨ ਦਾ ਮਤਲਬ ਹੀ ਕੋਈ ਨਹੀਂ। ਹੁਣ ਸਰਕਾਰਾਂ 90% ਕੇਸ ਹਾਰਦੀਆਂ ਨੇ। ਕਿਉਂ ਹਾਰਦੀਆਂ ਨੇ? ਪਹਿਲਾਂ ਤੁਸੀਂ ਕੰਮ ਠੀਕ ਨਹੀਂ ਕਰਿਆ, ਫਿਰ ਤੁਸੀਂ ਪੈਸੇ ਵੀ ਠੀਕ ਨਹੀਂ ਕਰਦੇ। ਤੁਸੀਂ ਤਾਂ ਬੁੱਤਾ ਸਾਰਦੇ ਹੋ ਵੀ ਚਲੋ ਦੇਖੀ ਜੋ ਹੁੰਦਾ, ਪਿੱਛੋਂ ਕਹਿੰਦੇ ਤਾਂ ਜੀ ਅਦਾਲਤ ਦਾ ਫੈਸਲਾ ਹੈ, ਇਹ ਤੋਂ ਬੜਾ ਸੌਖਾ।
ਚਾਹੇ ਤੁਹਾਡੇ ਹੱਕ 'ਚ ਹੋ ਗਿਆ ਤਾਂ ਵੀ, ਉਲਟ ਹੋ ਗਿਆ ਤਾਂ ਵੀ, ਕਿਉਂਕਿ ਤੁਹਾਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ। ਜਦ ਤੱਕ ਤੁਸੀਂ ਇਹ ਮੰਨਦੇ ਨਹੀਂ ਵੀ ਇਹ ਸੀਟ ਤੇ ਮੈਂ ਬੈਠਾ, ਇਹ ਮੇਰੀ ਡਿਊਟੀ ਹੈ ਵੀ ਮੈਂ ਠੀਕ ਕੰਮ ਕਰਾਂ। ਕੋਈ ਕੋਰਟ 'ਚ ਚੈਲੰਜ ਕਰੇ ਜਾਂ ਨਾ ਕਰੇ, ਜੇ ਕੋਈ ਕੋਰਟ 'ਚ ਚੈਲੰਜ ਨਾ ਕਰੇ, ਮੈਂ ਤੁਹਾਨੂੰ ਇੱਕ ਹੋਰ ਦੱਸਣਾ, ਇੱਕ ਜੱਜ ਸਾਹਿਬਾ ਸੀਗੇ, ਉਹ ਸਾਡੇ ਵਕੀਲ ਸੀਗੇ, ਪਹਿਲਾਂ ਭਾਰਤ ਸਰਕਾਰ ਦੇ ਵੀ ਵਕੀਲ ਸੀਗੇ। ਇੱਧਰ ਮੈਨੂੰ ਕਹਿਣ ਲੱਗੇ ਵੀ ਡਾਕਟਰ ਸਾਹਿਬ ਇਹ ਨਾ ਜਿਹੜੇ ਹੈਗੇ ਨੇ ਲੋਕ ਵੀ ਤਾਂ ਚੈਲੰਜ ਨਹੀਂ ਕਰਦੇ। ਮੈਂ ਕਿਹਾ ਮੈਮ ਮੈਨੂੰ ਤਾਂ ਐਂ ਲੱਗਦਾ ਵੀ ਸਾਡਾ ਜਸਟਿਸ ਸਿਸਟਮ ਇਹ ਤਾਂ ਹੈ ਹੀ ਨਹੀਂ ਵੀ ਕੋਈ ਚੈਲੰਜ ਕਰੇ। ਸਾਡਾ ਜਸਟਿਸ ਸਿਸਟਮ ਤਾਂ ਵੇ ਆਫ ਐਡਮਿਨਿਸਟ੍ਰੇਸ਼ਨ ਤਾਂ ਇਹ ਹੈ ਕਿ ਅਸੀਂ ਪੂਰੇ ਇਨਸਾਫ ਨਾਲ ਨਿਯਮਾਂ ਕਾਨੂੰਨਾਂ ਅਨੁਸਾਰ ਕੰਮ ਕਰਾਂਗੇ, ਪਰ ਜੇ ਫਿਰ ਵੀ ਕਿਸੇ ਨੂੰ ਇਤਰਾਜ਼ ਆ ਫਿਰ ਉਹ ਚੈਲੰਜ ਕਰ ਰਹੇ। ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਤਾਂ ਗਲਤ ਕਰੀ ਜਾਵਾਂਗੇ, ਅਗਲਾ ਚੈਲੰਜ ਕਰ ਦੇ। ਇਹ ਸਾਡਾ ਪ੍ਰਸ਼ਾਸਨ ਦਾ ਸਿਸਟਮ ਨਹੀਂ ਹੈ। ਆਪਾਂ ਗੱਲ ਕਰ ਰਹੇ ਹਾਂ, ਇਹਦੇ 'ਚ ਇਹ ਨਹੀਂ ਹੈ ਵੀ ਮੈਂ ਜੋ ਮਰਜ਼ੀ ਕਹੀ ਜਾਵਾਂ, ਗਲਤ ਕਹੀ ਜਾਵਾਂ। ਇਹਦੇ ਵਿੱਚ ਇਹ ਹੈ ਕਿ ਮੈਂ ਆਪਦੇ ਵੱਲੋਂ ਜੋ ਮੇਰੇ ਕੋਲ ਸੂਚਨਾ ਹੈ ਉਹ ਸਹੀ ਕਹੂੰਗਾ, ਪਰ ਜੇ ਫਿਰ ਵੀ ਮੇਰੀ ਕੋਈ ਗਲਤੀ ਹੋ ਗਈ ਹੋਵੇ ਤਾਂ ਦਰਸ਼ਕ ਉਹਦੇ ਤੇ ਰਿਐਕਟ ਕਰ ਸਕਦੇ ਨੇ ਵੀ ਆਪ ਤੁਸੀਂ ਗੱਲ ਕਹੀ ਹੈ, ਇਹ ਗੱਲ ਐ ਨਹੀਂ ਐ ਹੈ। ਪਰ ਇਹ ਥੋੜਾ ਵੀ ਮੈਂ ਜੋ ਮਰਜ਼ੀ ਬੋਲੀ ਜਾਵਾਂ ਵੀ ਚੰਗਾ ਦਰਸ਼ਕ ਕਹਿੰਦੇ ਨੇ ਵੀ ਭਾਈ ਇਹ ਤਾਂ ਗਲਤ ਬੋਲਿਆ, ਐ ਨਹੀਂ ਹੈ। ਉਲਟੀ ਗੱਲ ਹੈ ਕਿ ਮੇਰੀ ਡਿਊਟੀ ਹੈ ਕਿ ਮੈਂ ਠੀਕ ਬੋਲਾਂ, ਮੇਰੀ ਡਿਊਟੀ ਹੈ ਮੈਂ ਠੀਕ ਗੱਲਾਂ ਕਹਾਂ। ਉਦੋਂ ਅੱਗੇ ਦਰਸ਼ਕਾਂ ਦਾ ਹੱਕ ਹੈ ਕਿ ਉਹ ਕਹਿਣ ਵੀ ਨਹੀਂ ਤੁਸੀਂ ਆਹ ਗੱਲ ਐ ਕਹੀ ਹੈ, ਤੱਥ ਇਹਦੇ ਆ ਨੇ। ਸੋ ਇਸ ਕਰਕੇ ਅੱਜ ਇਹ ਭਰਤੀਆਂ ਗਲਤ ਨੇ, ਇਹ 'ਚ ਕੋਈ ਸ਼ੱਕ ਨਹੀਂ ਹੈ। ਜਿਨ੍ਹਾਂ ਨੂੰ ਮਿਲ ਗਈਆਂ ਉਹ ਕਹਿਣਗੇ ਜੀ ਅਸੀਂ ਤਾਂ ਬੜੇ ਦੁੱਧ ਧੋਤੇ ਹਾਂ, ਜਿਨ੍ਹਾਂ ਨੂੰ ਨਹੀਂ ਮਿਲ ਗਈਆਂ ਉਹ ਕਹਿਣਗੇ ਜੀ ਸਾਡੇ ਨਾਲ ਧੱਕਾ ਹੀ ਬੜਾ ਹੋਇਆ। ਇਹ ਤਾਂ ਦੋਨੇ ਧਿਰਾਂ ਨੇ, ਉਹ ਤਾਂ ਆਪਾਂ ਧਿਰ ਨਾ ਬਣੀਏ। ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ, ਮੀਡੀਆ ਧਿਰ ਨਹੀਂ ਬਣਨਾ ਚਾਹੀਦਾ, ਪਰ ਇਹ ਕਿਉਂਕਿ ਗਲਤੀ ਹੋਈ ਹੈ, ਵੱਡੀ ਗਲਤੀ ਹੈ। 25 ਸਾਲ ਮੁੜ ਕੇ ਭਰਤੀ ਹੋਣੀ ਨਹੀਂ। ਜਿਹੜੇ ਪਹਿਲੇ ਲੱਗੇ ਹੋਏ ਨੇ ਉਹਨਾਂ ਨੂੰ ਕਹੀ ਜਾਣ, ਪ੍ਰਗਟ ਸਿੰਘ ਕਹੀ ਜਾਣ ਵੀ ਤੁਹਾਨੂੰ ਰੱਖਾਂਗੇ ਜੀ, ਤਨਖਾਹ ਕਿੱਥੋਂ ਦੇਣਗੇ? ਜੇ ਪੋਸਟ ਹੀ ਸੈਂਕਸ਼ਨ ਨਹੀਂ, ਉਹਦੀ ਤਨਖਾਹ ਕਿੱਥੋਂ ਆਊਗੀ? ਖਜ਼ਾਨੇ 'ਚੋਂ ਕਿਵੇਂ ਕਢਾਉਣਗੇ? ਜਾਂ ਤਾਂ ਫਿਰ ਇੰਨੀਆਂ ਪੋਸਟਾਂ ਹੋਰ ਸੈਂਕਸ਼ਨ ਕਰਨਗੇ। ਇੰਨੀਆਂ ਕੀ ਕਹਿ ਕੇ ਕਰਨਗੇ? ਕਿਵੇਂ ਪਾਸ ਹੋਣਗੀਆਂ? ਫਿਰ ਇੱਥੇ ਕਾਲਜ ਦੇ ਲੈਕਚਰਾਂ ਦੀਆਂ ਕਰਤੀਆਂ, ਫਿਰ ਦੂਜੇ ਪਾਸੇ ਵੀ ਕਰਨੀਆਂ ਪੈਣਗੀਆਂ। ਉਹ ਕਹਿਣਗੇ ਸਾਡੇ ਵੀ ਕਰੋ ਇੰਨੀ। ਸੋ ਇਸ ਕਰਕੇ ਇਹ ਜਿਹੜਾ ਪ੍ਰਸ਼ਾਸਨ ਹੁੰਦਾ ਨਾ, ਇਹ ਇਸ ਤਰ੍ਹਾਂ ਹੀ ਝਰੋਖਿਆਂ ਵਾਲੀ ਦੀਵਾਰ ਹੈ। ਹਰੇਕ ਨੂੰ ਇੱਕ ਗਨ ਫੜਾਈ ਹੋਈ ਹੈ, ਉਹਨੇ ਉਸ ਝਰੋਖੇ ਦੇ ਵਿੱਚੋਂ ਦੀ ਆਪਦੀ ਗੋਲੀ ਚਲਾਉਣੀ ਹੈ। ਜੇ ਮਾੜੀ ਜਿਹੀ ਵੀ ਇੱਧਰ ਉੱਧਰ ਹੋ ਗਈ ਸਾਰੀ ਦੀਵਾਰ ਗਿਰ ਜਾਏਗੀ। ਮੈਂ ਅੜਾਕ ਦੇ ਬੰਦੇ ਰੈਗੂਲਰ ਕਰਦਾ, ਮੈਂ ਮੈਡੀਕਲ ਐਜੂਕੇਸ਼ਨ 'ਚ ਹਾਂ, ਨਾਲ ਦੀ ਨਾਲ ਟੈਕਨੀਕਲ ਐਜੂਕੇਸ਼ਨ ਸਾਡੇ ਵੀ ਕਰੋ, ਐਗਰੀਕਲਚਰ ਵਾਲੇ ਕਹਿਣਗੇ ਸਾਡੇ ਵੀ ਕਰੋ, ਜਨਰਲ ਐਜੂਕੇਸ਼ਨ ਵਾਲੇ ਕਹਿਣਗੇ ਸਾਡੇ ਵੀ ਕਰੋ, ਦਫ਼ਤਰਾਂ ਦੇ ਬਾਬੂ ਕਹਿਣਗੇ ਸਾਨੂੰ ਵੀ ਰੈਗੂਲਰ ਕਰੋ, ਕਿਉਂਕਿ ਅੜਾਕ ਨੂੰ ਰੈਗੂਲਰ ਕਰਤਾ ਤੁਸੀਂ। ਇਹ ਨਹੀਂ ਹੈ ਵੀ ਮੈਂ ਕਰਤਾ ਜੀ, ਜਾਂ ਫਿਰ ਮੈਂ ਕੋਈ ਇਹੋ ਜਿਹਾ ਤਰੀਕਾ ਲੱਭਾਂ ਫਾਈਲ 'ਚ ਇਹੋ ਜਿਹਾ ਮੂਹਰਾ ਮੜਾ ਤੇ ਹਰੇਕ ਬੰਦਾ ਇਹ ਕਹਿ ਸਕੇ ਜੀ ਇਹਨਾਂ ਦੇ ਤਾਂ ਇਸ ਕਰਕੇ ਕਰੇ ਨੇ, ਤੁਹਾਡੇ ਨਹੀਂ ਹੋ ਸਕਦੇ। ਸੋ ਇਸ ਕਰਕੇ ਕਾਨੂੰਨ 'ਚ ਤੁਹਾਡੇ ਕੋਲ ਸਾਰੀ ਪਾਵਰ ਵੀ ਹੁੰਦੀ ਹੈ, ਕਾਨੂੰਨ 'ਚ ਪੂਰੇ ਜ਼ੋਰ ਨਾਲ ਪ੍ਰੋਪਰ ਵੇ ਪਹਿਲਾਂ ਲਿਖਦੇ ਆਏ ਨੇ ਲੋਕ। ਐ ਨਹੀਂ ਹੈ ਵੀ ਲੋਕ ਲਿਖਦੇ ਨਹੀਂ ਸੀਗੇ। ਮੈਂ ਫਾਈਲਾਂ ਪੁਰਾਣੀਆਂ ਪੜ੍ਹਦਾ, ਸਾਨੂੰ ਤਾਂ ਬਲਕਿ ਉਹਨਾਂ ਲਿਖਣਾ ਨਹੀਂ ਆਉਂਦਾ ਅੱਜ ਕੱਲ੍ਹ ਦੀ ਪੀੜ੍ਹੀ ਨੂੰ। ਚਲੋ ਹੁਣ ਤਾਂ ਮੈਂ ਵੀ ਪੁਰਾਣੀ ਪੀੜ੍ਹੀ ਦਾ ਹੋ ਗਿਆ। ਸਭ ਤੋਂ ਸੀਨੀਅਰ ਤਾਂ ਬਹੁਤ ਵਧੀਆ ਵਧੀਆ ਲਿਖਦੇ ਸੀ, ਅੰਗਰੇਜ਼ੀ ਵੀ ਸਭ ਤੋਂ ਬੈਟਰ ਹੁੰਦੀ ਸੀ ਉਹਨਾਂ ਦੀ। ਉਹਨਾਂ ਨੂੰ ਤਾਂ ਕੋਈ ਭਾਸ਼ਾ ਹੀ ਨਹੀਂ ਆਉਂਦੀ, ਨਾ ਅੰਗਰੇਜ਼ੀ ਆਉਂਦੀ ਹੈ ਨਾ ਪੰਜਾਬੀ ਆਉਂਦੀ ਹੈ। ਫਾਈਲਾਂ ਪੜ੍ਹ ਲਓ ਸਰਕਾਰ ਦੀਆਂ, ਤੁਹਾਨੂੰ ਸਿਰ ਪਿੱਟਣ ਨੂੰ ਦਿਲ ਕਰਦਾ ਵੀ ਹਾਂ ਇਹਨਾਂ ਨੂੰ ਯਾਰ ਇਹ ਲਿਖਿਆ ਕੀ ਆ। ਸੋ ਇਸ ਕਰਕੇ ਇਸ ਭਰਤੀ ਦੇ ਉੱਤੇ ਆਪਾਂ ਆਪਣੀ ਗੱਲ ਨੂੰ ਖਤਮ ਕਰਦੇ ਹੋਏ ਇਹੀ ਕਹਾਂਗਾ ਮੈਂ ਵੀ ਸਰਕਾਰ ਨੂੰ, ਹੁਣ ਤਾਂ ਚਲੋ ਸਰਕਾਰ ਰਹੀ ਹੋਈ ਨਹੀਂ, ਹੁਣ ਤਾਂ ਐਵੇਂ ਕੰਮ ਚਲਾਊ ਸਰਕਾਰ ਆ। 20 ਤਰੀਕ ਨੂੰ ਵੋਟਾਂ ਪੈ ਜਾਣੀਆਂ ਨੇ, 10 ਨੂੰ ਰਿਜ਼ਲਟ ਆ ਜਾਣੇ ਨੇ। ਉਸ ਤੋਂ ਬਾਅਦ ਕਿਹੜੇ ਰਾਜੇ ਦੀ ਪਰਚਾ ਹੁੰਦੀ ਹੈ ਇਹ ਤਾਂ ਸਮਾਂ ਦੱਸੇਗਾ, ਅਤੇ ਜਿਹੜੀ ਸਰਕਾਰ ਆਏਗੀ ਉਹ ਕੀ ਕਰਦੀ ਹੈ ਉਹ ਵੀ ਸਮਾਂ ਹੀ ਦੱਸੇਗਾ। ਪਰ ਮੈਨੂੰ ਲੱਗਦਾ ਵੀ ਜਦ ਨਵੀਂ ਸਰਕਾਰ ਜਿਹੜੀ ਵੀ ਆਊਗੀ ਉਦੋਂ ਬਾਅਦ ਤਾਂ ਫਿਰ ਅਦਾਲਤ ਦਾ ਫੈਸਲਾ ਹੀ ਹੁਣ ਤਾਂ ਚੱਲਣਾ ਹੈ। ਵੈਸੇ ਵੀ ਫੈਸਲਾ ਤਾਂ ਅਦਾਲਤ ਦਾ ਹੀ ਚੱਲਣਾ, ਅਤੇ ਅਦਾਲਤ ਨੇ ਡੇਟ 8 ਤਰੀਕ ਦੀ ਸ਼ਾਇਦ ਕਿ 9 ਤਰੀਕ ਦੀ ਰੱਖੀ ਹੋਈ ਹੈ। ਜਿਹੜੀ ਉਹ ਮਾਰਚ ਦੇ ਵਿੱਚ ਡੇਟ ਪਏਗੀ, ਉਸ ਡੇਟ ਤੋਂ ਬਾਅਦ ਮੈਨੂੰ ਲੱਗਦਾ ਵੀ ਉੱਤੇ ਮਾੜੀ ਮੋਟੀ ਚਰਚਾ ਚੁਰਚਾ ਹੋ ਕੇ ਤਾਂ ਜਵਾਬ ਜਰੂਰ ਵੀ ਮੰਗਣਗੇ, ਕਿਉਂਕਿ ਇਹਨਾਂ ਨੇ ਜਵਾਬ ਫਾਈਲ ਨਹੀਂ ਕਰਨਾ ਉਹਨਾਂ 'ਚ। ਇਹ ਤਾਂ ਸਿਸਟਮ ਹੈ, ਪੱਕਾ ਰਹਿਣਾ ਇਹਨਾਂ ਦਾ। ਅਤੇ ਉਦੋਂ ਬਾਅਦ ਜਦ ਸਰਕਾਰ ਬਣ ਗਈ, ਇਹ ਨਵੀਂ ਸਰਕਾਰ ਆਈ ਤੋਂ ਹੀ ਫੈਸਲਾ ਹੋਣਾ ਹੈ। ਅਤੇ ਮੇਰੀ ਇੱਕ ਬੇਨਤੀ ਹੈ, ਕਿਉਂਕਿ ਸਲਾਹ ਤਾਂ ਇਹ ਮੰਨਦੇ ਨਹੀਂ, ਵੈਸੇ ਤਾਂ ਬੇਨਤੀ ਵੀ ਨਹੀਂ ਮੰਨਦੀ ਸਰਕਾਰ, ਪਰ ਮੈਂ ਫਿਰ ਵੀ ਬੇਨਤੀ ਕਰਦਾ ਵੀ ਮਾਨਯੋਗ ਅਦਾਲਤ ਜੋ ਤੁਹਾਨੂੰ ਹੁਕਮ ਕਰਦੀ ਹੈ ਉਹਨੂੰ ਵਾਇਲੇਟ ਨਾ ਕਰੋ। ਜੇ ਅਦਾਲਤ ਹਾਈ ਕੋਰਟ ਇਸ ਗੱਲ ਤੇ ਆ ਗਈ ਤੇ ਤੁਹਾਡੇ ਚੀਥੜੇ ਉੱਡ ਜਾਣੇ ਨੇ, ਇਹ ਭੁਲੇਖਾ ਨਾ ਰੱਖਿਓ। ਜਿੰਨਾ ਚਿਰ ਤਾਂ ਹਾਈ ਕੋਰਟ ਬੜੀ ਦਰਿਆ ਦਿਲ ਹੁੰਦੀ ਹੈ, ਬੜੀਆਂ ਮਾਫ ਕਰ ਦਿੰਦੀ ਹੈ ਉਹ ਗੱਲਾਂ, ਕਿਉਂਕਿ ਇਸੇ ਕਰਕੇ ਉਹ ਹਾਈ ਕੋਰਟ ਹੈ। ਪਰ ਜੇ ਬਹੁਤ ਜ਼ਿਆਦਾ ਕਿਤੇ ਤੁਸੀਂ ਗੜਬੜ ਕਰੋਗੇ ਤੇ ਫਿਰ
ਇੱਕ ਲਾਈਨ 'ਚ ਗੱਲ ਕਹਿ ਕੇ ਇੱਕ ਉਦਾਹਰਨ ਦਿੰਦਾ। ਇੱਕ ਕਾਲਜ ਸੀਗਾ, ਉਹਨਾਂ ਨੇ ਇੰਟਰਨਲ ਅਸੈਸਮੈਂਟ ਰਿਵਾਈਜ਼ ਕਰਤੀ, ਰੂਲ ਅਲਾਉ ਨਹੀਂ ਕਰਦੇ ਸੀ, ਤੇ ਉਹਨਾਂ ਜੱਜ ਸਾਹਿਬ ਕੋਲ ਕੇਸ ਲੱਗਿਆ ਜਿਹੜੇ ਬਾਅਦ ਚੀਫ ਜਸਟਿਸ ਆਫ ਇੰਡੀਆ ਰਹੇ ਨੇ। ਅਸੀਂ ਕਾਲਜ ਨੂੰ ਪੁੱਛਿਆ ਵੀ ਤੁਸੀਂ ਰਿਵਾਈਜ਼, ਅਸੀਂ ਤਾਂ ਰਿਜੈਕਟ ਕਰਤੀ, ਪਰ ਉਹਨਾਂ ਨੇ ਹਾਈ ਕੋਰਟ 'ਚ ਪਾਤਾ। ਤੇ ਅਸੀਂ ਕਾਲਜ ਨੂੰ ਪੁੱਛਿਆ, ਕੰਟਰੋਲ ਆਫ ਐਗਜ਼ਾਮੀਨੇਸ਼ਨ ਨੂੰ ਮੈਂ ਭੇਜਿਆ, ਮੇਰੇ ਟੀਚਰ ਰਹੇ ਸੀ ਉਹ। ਮੈਂ ਸਰ ਤੁਸੀਂ ਜਾਓ ਪਤਾ ਕਰੋ ਉਹਨਾਂ ਨੂੰ ਵੀ ਇਹਨਾਂ ਨੇ ਰਿਵਾਈਜ਼ ਕਰੀ ਕਿਵੇਂ ਹੈ, ਰੂਲ ਨਹੀਂ ਪਰਮਿਟ ਕਰਦੇ, ਵੱਖਰੀ ਗੱਲ ਹੈ। ਉਹ ਪੁੱਛੋ, ਉਹ ਕਹਿੰਦਾ ਅਸੀਂ ਤੁਹਾਨੂੰ ਕਿਉਂ ਦੱਸੀਏ, ਇਹ ਤਾਂ ਸਾਡਾ ਹੱਕ ਹੈ। ਉਹਨਾਂ ਨੇ ਕੁਝ ਨਹੀਂ ਦੱਸਿਆ, ਉਹ ਆ ਗਏ। ਹਾਈ ਕੋਰਟ ਨੇ ਪੁੱਛਿਆ, ਹਾਈ ਕੋਰਟ ਨੇ ਜਦ ਪੁੱਛਿਆ, ਉਹ ਕਹਿੰਦੇ ਜੀ ਅਸੀਂ ਤਾਂ ਇਮਤਿਹਾਨ ਲੈ ਕੇ ਕਰੀਏ। ਜੱਜ ਸਾਹਿਬ ਨੇ ਕਿਹਾ ਬੁਲਾਓ ਜਿਹਨੇ ਇਮਤਿਹਾਨ ਲਿਆ, ਆਫਟਰਨੂਨ 'ਚ ਬੁਲਾਓ, ਨਾ ਸੌਰੀ ਕੱਲ੍ਹ ਨੂੰ ਬੁਲਾਓ। ਦੂਜੇ ਦਿਨ ਬੁਲਾ ਲਏ, ਉਹ ਕਹਿੰਦਾ ਜੀ ਅਸੀਂ ਇਮਤਿਹਾਨ ਲਿਆ। ਕਹਿੰਦੇ ਐਫੀਡੈਵਿਟ ਫਾਈਲ ਕਰਨਾ, ਸੋਚ ਲਿਓ ਵੀ ਅਸੀਂ ਇਮਤਿਹਾਨ ਲਿਆ, ਆਫਟਰਨੂਨ 'ਚ ਫਾਈਲ ਕਰੋ। ਆਫਟਰਨੂਨ ਜਾ ਕੇ ਉਹਨਾਂ ਦਾ ਵਕੀਲ ਕਹੇ ਸਰਕਾਰੀ, ਮਾਈ ਡਾਡ, ਨਾ ਉਹ ਪ੍ਰਾਈਵੇਟ ਪਾਰਟੀ ਦਾ, ਮਾਈ ਡਾਡ ਵੀ ਆਰ ਨਾਟ ਅਫਰੇਡ, ਵੀ ਆਰ ਨਾਟ ਅਫਰੇਡ, ਫਾਈਲ ਨਹੀਂ ਕਰਿਆ ਕਿਉਂਕਿ ਉਹਨੂੰ ਪਤਾ ਲੱਗ ਗਿਆ। ਹਾਈ ਕੋਰਟ ਨੇ ਆਰਡਰ ਕਰਤਾ ਵੀ ਰਜਿਸਟਰ ਆਪ ਇਸ ਕੇਸ ਨੂੰ ਦੇਖ ਲਵੇ। ਮੈਂ ਆਪ ਇਕੱਲੇ ਦੇਖਣ ਦੀ ਬਜਾਏ ਮੈਂ ਚੇਅਰਮੈਨ ਬਣ ਗਿਆ, ਮੈਂ ਕਮੇਟੀ ਬਣਾਤੀ, ਲਾਅ ਅਫਸਰ, ਕੰਟਰੋਲ ਆਫ ਐਗਜ਼ਾਮੀਨੇਸ਼ਨ ਜੀ ਉਹ ਪਾਤੇ, ਡਿਪਟੀ ਰਜਿਸਟਰਾਰ ਐਡਮਿਨਿਸਟ੍ਰੇਸ਼ਨ। ਇਹ ਚਲੇ ਗਏ ਕਾਲਜ 'ਚ, ਅਸੀਂ ਤਾਂ ਸਾਰਿਆਂ ਦੇ ਪੇਪਰ ਦਿਖਾਓ, ਕੱਲੇ ਇਸ ਬੱਚੇ ਦੇ ਨਹੀਂ, ਸਾਰੀਆਂ ਕਲਾਸਾਂ ਦੇ ਦਿਓ। ਬਾਈ ਦੈਟ ਟਾਈਮ ਉਹਨਾਂ ਨੇ ਸੱਚੀ ਮੁੱਚੀ ਸਾਰੀਆਂ ਕਲਾਸਾਂ ਦੀ ਡੇਟ ਸ਼ੀਟ ਬਣਾਈ ਹੋਈ, ਸਾਰੀਆਂ ਕਲਾਸਾਂ ਦੇ ਪੇਪਰ ਕਰੇ ਹੋਏ, ਸਾਰੀਆਂ ਕਲਾਸਾਂ ਦੇ ਮਾਰਕ ਕਰੇ ਹੋਏ। ਮੈਂ ਕਹਿੰਦੀ ਸੀਲ ਕਰੋ, ਮੇਰੀ ਗੱਡੀ 'ਚ ਰੱਖ ਦਿਓ। ਮੈਂ ਕੱਲਾ ਕੱਲਾ ਸਟੱਡੀ ਕਰਕੇ ਅਗਲੀ ਪੇਸ਼ੀ ਤੇ ਫਾਈਲ ਕਰਤਾ ਵੀ ਮੈਂ ਇਸ ਗੱਲ 'ਚ ਨਹੀਂ ਜਾਂਦਾ ਕਿ ਇਹਨਾਂ ਨੇ ਇਮਤਿਹਾਨ ਲਿਆ ਹੈ ਕਿ ਨਹੀਂ ਲਿਆ, ਕਿ ਇਹਨਾਂ ਨੂੰ ਕਾਨੂੰਨੀ ਰਿਵਾਈਜ਼ ਕਰਨ ਦਾ ਹੱਕ ਹੈ ਕਿ ਨਹੀਂ ਹੈ, ਕਿ ਇਹਨਾਂ ਨੇ ਪਹਿਲਾਂ ਸਾਨੂੰ ਪੇਪਰ ਨਹੀਂ ਦਿਖਾਏ, ਕਿ ਇਹਨਾਂ ਨੇ ਸਾਨੂੰ ਪਹਿਲਾਂ ਕੋਈ ਸੂਚਨਾ ਨਹੀਂ ਦਿੱਤੀ, ਇਸ 'ਚ ਨਹੀਂ ਜਾਂਦਾ। ਪਰ ਜਿਹੜਾ ਪੇਪਰ ਇਹ ਕਹਿੰਦੇ ਨੇ ਅਸੀਂ ਲਿਆ ਹੈ, ਉਹਦੇ ਬੇਸ ਤੇ ਅਸੈਸਮੈਂਟ ਰਿਵਾਈਜ਼ ਨਹੀਂ ਕਰੀ, ਕਿਉਂਕਿ ਇੰਨੇ ਬੱਚਿਆਂ ਦਾ ਆ ਫਲਾਣੇ ਫਲਾਣੇ ਬੱਚੇ ਨੇ ਜਿਨ੍ਹਾਂ ਦੇ ਨੰਬਰ ਵੱਧ ਆਏ ਨੇ, ਇਹਨਾਂ ਨੇ ਅਸੈਸਮੈਂਟ ਘਟਾਈ ਹੈ। ਆ ਬੱਚੇ ਨੇ ਜਿਹੜੇ ਅਪੀਅਰ ਹੀ ਨਹੀਂ ਹੋਏ, ਇਹਨਾਂ ਨੇ ਉਹਨਾਂ ਦੀ ਅਸੈਸਮੈਂਟ ਵਧਾਈ ਹੈ। ਆ ਬੱਚੇ ਨੇ ਜਿਨ੍ਹਾਂ ਦੇ ਨੰਬਰ ਘੱਟ ਆਏ ਨੇ, ਉਹਨਾਂ ਦੀ ਵੀ ਵਧਾਈ ਹੈ। ਸੋ ਇਹਦਾ ਮਤਲਬ ਇਹ ਪੇਪਰਾਂ ਦੇ ਬੇਸ ਤੇ ਕਿਤੇ ਵੀ ਇਹਨਾਂ ਨੇ ਅਸੈਸਮੈਂਟ ਨਹੀਂ ਚੇਂਜ ਕਰੀ, ਅਸੈਸਮੈਂਟ ਆਪਦੀ ਮਰਜ਼ੀ ਨਾਲ ਚੇਂਜ ਕਰੀ ਹੈ। ਇਹ ਪੇਪਰ ਹੋਏ ਜਾਂ ਨਾ ਹੋਏ, ਉਹ ਪੇਪਰ ਮੈਨੂੰ ਕੀ ਲੋੜ ਹੈ ਇਸ ਗੱਲ ਜਾਣਦੀ ਵੀ ਇਹਨਾਂ ਨੇ ਗਲਤ ਲਏ ਨੇ ਜੀ, ਪਿੱਛੋਂ ਲਏ ਨੇ ਜੀ ਝੂਠੇ, ਕਿਉਂਕਿ ਜਿਹੜਾ ਝੂਠੇ ਦੀ ਗੱਲ ਲੱਭ ਜਾਂਦੀ ਹੈ। ਪੇਪਰ ਤਾਂ ਲੈ ਲਏ, ਮਾਰਕ ਵੀ ਕਰਾਤੇ, ਪਰ ਉਹ ਉਹਦੇ ਨਾਲ ਟੈਲੀ ਨਹੀਂ ਕਰੇ। ਇੰਨੀ ਮਿਹਨਤ ਕੌਣ ਕਰਦਾ? ਮੈਂ ਕਦੇ ਕਦੇ ਪੇਪਰ ਦੇਖੇ, ਕਦੇ ਕਦੇ ਐਗਜ਼ਾਮਨ ਕਰਿਆ। ਤਾਂ ਮੈਂ ਕਹਿਣਾ ਵੀ ਜਦ ਤੁਸੀਂ ਅਸੀਂ ਇੰਸਪੈਕਸ਼ਨਾਂ 'ਚ ਹੋਰ 'ਚ ਜੋ ਕੁਛ ਜਨਰਲ ਐਜੂਕੇਸ਼ਨ ਕਰਦੇ, ਸਾਨੂੰ ਮੈਡੀਕਲ ਐਜੂਕੇਸ਼ਨ 'ਚ ਇਦੋਂ ਜ਼ਿਆਦਾ ਕਰਨਾ ਪੈਂਦਾ, ਕਿਉਂਕਿ ਸਾਡੇ ਤਾਂ ਸੀਰੀਅਸਨੈਸ ਹੀ ਬਹੁਤ ਜ਼ਿਆਦਾ ਹੁੰਦੀ ਹੈ। ਇੰਨਾ ਸੀਰੀਅਸ ਕੰਮ ਨਹੀਂ ਹੈ। ਤੇ ਇਸ ਕਰਕੇ ਇਹ ਜਿਹੜੇ ਨੇ ਇਹ ਇਹੋ ਜਿਹੀਆਂ ਗੱਲਾਂ ਕਰਦੇ ਨੇ ਜਿਹਦੇ ਵਿੱਚ ਤੁਸੀਂ ਮਾਨਯੋਗ ਅਸੀਂ ਕੇਸ ਜਿੱਤ ਗਏ ਹੋ, ਬੜਾ ਜ਼ੋਰ ਲਾਇਆ। NRI ਬੱਚਾ ਸੀ, ਤੁਸੀਂ ਆਪੇ ਹਿਸਾਬ ਲਾ ਲਓ ਵੀ NRI ਕੋਲ ਪੈਸਾ ਕਿੰਨਾ ਹੁੰਦਾ ਹੈ, ਕਿੱਡੇ ਕਿੱਡੇ ਵਕੀਲ ਕਰ ਸਕਦੇ ਨੇ। ਸਾਡੇ ਸਾਹਮਣੇ ਇਹੋ ਜਿਹੇ ਸਵਾਲ ਅਕੈਡਮਿਕ ਸੇ ਆਉਂਦੇ ਰਹੇ ਨੇ, ਫੇਲ ਹੋਏ ਬੱਚਿਆਂ ਦੇ ਸਾਡੇ ਸਾਹਮਣੇ ਕੋਰਟ ਚਲੇ ਗਏ ਬੱਚੇ ਵੀ ਸਾਨੂੰ ਪਹਿਲਾਂ ਇਮਤਿਹਾਨ ਲਓ ਸਾਡਾ, ਅਸੀਂ ਉੱਥੇ ਫੇਰ ਜਿੱਤੇ। ਸੋ ਐ ਨਹੀਂ ਹੁੰਦਾ। ਤੁਹਾਨੂੰ ਜਦ ਤੁਸੀਂ ਕਾਨੂੰਨ ਹਿਸਾਬ ਨਾਲ ਕਰਦੇ ਹੋ ਵੀ ਆਹ ਕੈਲੰਡਰ ਹੈ ਜੀ ਸਾਡਾ, ਆਹ ਮੈਡੀਕਲ ਕੌਂਸਲ ਦੇ ਰੂਲ ਨੇ ਜਾਂ UGC ਦੇ ਨੇ, ਆਹ ਸਾਡੇ ਰੂਲ ਨੇ, ਆਹ ਯੂਨੀਵਰਸਿਟੀ ਦੇ ਰੂਲ ਨੇ, ਤੇ ਆਹ ਕਾਨੂੰਨ ਹੈ, ਇਹਦੇ ਮੁਤਾਬਕ ਅਸੀਂ ਆਹ ਕੁਛ ਕਰਿਆ ਇਹਨਾਂ ਤੱਥਾਂ ਤੇ। ਇਹ ਸਾਰਾ ਕੁਛ ਤੁਸੀਂ ਜਿੰਨੇ ਮਰਜ਼ੀ ਦੁੱਧ ਧੋਤੇ ਹੋਵੋ, ਤੁਸੀਂ ਜਿੰਨਾ ਮਰਜ਼ੀ ਠੀਕ ਕਰਦੇ ਹੋਵੋ, ਤੁਹਾਨੂੰ ਅਦਾਲਤ ਦੇ ਸਾਹਮਣੇ ਪੇਸ਼ ਕਰਨਾ ਹੁੰਦਾ। ਵੈਸੇ ਤਾਂ ਤੁਹਾਨੂੰ ਪਬਲਿਕ ਡੋਮੇਨ 'ਚ ਵੈਸੇ ਹੀ ਰੱਖ ਦੇਣਾ ਚਾਹੀਦਾ। ਮੇਰੇ ਕੋਲ ਇੱਥੇ ਮੈਂ ਡਾਇਰੈਕਟੋਰੇਟ ਸੀ, ਕੋਈ ਬੰਦਾ ਆਉਂਦਾ ਕਿ ਜੀ ਤੁਸੀਂ ਸਿਲੈਕਸ਼ਨ ਕਰੀ ਆ, ਮੈਨੂੰ ਤਾਂ ਲੱਗਦਾ ਮੇਰੇ ਨਾਲ ਧੱਕਾ ਬੜਾ ਹੋਇਆ। ਮੈਂ ਕਹਿੰਦਾ ਪਈਆ ਮੈਰਿਟ, ਆਹ ਪਿਆ ਕ੍ਰਾਈਟੀਰੀਆ, ਆਹ ਪਿਆ ਤੇਰੇ ਸਾਰੇ ਬਾਕੀਆਂ ਦੇ, ਤੂੰ ਦੇਖ ਲੈ ਇੱਥੇ ਬੈਠ ਕੇ, ਜੇ ਤੇਰੇ ਨਾਲ ਧੱਕਾ ਹੋਇਆ ਮੈਨੂੰ ਦੱਸ ਦੇ, ਕਿਉਂਕਿ ਮੈਂ ਧੱਕਾ ਕਰਨਾ ਨਹੀਂ। ਪਰ ਜੇ ਕਿਤੇ ਮੇਰੇ ਤੋਂ ਗਲਤੀ ਹੋ ਗਈ ਹੋਊ, ਜੇ ਉਹਨੇ ਮੈਨੂੰ ਪੁਆਇੰਟ ਆਊਟ ਕਰਤਾ ਕਿ ਜੀ ਆਹ ਗਲਤੀ ਹੋ ਗਈ, ਮੈਂ ਠੀਕ ਕਰ ਦੂੰਗਾ ਉਹਨੂੰ, ਮੈਂ ਲਿਖਾਂਗਾ ਵੀ ਸਾਡੇ ਤੋਂ ਗਲਤੀ ਹੋ ਗਈ ਸੀ, ਇਹਨੇ ਆ ਕੇ ਸਾਨੂੰ ਦੱਸਿਆ, ਅਸੀਂ ਇਹਨੂੰ ਦਿਖਾਤਾ ਸਾਰਾ ਰਿਕਾਰਡ, ਇਹਨੇ ਉਹ ਲੱਭ ਲਈ, ਤੇ ਕਿਉਂਕਿ ਇਹਨੇ ਲੱਭ ਲਈ, ਆਈ ਐਮ ਸੌਰੀ ਕਿ ਸਾਡੇ ਤੋਂ ਗਲਤੀ ਹੋਈ ਸੀ, ਹੁਣ ਅਸੀਂ ਇਹਨੂੰ ਠੀਕ ਕਰ ਰਹੇ ਹਾਂ। ਇਹ ਕਿੱਥੇ ਲਿਖਿਆ ਵੀ ਜੇ ਗਲਤੀ ਹੋ ਗਈ ਉਹਨੂੰ ਠੀਕ ਨਹੀਂ ਕਰਨਾ? ਕਿ ਅਸੀਂ ਕਰਦੇ ਰਹੇ ਹਾਂ, ਲਿਖ ਕੇ ਕਰਦੇ ਰਹੇ ਹਾਂ।
ਇੱਕ ਹੋਰ ਉਦਾਹਰਨ ਦੇ ਦਿੰਦਾ, ਇਹਨਾਂ ਨੇ ਇੰਟਰਸੀ ਮੈਰਿਟ, ਕਿਉਂ ਇਹ ਜੁੜੀ ਹੋਈ ਹੈ ਇਹਦੇ ਨਾਲ, ਇਹਨਾਂ ਨੇ ਇੰਟਰਸੇ ਮੈਰਿਟ ਕਹਿੰਦੇ ਅਸੀਂ। ਇੰਟਰਸੇ ਮੈਰਿਟ ਕੀ ਹੁੰਦੀ ਹੈ? ਜੇ ਬਰਾਬਰ ਨੰਬਰ ਆ ਗਏ ਟੈਸਟ, ਫਿਰ ਕਿਵੇਂ? ਪੋਸਟ ਇੱਕ ਹੈ, 3 ਬੰਦਿਆਂ ਦੇ ਬਰਾਬਰ ਨੰਬਰ ਨੇ, ਫਿਰ ਦੇਣੀ ਕਿਹਨੂੰ ਹੈ? ਇਹਨਾਂ ਨੇ ਬਣਾਤਾ ਜਿਹਦੀ ਉਮਰ ਵੱਡੀ ਆ ਉਹਨੂੰ ਦੇਣਾ। ਇਹ ਕਦੀ ਵੀ ਕ੍ਰਾਈਟੀਰੀਆ ਨਹੀਂ ਹੁੰਦਾ, ਪੂਰੀ ਦੁਨੀਆ 'ਚ ਨਹੀਂ। ਇਹ ਪਹਿਲਾ ਕ੍ਰਾਈਟੀਰੀਆ ਹੁੰਦਾ ਐਕੈਡੈਮਿਕ। ਸੋ ਇਹਨਾਂ ਨੂੰ ਬਣਾਉਣਾ ਚਾਹੀਦਾ ਸੀ ਵੀ ਜਿਹਨੇ PhD ਕਰੀ ਹੋਵੇ ਉਹਨਾਂ 'ਚ ਉਹਨੂੰ ਦੇਵਾਂਗੇ। ਫਿਰ ਜੇ PhD ਵਾਲਾ ਵੀ ਕੋਈ ਨਹੀਂ, ਉੱਥੇ ਵੀ ਬਰਾਬਰ ਆ ਗਏ। ਫਿਰ ਜਿਹਦੇ MSc 'ਚੋਂ MA 'ਚੋਂ ਨੰਬਰ ਵੱਧ ਨੇ ਉਹਨੂੰ ਦੇਵਾਂਗੇ। ਫਿਰ ਜੇ ਉਹ ਵੀ ਬਰਾਬਰ ਆ ਗਏ ਤਾਂ ਉਮਰ ਦਾ ਕ੍ਰਾਈਟੀਰੀਆ ਰੱਖਣਾ ਹੁੰਦਾ। ਅਸੀਂ ਵੀ ਕਰਦੇ ਹਾਂ PMT 'ਚ। ਤੇ ਇਸੇ ਕ੍ਰਾਈਟੀਰੀਆ 'ਚ ਸਾਡੇ ਕੋਲੇ ਇੱਕ ਬੱਚਾ ਆਇਆ, ਉਹ ਕਹਿੰਦਾ ਜੀ ਮੇਰਾ ਨੰਬਰ ਤੁਸੀਂ 13ਵਾਂ ਕੇ 12ਵਾਂ ਬਣਾ ਰੱਖਿਆ, ਮੇਰਾ ਤਾਂ ਨੰਬਰ 2 ਬਣਦਾ। ਕਾਉਂਸਲਿੰਗ ਚੱਲ ਰਹੀ ਹੈ, ਉਹਨਾਂ ਦੀ ਵਾਰੀ ਆਉਣ ਵਾਲੀ ਹੈ। ਮੈਂ ਆਪਣੇ ਪ੍ਰੋਗਰਾਮਰ ਨੂੰ ਕਿਹਾ ਸ਼ੀਟ ਕੱਢੋ ਇਹਦੀ। ਸ਼ੀਟ ਕੱਢੀ, ਜੇ ਦੇਖਿਆ ਉਹਦੇ +2 ਦੇ ਨੰਬਰਾਂ 'ਚ ਜਿਵੇਂ 312 ਜੇ ਹੋਵੇ, ਇਹ ਉਦਾਹਰਨ ਦੇ ਤੌਰ 'ਤੇ ਕਹਿ ਰਿਹਾ ਵੀ 30 ਤੋਂ ਬਾਅਦ ਬਿੰਦੀ ਪੈ ਗਈ ਕਿਤੇ, ਡਾਟ ਪੈ ਗਿਆ। ਉਹ ਤਾਂ 312 ਚੁੱਕਦੇ ਕੰਪਿਊਟਰ ਨੇ, ਹੁਣ 312 ਚੁੱਕੇ ਤਾਂ ਉਹਨੇ ਥੱਲੇ ਜਾਣਾ ਹੀ ਜਾਣਾ। ਤੇ ਉਹ ਥੱਲੇ ਗਿਆ ਹੋਇਆ। ਮੈਂ ਕਹਿੰਦਾ ਸਰ ਕਿੱਥੇ ਲੱਗ ਗਿਆ? ਹੁਣ ਨੈਚੁਰਲੀ ਲੱਗ ਜਾਂਦਾ, ਹੋ ਜਾਂਦਾ। ਹੁਣ ਮੈਂ ਉੱਥੇ ਉਹਨੂੰ ਬੈਂਕ ਕਰਨਾ ਸ਼ੁਰੂ ਕਰਦਾ, ਮੈਂ ਠੀਕ ਕਰਾਉਣੀ, ਠੀਕ ਕਰਤਾ, 2 ਨੰਬਰ 'ਚ ਆ ਗਿਆ, ਉਹ ਠੀਕ ਕਰਦਾ। ਤੇ ਮੈਂ ਕਿਹਾ ਇਹਨੂੰ ਡਿਸਪਲੇ 'ਤੇ ਪਾ ਦਿਓ। ਕਹਿੰਦਾ ਸਰ ਡਿਸਪਲੇ 'ਤੇ ਪਾ ਦਿਓ? ਮੈਂ ਕਿਹਾ ਤੂੰ ਡਿਸਪਲੇ, ਕਹਿੰਦਾ ਮੈਂ ਤਾਂ ਆਡੀਓ ਤੋਂ ਬੋਲਣ ਲੱਗਿਆ, ਕਾਉਂਸਲਿੰਗ ਚੱਲ ਰਹੀ ਹੈ। ਮੈਂ ਕਿਹਾ ਆਹ ਬੱਚੇ ਦੀ ਸਭ ਤੋਂ ਗਲਤੀ ਹੋ ਗਈ ਸੀ, ਇਹਨੇ ਸਾਨੂੰ ਆ ਕੇ ਦੱਸਤਾ, ਇਹ ਅਸੀਂ ਹੁਣ ਠੀਕ ਕਰਤੀ ਹੈ, ਇਹਦਾ ਹੁਣ ਨੰਬਰ ਇੱਥੇ ਆ ਗਿਆ। ਇਹਨੇ ਆਪਦੀ ਵੀ ਸੇਵਾ ਕਰੀ ਹੈ, ਸਾਡੀ ਵੀ ਕਰੀ ਹੈ, ਤੁਹਾਡੀ ਵੀ ਕਰੀ ਹੈ। ਆਪਦੀ ਸੇਵਾ ਤਾਂ ਕਰੀ ਹੈ, ਜੇ ਨਾ ਬੋਲਦਾ ਫਿਰ ਇਹ ਰੌਲਾ ਪਾਉਂਦਾ ਜੀ ਮੈਨੂੰ ਐਡਮਿਸ਼ਨ ਮਿਲੀ ਨਹੀਂ, ਇਹਦੇ ਕੇਸ ਮੈਨੂੰ ਟਾਈਮ ਲੱਗਦਾ ਠੀਕ ਕਰਨ ਨੂੰ। ਸਾਡੀ ਸੇਵਾ ਤਾਂ ਕਰੀ ਹੈ ਕਿ ਇਹਦਾ ਤਾਂ ਹੱਕ ਬਣਦਾ ਹੀ ਸੀ, ਸਾਨੂੰ ਠੀਕ ਕਰਨ ਵਾਸਤੇ ਜ਼ੋਰ ਲਾਉਣਾ ਪੈਂਦਾ, ਕਿਉਂਕਿ ਗਲਤੀ ਕਰ ਬੈਠੇ, ਹੋਰ ਵੱਡੀ ਗਲਤੀ ਕਰਤੀ, ਉਦੋਂ ਅੱਗੇ ਦਾਖਲੇ ਦੇ ਤੇ। ਤੁਹਾਡੀ ਸੇਵਾ ਐਂ ਕਰੀ ਹੈ, ਹੁਣ ਤਾਂ ਤੁਹਾਨੂੰ ਮਿਲੀ ਨਹੀਂ, ਤੁਹਾਨੂੰ ਪਤਾ ਯਾਰ ਮੇਰਾ ਤਾਂ ਨੰਬਰ ਹੀ ਪਿੱਛੇ ਹੈ, ਪਰ ਜੇ ਇੱਕ ਵਾਰੀ ਤੁਹਾਨੂੰ ਸਰਟੀਫਿਕੇਟ ਦੇ ਦਿੰਦੇ ਤੇ ਮੁੜ ਕੇ ਤੋਂ ਵਾਪਸ ਲੈਂਦੇ, ਤੁਹਾਨੂੰ ਬੁਰਾ ਲੱਗਦਾ। ਆਹ ਚੋਣ ਵਾਲਿਆਂ 'ਚ ਇਹੀ ਕਰਿਆ ਇਹਨਾਂ ਨੇ। ਉਹ ਜੇ ਤੁਸੀਂ ਅਪਾਇੰਟਮੈਂਟ ਨਾ ਕਰੋ, ਰਿਜ਼ਲਟ ਕੱਢਣ ਤੋਂ ਤੁਹਾਨੂੰ ਰੋਕਤਾ, ਤੁਸੀਂ ਰਾਤ ਨੂੰ ਪੰਜਾਬੀ ਦਾ ਰਿਜ਼ਲਟ ਫੇਰ ਪਾਤਾ। ਤੁਸੀਂ ਉਹ ਕਰੋ ਨਾ ਬੱਚਿਆਂ ਨੂੰ, ਉਹਨਾਂ ਨੂੰ ਤੁਸੀਂ ਜਾਣ ਬੁੱਝ ਕੇ ਕਰ ਰਹੇ ਹੋ। ਜਿਸ ਬੰਦੇ ਨੂੰ ਹੁਣ ਨੌਕਰੀ ਮਿਲ ਰਹੀ ਹੈ ਉਹ ਵੀ ਔਖਾ, ਉਹਨੂੰ ਲੱਗਦਾ ਯਾਰ ਐਡੀ ਵੱਡੀ ਨੌਕਰੀ ਜਾ ਰਹੀ ਹੈ, ਜਿੰਨਾ ਜਾਤੀ ਹੋਈ ਇਹ ਜਾਣ ਬੁੱਝ ਕੇ ਕਰਿਆ। ਮੈਂ ਇਹ ਕਹਿੰਦਾ ਜਾਣ ਬੁੱਝ ਕੇ ਕਰਿਆ। ਰਿਜ਼ਲਟ ਕੱਢਿਆ ਇਹਨਾਂ ਨੇ, ਕਿਉਂ ਕੱਢਿਆ? ਜਦ ਉਹਨਾਂ ਨੇ ਸਟੇਟਸ ਕੋ ਕਹਿਤਾ ਸੀ, 2 ਘੰਟੇ ਪਾ ਕੇ ਫਿਰ ਵਾਪਸ ਲੈ ਲਿਆ। ਮੇਰੇ ਕੋਲ ਲਿਸਟਾਂ ਪਈਆਂ ਨੇ ਸਾਰੀਆਂ। ਸੋ ਇਸ ਕਰਕੇ ਇਹ ਯੂਨੀਵਰਸਿਟੀਆਂ ਰਲੀਆਂ ਹੋਈਆਂ ਨੇ, ਇਹ ਹੇਰਾਫੇਰੀ ਹੋਈ ਹੈ। ਹੁਣ ਮੈਨੂੰ ਕਹਿਣ 'ਚ ਕੋਈ ਇਤਰਾਜ਼ ਨਹੀਂ ਹੈ, ਕਿਉਂਕਿ ਹੁਣ ਸਾਹਮਣੇ ਆ ਗਿਆ ਜਿਵੇਂ ਟਰਾਂਸਫਰ ਦਾ ਮਾਫੀਆ ਆਇਆ ਹੈ ਇਹ ਨਵੀਂ ਸਰਕਾਰ 'ਚ ਜੀ, ਜਿਹੜੀ 111 ਦਿੰਦੀ ਹੈ, ਤੇ ਜਿਵੇਂ ਰੇਤ ਦਾ ਮਾਫੀਆ ਸਾਹਮਣੇ ਆਇਆ, ਮੈਨੂੰ ਲੱਗਦਾ ਹੈ ਵੀ ਇਹ ਅਪਾਇੰਟਮੈਂਟ ਵੀ ਮਾਫੀਆ, ਇਹ 'ਚ ਵੀ ਕਿਤੇ ਮਾਫੀਆ ਦਾ ਆਪਰੇਸ਼ਨ ਹੈ, ਕੋਈ ਮੰਨੇ ਕੋਈ ਨਾ ਮੰਨੇ। ਇੱਕ ਅਲੱਗ ਵਿਸ਼ਾ ਇਹਦੇ ਤੇ ਵੀ ਆਪਾਂ ਗੱਲ ਕਰਾਂਗੇ। ਹੁਣ ਜਿਹੜਾ ਮੇਨ ਮੁੱਦਾ ਉਹ ਇਹ ਹੈ, ਭਾਵੇਂ ਕਿ ਜਿਹੜੇ ਜਿਨ੍ਹਾਂ ਦੀ ਨੌਕਰੀ ਖੁੱਸ ਰਹੀ ਹੈ ਉਹ ਸਹੀ ਹੈ ਤਾਂ ਗਲਤ ਹੈ, ਜਿਨ੍ਹਾਂ ਨੂੰ ਮਿਲ ਰਹੀ ਹੈ ਉਹ ਸਹੀ ਹੈ ਤਾਂ ਗਲਤ, ਇਹ ਤਾਂ ਜਿਹੜਾ ਵਕਤ ਹੀ ਇਹ ਤਾਂ ਡਿਸਾਈਡ ਕਰੂਗਾ। ਪਰ ਜਿਹੜੀ ਹੁਣ ਇੱਥੇ ਵੱਡੀ ਗਲਤੀ ਹੋਈ ਡਾਕਟਰ ਕੋਈ ਕਹਿ ਕੇ ਹਾਇਰ ਅਥਾਰਟੀ ਜਿਹੜੀ ਹੈਗੀ ਆ ਉਹਦੇ ਵੱਲੋਂ ਕੋਰਟ ਦੀ 2 ਵਾਰ ਉਲੰਘਣਾ ਕੀਤੀ ਗਈ ਹੈ। ਮੇਨ ਵਿਸ਼ਾ ਜਿਹੜਾ ਮੇਨ ਬਣਦਾ ਹੈਗਾ ਇਹੀ ਮੁੱਦਾ ਬਣਦਾ, ਜਿਹਨੂੰ ਲੈ ਕੇ ਉਹਨਾਂ ਦੇ ਹੱਥ ਦੇ ਵਿੱਚ ਇੱਕ ਮੁੱਦਾ ਆ ਗਿਆ ਗੈਸਟ ਫੈਕਲਟੀਜ਼ ਦੇ ਕੇਸ 2 ਵਾਰ ਜਿਹੜਾ ਕੰਟੈਂਪਟ ਆਫ ਕੋਰਟ ਕਰ ਚੁੱਕਾ ਹੈ। ਸੋ ਇਹਦੇ ਤੇ ਆਪਾਂ ਜਿਹੜੇ ਡਾਕਟਰ ਸਾਹਿਬ ਦੇ ਵਿਚਾਰ ਜਾਣੇ ਹੈਗੇ ਨੇ, ਔਰ ਵਾਕਈ ਕਿਤੇ ਨਾ ਕਿਤੇ ਸਾਨੂੰ ਵੀ ਲੱਗਦਾ ਕਿ ਦੋਨਾਂ ਪਾਸਿਆਂ ਤੋਂ ਕੁਝ ਨਾ ਕੁਝ ਗਲਤ ਤਾਂ ਜ਼ਰੂਰ ਹੋਇਆ। ਸੋ ਦਰਸ਼ਕੋ ਤੁਸੀਂ ਵੀ ਆਪਣੇ ਇਨਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੇ ਵਿਚਾਰ ਇੱਥੇ ਵਿਅਕਤ ਕਰਨਾ, ਔਰ ਸਾਨੂੰ ਜੋ ਫਿਰ ਇੱਕ ਨਵੇਂ ਵਿਸ਼ੇ ਦੇ ਨਾਲ ਆਪਾਂ ਤੁਹਾਡੀ ਰੂਬਰੂ ਕਰਾਵਾਂਗੇ। ਸੋ ਤੁਹਾਡਾ ਵੀ ਦਰਸ਼ਕੋ ਧੰਨਵਾਦ, ਡਾਕਟਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ